ਜੇ ਇਹ ਮੀਟਿੰਗ ਨੂੰ ਅਸੀਂ ਬੇਸਿੱਟਾ ਕਹਿ ਦਈਏ ਕਿ ਜਿਹੜੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਹੋਣੀ ਸੀ ਜੋ ਬੇਸਿੱਟਾ ਰਹੀ ਹੈ ਤਾਂ ਅਗਲੀ ਰਣਨੀਤੀ ਕੀ ਚੱਲ ਰਹੀ? ਤੁਸੀਂ ਉੱਥੇ ਮੌਜੂਦ ਹੋ ਲਗਾਤਾਰ ਕਿਸਾਨਾਂ ਦੇ ਨਾਲ ਜਿਹੜਾ ਤੁਸੀਂ ਉਸ ਅੰਦੋਲਨ ਨੂੰ ਦੇਖ ਰਹੇ ਹੋ, ਕੀ ਅਗਲੀ ਰਣਨੀਤੀ ਹੈ ਜਿਹੜੀ ਬਣਾਈ ਜਾ ਰਹੀ, ਕੀ ਹਿਲਜੁਲ ਇਸ ਵੇਲੇ ਉੱਥੇ ਚੱਲ ਰਹੀ ਹੈ? ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਖੁਦ ਅਮਿਤ ਸ਼ਾਹ ਨੇ ਜਿਹੜੇ ਇਸ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਖੁਦ ਕਾਲ ਕੀਤੀ ਸੀ। ਆਪਾਂ ਨੂੰ ਪਤਾ ਜੋਗਿੰਦਰ ਸਿੰਘ ਗੁਰਾਹਾਂ ਨੂੰ ਕਾਲ ਕੀਤੀ। ਆਪਾਂ ਦੇਖ ਰਹੇ ਹਾਂ ਕਿ ਪਹਿਲਾਂ BSF ਨਹੀਂ ਲੱਗੀ ਹੋਈ ਸੀ ਬਾਰਡਰ ਤੇ, ਹੁਣ BSF ਵੀ ਲਾ ਦਿੱਤੀ ਗਈ। ਸੈਂਟਰ ਗਵਰਨਮੈਂਟ ਕਿਤੇ ਨਾ ਕਿਤੇ ਆਪਣੇ ਤਰੀਕੇ ਨਾਲ ਢੀਲੇ ਜਿਵੇਂ ਅੱਜ ਤੁਸੀਂ ਉਹਨਾਂ ਦੀ ਰਣਨੀਤੀ ਦੇਖੋ। ਅੱਜ ਮੰਤਰੀਆਂ ਨੇ ਕਿਹਾ ਜੀ ਤੁਸੀਂ ਕਿਸਾਨ ਸਾਨੂੰ 5 ਮੈਂਬਰੀ ਕਮੇਟੀ ਬਣਾ ਕੇ ਦਿਓ, ਅਸੀਂ 5 ਮੈਂਬਰੀ ਕਮੇਟੀ ਨਾਲ ਗੱਲ ਕਰਾਂਗੇ। ਜਦੋਂ ਇਸ ਅੰਦੋਲਨ 'ਚ 30 ਜਥੇਬੰਦੀਆਂ ਸ਼ਾਮਲ ਨੇ, 19 ਕਿਸਾਨ ਜਥੇਬੰਦੀਆਂ ਹਰਿਆਣੇ ਦੀਆਂ ਸ਼ਾਮਲ ਨੇ, ਤਾਂ ਤੁਸੀਂ ਸਾਂਝੀ ਗੱਲ ਕਰੋ ਸਭ ਨਾਲ। ਅੰਦੋਲਨ ਦੇ ਨੂੰ ਤੋੜਫਾੜ ਕਰਨ ਦੀ ਕੋਸ਼ਿਸ਼ ਸੈਂਟਰ ਗਵਰਨਮੈਂਟ ਕਰ ਰਹੀ ਹੈ, ਪਰ ਕਿਸਾਨ ਬੜੇ ਚੁਕੰਨੇ ਨੇ। ਬੀਤੀ ਰਾਤ ਕੋਈ 200 ਦੇ ਕਰੀਬ ਨੌਜਵਾਨ ਆਏ ਜਿਨ੍ਹਾਂ ਨੇ ਨਾਅਰੇਬਾਜ਼ੀ ਕੀਤੀ ਆ ਕਿ ਮੋਦੀ ਜਿੰਦਾਬਾਦ ਜਾਂ ਹੋਰ ਤਰ੍ਹਾਂ ਦੀ ਨਾਅਰੇਬਾਜ਼ੀ ਕੀਤੀ। ਉਹਨਾਂ ਦੇ ਉੱਤੇ ਵੀ ਕਿਸਾਨਾਂ ਨੇ ਧਿਆਨ ਰੱਖਿਆ। ਜਿਹੜਾ ਅੰਦੋਲਨ ਕੀਤਾ ਜਾ ਰਿਹਾ ਉਹ ਸਿਰਫ ਇਹ ਚੀਜ਼ਾਂ ਜੇ ਹੋਈਆਂ ਹੀ ਨਹੀਂ, ਜੇ ਚੀਜ਼ਾਂ ਜੇ ਹੋਣੀਆਂ ਹੀ ਨਹੀਂ, ਸਿਰਫ ਉਸ ਨੂੰ ਲੈ ਕੇ ਜਿਹੜਾ ਅੰਦੋਲਨ ਕੀਤਾ ਜਾ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ? ਉਮੀਦ ਕਰਦੇ ਹਾਂ ਕਿ ਬਿਲਕੁਲ ਸਾਰੇ ਜਣੇ ਸਿਹਤ ਪੱਖੋਂ ਔਰ ਹਰ ਪੱਖੋਂ ਬਿਲਕੁਲ ਤੁਸੀਂ ਠੀਕ ਹੋਵੋਗੇ। ਜ਼ਾਹਿਰ ਜੀ ਗੱਲ ਹੈ, ਸਾਡੇ ਸਾਰਿਆਂ ਦਾ ਧਿਆਨ ਜਿਹੜਾ ਹੈ ਉਹ ਅੱਜ ਕੱਲ੍ਹ ਜ਼ਿਆਦਾਤਰ ਲੱਗਿਆ ਹੋਇਆ ਬਹੁਤ ਹੀ ਵੱਡੇ ਮੁੱਦੇ ਦੇ ਉੱਤੇ। ਉਹ ਹੈ ਕਿਸਾਨ ਜਥੇਬੰਦੀਆਂ ਦਾ ਜਿਹੜਾ ਅੰਦੋਲਨ ਚੱਲ ਰਿਹਾ ਹੈ। ਕਿਸਾਨਾਂ ਦੇ ਅੰਦੋਲਨ ਦੇ ਉੱਤੇ ਲਗਾਤਾਰ ਨਜ਼ਰ ਬਣੀ ਹੋਈ ਹੈ ਕਿ ਕੀ ਅਪਡੇਟ ਆ ਰਿਹਾ ਹੈ, ਕਿਉਂਕਿ ਕਾਫੀ ਦਿਨ ਹੋ ਚੁੱਕੇ ਨੇ ਕਿਸਾਨਾਂ ਦੇ ਇਸ ਅੰਦੋਲਨ ਨੂੰ, ਕਈ ਮਹੀਨੇ ਬੀਤ ਚੁੱਕੇ ਨੇ ਤੇ ਹੁਣ ਦਿੱਲੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਲਗਾਤਾਰ 6-7 ਦਿਨ ਹੋ ਚੁੱਕੇ ਨੇ ਬੈਠੇ ਹੋਏ ਨੇ। ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕਿਉਂਕਿ 1 ਦਸੰਬਰ ਨੂੰ ਕਿਹਾ ਜਾ ਰਿਹਾ ਸੀਗਾ ਕਿ ਸਰਕਾਰੀ ਨੁਮਾਇੰਦਿਆਂ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੈ, ਜਥੇਬੰਦੀਆਂ ਨੂੰ ਬੁਲਾਇਆ ਗਿਆ ਹੈ ਤਾਂ ਕੋਈ ਨਾ ਕੋਈ ਜਿਹੜਾ ਹੱਲ ਹੈ, ਸਾਰਥਕ ਸਿੱਟਾ ਜਿਹੜਾ ਉਹ ਨਿਕਲ ਸਕਦਾ ਹੈ। ਪਰ ਸਥਿਤੀ ਜਿਉਂ ਦੀ ਤਿਉਂ ਹੈ, ਕਿਉਂਕਿ ਕੀ ਮੰਨਿਆ ਜਾ ਰਿਹਾ, ਜਾਣਕਾਰੀ ਜਿਹੜੀ ਸਾਹਮਣੇ ਆਈ ਹੈ ਉਸ ਮੁਤਾਬਕ ਇਹ ਹੈ ਕਿ ਇਹ ਜਿਹੜੀ ਮੀਟਿੰਗ ਹੋਣੀ ਸੀ ਜਿਹੜੀ ਕਿ ਮੰਤਰੀਆਂ ਦੇ ਨਾਲ ਹੋਣੀ ਸੀਗੀ, ਕੇਂਦਰੀ ਮੰਤਰੀਆਂ ਦੇ ਨਾਲ, ਉਹ ਬੇਸਿੱਟਾ ਰਹੀ ਹੈ। ਮੀਟਿੰਗ ਦੇ ਵਿੱਚ ਅਜੇ ਵੀ ਕੁਝ ਵੀ ਨਹੀਂ ਨਿਕਲ ਕੇ ਸਾਹਮਣੇ ਆਇਆ। ਇਸ ਤੋਂ ਇਲਾਵਾ ਹੁਣ ਕੀ ਕੁਝ ਅੱਗੇ ਚੱਲ ਰਿਹਾ, ਅੰਦੋਲਨ ਦਾ ਰੁਖ ਕੀ ਹੋਏਗਾ, ਅੱਗੇ ਕੀ ਜਿਹੜੇ ਸਟੈਪ ਚੁੱਕੇ ਜਾਣਗੇ, ਕਿਸਾਨ ਅਗਲੀ ਰਣਨੀਤੀ ਕੀ ਕਰਨਗੇ, ਸਾਡੇ ਨਾਲ ਲਗਾਤਾਰ ਜਾਣਕਾਰੀ ਦੇਣ ਦੇ ਲਈ ਅੰਮ੍ਰਿਤਸਰ ਤੋਂ ਰਾਜੇਸ਼ ਗਿੱਲ ਜੀ ਜੁੜੇ ਹੋਏ ਨੇ। ਰਾਜੇਸ਼ ਜੀ, ਬਹੁਤ ਬਹੁਤ ਸਵਾਗਤ ਹੈ ਜੀ ਚੈਨਲ ਪੰਜਾਬੀ ਤੇ। ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਇਸ ਦੇ ਬਾਰੇ ਜ਼ਰੂਰ ਚਰਚਾ ਕਰਾਂਗੇ ਅੱਜ। ਬਿਲਕੁਲ ਰਾਜੇਸ਼ ਜੀ, ਚਰਚਾ ਵਾਕਈ ਅਸੀਂ ਕਰਾਂਗੇ। ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਦਿੱਲੀ ਤੋਂ ਵੀ ਜਿਹੜਾ ਇਸ ਵੇਲੇ ਕੁਝ ਪੱਤਰਕਾਰ ਉੱਥੇ ਬੈਠੇ ਹੋਏ ਨੇ, ਪੰਜਾਬੀ ਮੀਡੀਆ ਬਹੁਤ ਜ਼ਿਆਦਾ ਜਿਹੜੀ ਹੈ ਲਗਾਤਾਰ ਇਸ ਪੂਰੇ ਅੰਦੋਲਨ ਨੂੰ ਨਜ਼ਦੀਕੀ ਨਾਲ ਦੇਖ ਰਹੀ ਹੈ, ਉਹ ਹਾਲ ਵੀ ਜਿਹੜਾ ਸਾਡੇ ਤੱਕ ਪਹੁੰਚ ਸਕੇ, ਬਿਆਨ ਕਰ ਸਕਣ ਕਿ ਕੀ ਤਸਵੀਰ ਹੈ ਇਸ ਵੇਲੇ ਦਿੱਲੀ ਦੇ ਵਿੱਚ ਜਿਹੜੇ ਕਿਸਾਨ ਬੈਠੇ ਹੋਏ ਨੇ ਬਾਰਡਰ ਤੇ, ਉਹਨਾਂ ਦੀ ਬਣੀ ਹੋਈ ਹੈ, ਉਸ ਤੇ ਅਸੀਂ ਜਾਣਕਾਰੀ ਹਾਸਲ ਕਰ ਸਕੀਏ। ਪਰ ਉਸ ਤੋਂ ਪਹਿਲਾਂ ਇਹ ਦੱਸੋ ਕਿ ਜਿਹੜੀ ਮੀਟਿੰਗ ਸੀਗੀ, ਉਮੀਦ ਤਾਂ ਲਗਾਈ ਜਾ ਰਹੀ ਸੀਗੀ ਕਿ ਕੁਝ ਨਾ ਕੁਝ ਹੱਲ ਜ਼ਰੂਰ ਨਿਕਲੇਗਾ। ਹਾਲਾਂਕਿ ਅਸੀਂ ਸਾਰੇ ਇਹ ਵੀ ਜਾਣਦੇ ਸੀ ਕਿ ਹੱਲ ਜਿਹੜਾ ਉਹ ਇੱਕ ਦਿਨ ਦੇ ਵਿੱਚ ਵੀ ਨਹੀਂ ਨਿਕਲ ਸਕਦਾ, ਪਰ ਕੁਝ ਨਾ ਕੁਝ ਜਿਹੜੀ ਗੱਲ ਹੈ ਉਹ ਅੰਨੇ ਬੰਨੇ ਲੱਗ ਸਕਦੀ ਹੈ। ਪਰ ਸਥਿਤੀ ਅਜੇ ਵੀ ਅਜਿਹੀ ਬਣੀ ਕਿ ਬੇਸਿੱਟਾ ਹੀ ਮੀਟਿੰਗ ਰਹੀ। ਕੀ ਕੁਝ ਹੋਇਆ ਮੀਟਿੰਗ ਦੇ ਵਿੱਚ, ਕੌਣ-ਕੌਣ ਸ਼ਾਮਿਲ ਸੀਗੇ? ਦੇਖੋ, ਮੀਟਿੰਗ ਦੀ ਜੇ ਗੱਲ ਕਰੀਏ ਤਾਂ ਮੀਟਿੰਗ ਨੂੰ ਪੂਰੀ ਤਰ੍ਹਾਂ ਬੇਸਿੱਟਾ ਕਹਿਣਾ ਜਿਹੜਾ ਉਹ ਮੇਰੇ ਖਿਆਲ 'ਚ ਠੀਕ ਨਹੀਂ ਹੈ, ਕਿਉਂਕਿ ਜਿਹੜਾ ਦਬਾਅ ਇੱਕ ਪੰਜਾਬ ਦੇ ਕਿਸਾਨਾਂ ਵੱਲੋਂ, ਹਰਿਆਣਾ ਦੇ ਕਿਸਾਨਾਂ ਵੱਲੋਂ ਜਿਹੜਾ ਕਿ ਹੌਲੀ-ਹੌਲੀ ਹੁਣ ਇੱਕ ਪੂਰੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਅੰਦੋਲਨ ਬਣ ਗਿਆ, ਦੇਸ਼ ਦਾ ਅੰਦੋਲਨ ਬਣ ਚੁੱਕਾ ਹੈ, ਉਸ ਦਾ ਦਬਾਅ ਬਹੁਤ ਜ਼ਿਆਦਾ ਹੈ। 3 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਸੀ ਉਸ ਨੂੰ ਪਹਿਲਾਂ ਸੱਦ ਲਿਆ ਗਿਆ, 1 ਤਰੀਕ ਨੂੰ ਮੀਟਿੰਗ ਰੱਖ ਲਈ ਗਈ ਔਰ ਅੱਜ ਮੀਟਿੰਗ ਜਿਹੜੀ ਸੀ 3 ਵਜੇ ਮੀਟਿੰਗ। ਉਸ ਤੋਂ ਪਹਿਲਾਂ ਕਿਸਾਨਾਂ ਨੇ ਆਪਣੀ ਜਿਹੜੀ ਵਿਉਂਤਬੰਦੀ ਸੀ ਉਹ ਤਿਆਰ ਕੀਤੀ ਔਰ ਜ਼ਾਹਿਰ ਤੌਰ ਤੇ ਇਸ ਤੋਂ ਪਹਿਲਾਂ ਕੇਂਦਰ ਦੀ ਵਿਉਂਤਬੰਦੀ ਚੱਲ ਹੀ ਰਹੀ ਸੀ ਕਿ ਕੀ ਕੁਝ ਉਹਨਾਂ ਨੇ ਮੀਟਿੰਗ 'ਚ ਕਹਿਣਾ ਹੈ। ਔਰ ਉਸ ਤੋਂ ਵੀ ਪਹਿਲਾਂ ਵਿਉਂਤਬੰਦੀ ਉਦੋਂ ਸਾਹਮਣੇ ਆ ਗਈ ਜਦੋਂ ਪ੍ਰਧਾਨ ਮੰਤਰੀ ਦਾ ਭਾਸ਼ਣ ਸਾਹਮਣੇ ਆ ਗਿਆ ਸੀ, ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਇਹ ਜਿਹੜਾ ਕਾਨੂੰਨ ਹੈ, ਪਹਿਲੇ ਵਰਗੀਆਂ ਜਿਹੜੀਆਂ ਗੱਲਾਂ ਸੀ ਉਹ ਬੋਲਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਹ ਜਿਹੜਾ ਕਾਨੂੰਨ ਹੈ, ਤਿੰਨੇ ਖੇਤੀ ਕਾਨੂੰਨ ਨੇ, ਇਹ ਕਿਸਾਨਾਂ ਦੇ ਹੱਕ ਦੇ ਵਿੱਚ ਹਨ, ਕਿਸਾਨਾਂ ਦਾ ਜਿਹੜਾ ਭਵਿੱਖ ਹੈ ਉਸ ਨੂੰ ਸੁਰੱਖਿਅਤ ਰੱਖਣ ਵਾਸਤੇ ਹਨ। ਤੇ ਜਿਹੜਾ ਅੰਦੋਲਨ ਕੀਤਾ ਜਾ ਰਿਹਾ ਉਹ ਸਿਰਫ ਇਹ ਚੀਜ਼ਾਂ ਜੇ ਹੋਈਆਂ ਹੀ ਨਹੀਂ, ਜੇ ਚੀਜ਼ਾਂ ਜੇ ਹੋਣੀਆਂ ਹੀ ਨਹੀਂ, ਸਿਰਫ ਉਸ ਨੂੰ ਲੈ ਕੇ ਜਿਹੜਾ ਅੰਦੋਲਨ ਕੀਤਾ ਜਾ ਰਿਹਾ ਹੈ। ਇਹ ਪ੍ਰਧਾਨ ਮੰਤਰੀ ਜਿਹੜੇ ਬਿਆਨ ਸਨ ਉਹ ਕਈ ਚੀਜ਼ਾਂ ਪਹਿਲਾਂ ਸਪਸ਼ਟ ਕਰ ਰਹੇ ਸਨ ਕਿ ਜਿਹੜੀ ਮੀਟਿੰਗ ਫੇਰ ਹੋਣੀ ਹੈ, ਉਸ ਮੀਟਿੰਗ ਦੇ ਵਿੱਚ ਫੇਰ ਸਮਝਾਉਣ ਦੀ ਕੋਸ਼ਿਸ਼ ਹੋਣੀ ਹੈ। ਔਰ ਇਹ ਜਿਹੜੀ ਮੀਟਿੰਗ ਹੋਈ ਇਸ ਦੇ ਵਿੱਚ ਬਕਾਇਦਾ ਤੌਰ ਤੇ ਫਿਰ ਡਿਜੀਟਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿਸਾਨਾਂ ਨੂੰ, ਪਰ ਕਿਸਾਨਾਂ ਨੇ
ਬੜੇ ਜ਼ੋਰ ਨਾਲ ਬੜੇ ਜ਼ੋਰ ਸ਼ੋਰ ਨਾਲ ਇਹ ਗੱਲ ਕਹੀ ਔਰ ਠੋਕ ਜੀ ਕੇ ਗੱਲ ਰਾਜੇਸ਼ ਕਹੀ ਜੀ ਕਿ ਮੈਂ ਕਿਸਾਨ ਇੱਥੇ ਰਾਜੇਸ਼ ਜੀ ਬਿਲਕੁਲ ਮੈਂ ਇੱਥੇ ਕੁਝ ਸੈਕਿੰਡ ਵਾਸਤੇ ਤੁਹਾਨੂੰ ਰੋਕਣੇ ਚਾਹਾਂਗੀ। ਸਾਡੇ ਨਾਲ ਦਿੱਲੀ ਤੋਂ ਇਸ ਵੇਲੇ ਜਾਣਕਾਰੀ ਦੇਣ ਦੇ ਲਈ ਯਾਦਵਿੰਦਰ ਕਰਫਿਊ ਜੁੜ ਚੁੱਕੇ ਨੇ। ਸਾਰੇ ਜਾਣਦੇ ਆਪਾਂ ਯਾਦਵਿੰਦਰ ਕਰਫਿਊ ਕੌਣ ਨੇ। ਪ੍ਰੋ ਪੰਜਾਬ ਟੀਵੀ ਤੋਂ ਸਾਡੇ ਨਾਲ ਜੁੜੇ ਨੇ ਜਾਣਕਾਰੀ ਦੇਣ ਦੇ ਲਈ। ਯਾਦਵਿੰਦਰ, ਚੈਨਲ ਪੰਜਾਬੀ ਦਾ ਇਸ ਵੇਲੇ ਲਾਈਵ ਸ਼ੋਅ ਚੱਲ ਰਿਹਾ, ਤੁਹਾਡੇ ਤੋਂ ਜਾਣਕਾਰੀ ਲੈਣੀ ਚਾਹਾਂਗੇ ਕਿ ਇਸ ਵੇਲੇ ਕੀ ਚੱਲ ਰਿਹਾ ਹੈ। ਜੇ ਇਹ ਮੀਟਿੰਗ ਨੂੰ ਅਸੀਂ ਬੇਸਿੱਟਾ ਕਹਿ ਦਈਏ ਕਿ ਜਿਹੜੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਹੋਣੀ ਸੀ ਜੋ ਬੇਸਿੱਟਾ ਰਹੀ ਹੈ, ਤਾਂ ਅਗਲੀ ਰਣਨੀਤੀ ਕੀ ਚੱਲ ਰਹੀ? ਤੁਸੀਂ ਉੱਥੇ ਮੌਜੂਦ ਹੋ, ਲਗਾਤਾਰ ਕਿਸਾਨਾਂ ਦੇ ਨਾਲ ਜਿਹੜਾ ਤੁਸੀਂ ਉਸ ਅੰਦੋਲਨ ਨੂੰ ਦੇਖ ਰਹੇ ਹੋ, ਕੀ ਅਗਲੀ ਰਣਨੀਤੀ ਹੈ ਜਿਹੜੀ ਬਣਾਈ ਜਾ ਰਹੀ, ਕੀ ਹਿਲਜੁਲ ਇਸ ਵੇਲੇ ਉੱਥੇ ਚੱਲ ਰਹੀ ਹੈ ਯਾਦਵਿੰਦਰ? ਦੇਖੋ ਸ਼ਰੀਕ ਤਾਂ ਜਿਹੜਾ ਮੋਟੇ ਤੌਰ ਦੇ ਉੱਤੇ ਜਿਹੜੇ ਬਾਰਡਰ ਨੇ, ਜਿਹੜੀ ਕਿਸਾਨਾਂ ਦੀ ਇੱਕ ਪਲੈਨਿੰਗ ਸੀ ਕਿ ਬਾਰਡਰ ਸਾਰੇ ਘੇਰੇ ਜਾਣ, ਸਾਰੇ ਬਾਰਡਰ ਜਾਮ ਕਰਕੇ ਪਹਿਲਾਂ ਸਭ ਤੋਂ ਪਹਿਲੀ ਜਿਹੜੀ ਗੱਲ ਹੋਈ ਸੀ ਕਿ ਦਿੱਲੀ ਦੇ ਅੰਦਰ ਵੜੀਏ ਜਾਂ ਦਿੱਲੀ ਤੋਂ ਬਾਹਰ। ਤਾਂ ਦਿੱਲੀ ਤੋਂ ਬਾਹਰ ਹੀ ਕਿਸਾਨ ਜਿਹੜੇ ਨੇ ਲਗਾਤਾਰ ਸਾਰੇ ਬਾਰਡਰ ਦੇ ਉੱਤੇ ਬੈਠੇ ਨੇ ਔਰ ਮੋਟੇ ਤੌਰ ਦੇ ਉੱਤੇ ਅਸੀਂ ਦੇਖ ਰਹੇ ਹਾਂ ਕਿ ਸਾਰੇ ਬਾਰਡਰ ਜਾਮ ਨੇ। ਤੁਸੀਂ ਖੁਦ ਵੀ ਦੇਖ ਰਹੇ ਹੋ ਕੁਝ ਬਾਰਡਰ ਜਿਹੜੇ ਰਹਿੰਦੇ ਨੇ, ਜਿਵੇਂ ਰਾਜਸਥਾਨ ਦਾ ਬਾਰਡਰ ਆ, ਜਿਵੇਂ ਉੱਤਰ ਪ੍ਰਦੇਸ਼ ਦੇ ਵਾਲੇ ਪਾਸੇ ਆ, ਜਿਵੇਂ ਹੋਰ ਦਿੱਲੀ ਦੀ ਘੇਰਾਬੰਦੀ ਕਰਨ ਦੀ ਤਿਆਰੀ, ਯਾਨੀ ਸ਼ਾਂਤਮਈ ਤਰੀਕੇ ਦੇ ਨਾਲ। ਘੇਰਾਬੰਦੀ ਦਾ ਮਤਲਬ ਇਹ ਨਹੀਂ ਕਿ ਕਿਸਾਨਾਂ ਨੇ ਕੋਈ ਵਾਇਲੈਂਸ ਕਰਨਾ ਜਾਂ ਕਿਸਾਨਾਂ ਨੇ ਕੋਈ ਗਲਤ ਗੱਲ ਕਰਨੀ ਹੈ, ਪਰ ਲਗਾਤਾਰ ਕਿਸਾਨਾਂ ਦੀ ਰਣਨੀਤੀ ਇਹ ਆ ਜਾਂ ਕਿਸਾਨ ਲੀਡਰਾਂ ਦੀ ਰਣਨੀਤੀ ਇਹ ਆ ਕਿ ਕਿਸ ਤਰੀਕੇ ਦੇ ਨਾਲ ਦਿੱਲੀ ਨੂੰ ਘੇਰਿਆ ਜਾਵੇ। ਤੇ ਇਸ ਮੀਟਿੰਗ ਤੋਂ ਬਾਅਦ ਵੀ 3 ਨੂੰ ਫੇਰ ਮੀਟਿੰਗ ਆ, 3 ਨੂੰ ਫੇਰ ਬੁਲਾਇਆ ਉਹਨਾਂ ਨੂੰ। ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਖੁਦ ਅਮਿਤ ਸ਼ਾਹ ਨੇ, ਜਿਹੜੇ ਇਸ ਦੇਸ਼ ਦੇ ਗ੍ਰਹਿ ਮੰਤਰੀ ਨੇ, ਉਹਨਾਂ ਨੇ ਖੁਦ ਕਾਲ ਕੀਤੀ ਸੀ। ਆਪਾਂ ਨੂੰ ਪਤਾ, ਜੋਗਿੰਦਰ ਸਿੰਘ ਗੁਰਾਹਾਂ ਨੂੰ ਕਾਲ ਕੀਤੀ, ਬੂਟਾ ਸਿੰਘ ਗਿੱਲ ਨੂੰ ਕਾਲ ਕੀਤੀ, ਕਮੇਟੀ ਨੂੰ ਕਾਲ ਕੀਤੀ, ਤਾਂ ਉਹਦੇ ਬਾਵਜੂਦ ਵੀ ਉਹ ਅੱਜ ਮੀਟਿੰਗ 'ਚ ਨਹੀਂ ਸੀਗੇ। ਹੁਣ ਇਹ ਚਾਹੀਦਾ ਸੀ, ਜਿਹੜੀਆਂ ਪੁਰਾਣੀਆਂ ਮੀਟਿੰਗਾਂ ਨੇ ਇਹਨਾਂ ਸਾਰੇ ਲੀਡਰਾਂ ਨਾਲ ਹੋ ਚੁੱਕੀਆਂ ਸੀਗੀਆਂ, ਨਰਿੰਦਰ ਤੋਮਰ ਹੋਣ, ਸੋਮ ਪ੍ਰਕਾਸ਼ ਹੋਣ, ਪਿਊਸ਼ ਗੋਇਲ ਹੋਣ, ਇਹਨਾਂ ਸਭ ਦੇ ਨਾਲ ਮੁਲਾਕਾਤਾਂ ਹੋ ਚੁੱਕੀਆਂ ਸੀ। ਲੱਗਦਾ ਇਹ ਸੀ ਸ਼ਾਇਦ ਅੱਜ ਰਾਜਨਾਥ ਸਿੰਘ ਆਉਣਗੇ ਜਾਂ ਅਮਿਤ ਸ਼ਾਹ ਖੁਦ ਆਉਣਗੇ। ਪਰ ਇੱਥੋਂ ਇਹ ਲੱਗਦਾ ਗਾ ਕਿ ਜਿਹਨੂੰ ਆਪਾਂ ਰੀਡ ਕਰਨਾ ਹੋਵੇ, ਦੀ ਪੋਲਿਟਿਕਸ ਨੂੰ ਆਪਾਂ ਪੜ੍ਹਨਾ ਹੋਵੇ ਕਿ ਹੋ ਕੀ ਰਿਹਾਗਾ, ਹੋ ਇਹ ਰਿਹਾਗਾ ਕਿ ਉਹ ਕਿਸਾਨ ਅੰਦੋਲਨ ਦੇ ਅੰਦਰ ਦੋ ਪੈਰਲਲ ਆਪਣੀ ਰਣਨੀਤੀ ਵਰਤ ਰਹੀ ਹੈ ਸੈਂਟਰ ਗਵਰਨਮੈਂਟ। ਇੱਕ ਪਾਸੇ ਗੱਲਬਾਤ ਚਲਾਈ ਚੱਲੋ ਤੇ ਦੂਜੇ ਪਾਸੇ ਆਪਣੀਆਂ ਤਿਆਰੀਆਂ ਕਰਦੇ ਰਹੋ। ਜਿਵੇਂ ਆਪਾਂ ਦੇਖ ਰਹੇ ਹਾਂਗੇ ਕਿ ਪਹਿਲਾਂ BSF ਨਹੀਂ ਲੱਗੀ ਹੋਈ ਸੀ ਬਾਰਡਰ ਤੇ, ਹੁਣ BSF ਵੀ ਲਾ ਦਿੱਤੀ ਗਈ। ਹਾਲਾਂਕਿ ਇੰਨੇ ਜ਼ਿਆਦਾ ਲੋਕ ਨੇ, ਮਤਲਬ ਜੋ ਮੇਰੀ ਪਿਛਲੇ 15 ਸਾਲਾਂ ਦੀ ਅੰਡਰਸਟੈਂਡਿੰਗ ਹੈ ਜਰਨਲਿਜ਼ਮ ਦੀ ਜਾਂ ਸੰਘਰਸ਼ਾਂ ਨੂੰ ਦੇਖਿਆ, ਬਹੁਤ ਵੱਡੇ ਅੰਦੋਲਨ ਦੇਖੇ ਨੇ, ਬਹੁਤ ਔਖਾ ਇਸ ਅੰਦੋਲਨ ਦੇ ਉੱਤੇ ਲਾਠੀ ਚਾਰਜ ਕਰਨਾ। ਕੋਈ ਸੌਖੀ ਗੱਲ ਨਹੀਂ ਹੈਗੀ ਇਸ ਅੰਦੋਲਨ ਦੇ ਉੱਤੇ ਲਾਠੀ ਚਾਰਜ ਕਰਨਾ ਜਾਂ ਇਸ ਅੰਦੋਲਨ ਦੇ ਉੱਤੇ ਕੋਈ ਸਰਕਾਰ ਵੱਲੋਂ ਐਕਸ਼ਨ ਲੈਣਾ, ਕਿਉਂਕਿ ਇੰਨੇ ਵੱਡੇ ਪੱਧਰ ਤੇ ਟਰੈਕਟਰ ਨੇ। ਮਤਲਬ ਜੇ ਤੁਸੀਂ ਟਿਕਰੀ ਬਾਰਡਰ ਵੱਲ ਜਾਓਗੇ, ਜਿੱਥੇ ਅਸੀਂ ਰੋਜ਼ ਜਾਂਦੇ ਆਂਗੇ, ਸਿੰਘੂ ਬਾਰਡਰ ਆ, ਟਿਕਰੀ ਆ, ਇੱਥੇ ਘੱਟੋ ਘੱਟ 20 ਕਿਲੋਮੀਟਰ ਦੇ ਅੰਦਰ ਜਿਹੜੇ ਆ ਟਰੈਕਟਰ ਖੜੇ ਨੇ ਟਿਕਰੀ ਦੇ ਉੱਤੇ। ਦੂਜੇ ਪਾਸੇ ਜੇ ਸਿੰਘੂ, ਜਿੱਥੇ ਇਸ ਟਾਈਮ ਮੈਂ ਮੌਜੂਦ ਆਂਗਾ, ਅਸੀਂ ਲਗਾਤਾਰ ਦੋਵੇਂ ਪਾਸੇ ਜਾਣੇ ਰਹਿੰਦੇ ਆ, ਤਾਂ ਸਿੰਘੂ ਬੈਰੀਅਰ ਦੇ ਉੱਤੇ 10-12 ਕਿਲੋਮੀਟਰ ਦਾ ਜਾਮ ਲੱਗਿਆ ਹੋਇਆ ਤੇ ਲਗਾਤਾਰ ਲੋਕ ਆ ਰਹੇ ਨੇ। ਤਾਂ ਪਰ ਇੱਕ ਗੱਲ ਜਿਹੜੀ ਤੈਅ ਹੈਗੀ ਕਿ ਸੈਂਟਰ ਗਵਰਨਮੈਂਟ ਕਿਤੇ ਨਾ ਕਿਤੇ ਆਪਣੇ ਤਰੀਕੇ ਨਾਲ ਡੀਲ, ਜਿਵੇਂ ਅੱਜ ਤੁਸੀਂ ਉਹਨਾਂ ਦੀ ਰਣਨੀਤੀ ਦੇਖੋ, ਅੱਜ ਮੰਤਰੀਆਂ ਨੇ ਕਿਹਾ ਜੀ ਤੁਸੀਂ ਕਿਸਾਨ ਸਾਨੂੰ 5 ਮੈਂਬਰੀ ਕਮੇਟੀ ਬਣਾ ਕੇ ਦਿਓ, ਅਸੀਂ 5 ਮੈਂਬਰੀ ਕਮੇਟੀ ਨਾਲ ਗੱਲ ਕਰਾਂਗੇ। ਜਦੋਂ ਇਸ ਅੰਦੋਲਨ 'ਚ 30 ਜਥੇਬੰਦੀਆਂ ਸ਼ਾਮਲ ਨੇ, 19 ਕਿਸਾਨ ਜਥੇਬੰਦੀਆਂ ਹਰਿਆਣੇ ਦੀਆਂ ਸ਼ਾਮਲ ਨੇ, ਤਾਂ ਤੁਸੀਂ ਸਾਂਝੀ ਗੱਲ ਕਰੋ ਸਭ ਨਾਲ, ਬਿਲਕੁਲ ਉਹ ਸਭ ਦੇ ਸਾਹਮਣੇ ਕਰੋ। 5 ਬੰਦਿਆਂ ਨੂੰ ਮੈਨੇਜ ਕਰਨ ਦੀ, ਮਤਲਬ ਇੱਕ ਤਰ੍ਹਾਂ ਅੰਦੋਲਨ ਦੇ ਨੂੰ ਦੋਫਾੜ ਕਰਨ ਦੀ ਕੋਸ਼ਿਸ਼ ਸੈਂਟਰ ਗਵਰਨਮੈਂਟ ਕਰ ਰਹੀ ਹੈ। ਪਰ ਕਿਸਾਨ ਬੜੇ ਚੁਕੰਨੇ ਨੇ, ਖਬਰਾਂ ਇੱਥੋਂ ਤੱਕ ਆ ਰਹੀਆਂ ਨੇ ਕਿ ਕੋਈ ਨਾ ਕੋਈ ਸ਼ਰਾਰਤੀ ਤਾਕਤ ਆ ਕੇ ਗੜਬੜ ਕਰ ਸਕਦਾ। ਕਿਸਾਨ ਜਥੇਬੰਦੀਆਂ ਬੜੀਆਂ ਵਿਜੀਲੈਂਟ ਨੇ, ਉਹਨਾਂ ਨੇ ਇੱਕ ਟੀਮਾਂ ਬਣਾਈਆਂ ਹੋਈਆਂ ਨੇ, ਰਾਤ ਦਿਨ ਧਿਆਨ ਵੀ ਰੱਖਦੀਆਂ ਨੇ। ਪਰ ਫਿਰ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਸ਼ਰਾਰਤੀ ਅੰਸਰ ਨਹੀਂ ਹੈ। ਸ਼ਰਾਰਤੀ ਅੰਸਰ ਆਉਂਦੇ ਨੇ, ਜਾਂਦੇ ਨੇ, ਫੜਦੇ ਵੀ ਨੇ। ਇਹ ਬੀਤੀ ਰਾਤ ਕੋਈ 200 ਦੇ ਕਰੀਬ ਨੌਜਵਾਨ ਆਏ ਜਿਨ੍ਹਾਂ ਨੇ ਨਾਅਰੇਬਾਜ਼ੀ ਕੀਤੀ ਆ ਕਿ ਮੋਦੀ ਜਿੰਦਾਬਾਦ ਜਾਂ ਹੋਰ ਤਰ੍ਹਾਂ ਦੀ ਨਾਅਰੇਬਾਜ਼ੀ ਕੀਤੀ। ਉਹਨਾਂ ਦੇ ਉੱਤੇ ਵੀ ਕਿਸਾਨਾਂ ਨੇ ਧਿਆਨ ਰੱਖਿਆ, ਉਹਨਾਂ ਦੇ ਨਾਲ ਟਕਰਾਅ ਕੋਈ ਨਹੀਂ ਹੋਇਆ। ਉਹਨਾਂ ਨੂੰ ਭੇਜਿਆ ਗਿਆ ਕਿ ਤੁਸੀਂ ਇੱਥੇ ਇਸ ਤਰ੍ਹਾਂ ਦੀ ਨਾਅਰੇਬਾਜ਼ੀ ਨਾ ਕਰੋ। ਇੱਥੇ ਬਹੁਤ ਵੱਡੇ ਪੱਧਰ ਤੇ ਲੋਕ ਆਏ ਹੋਏ ਨੇ। ਪਰ ਇੱਕੋ ਗੱਲ ਜਿਹੜੀ ਅਸੀਂ ਬਾਰ-ਬਾਰ ਦੇਖ ਰਹੇ ਹਾਂ, ਬਾਰ-ਬਾਰ ਇਹ ਗੱਲ ਦੇਖ ਰਹੇ ਹਾਂ ਅਸੀਂ ਕਿ ਲਗਾਤਾਰ ਅੰਦੋਲਨ ਦੇ ਅੰਦਰ ਇੱਕ ਗੱਲ ਜਿਹੜੀ ਹੈ ਸਿੱਧੇ ਤੌਰ ਦੇ ਉੱਤੇ ਸਾਹਮਣੇ ਆ ਰਹੀ ਹੈ ਕਿ BJP ਦੀ ਗਵਰਨਮੈਂਟ ਇਸ ਅੰਦੋਲਨ ਨੂੰ ਅਜੇ ਤੱਕ ਵੀ ਜਿਸ ਤਰੀਕੇ ਨਾਲ ਲੈਣਾ ਚਾਹੀਦਾ ਗਾ, ਜਿਸ ਤਰੀਕੇ ਦੀ ਸੀਰੀਅਸਨੈਸ ਹੋਣੀ ਚਾਹੀਦੀ ਹੈ, ਉਹ ਸੀਰੀਅਸਨੈਸ ਕੇਂਦਰ ਸਰਕਾਰ ਦੀ ਨਜ਼ਰ ਨਹੀਂ ਆ ਰਹੀ। ਆਪਾਂ ਗਰਾਊਂਡ ਜ਼ੀਰੋ ਤੇ ਬੈਠੇ ਆ। ਅਸੀਂ ਮਤਲਬ ਮੈਂ ਆਪਣੇ ਐਕਸਪੀਰੀਅੰਸ ਦੱਸ ਸਕਦਾ ਕਿ ਕੋਈ ਵੀ ਜਿਹੜੇ ਬਣਾਏ ਜਾ ਰਹੇ ਜੀ ਅੱਤਵਾਦੀ ਨੇ, ਇਹ ਜੀ ਖਾਲਿਸਤਾਨੀ ਨੇ, ਇਹ ਜੀ ਫਲਾਣੇ ਨੇ, ਜੀ ਧੌਂਕੇ ਨੇ, ਜ਼ਿਆਦਾਤਰ ਦੇਖੋ ਐਲੀਮੈਂਟ ਹਰ ਤਰ੍ਹਾਂ ਦਾ ਹੁੰਦਾ ਅੰਦੋਲਨ। ਜੋ ਪੰਜਾਬ ਦੇ ਅੰਦਰ ਵੱਖ-ਵੱਖ ਵਿਚਾਰਧਾਰਾਵਾਂ ਨੇ, ਵੱਖ-ਵੱਖ ਰੰਗ ਨੇ, ਉਹ ਵੱਖ-ਵੱਖ ਰੰਗ ਇਸ ਅੰਦੋਲਨ 'ਚ ਵੀ ਹੋਣਗੇ। ਇੱਥੇ ਸਿੱਖ ਵੀ ਨੇ, ਮੁਸਲਮਾਨ ਵੀ ਨੇ,
ਹਿੰਦੂ ਭਾਈਚਾਰਾ ਵੀ ਹੈ। ਜਿਹੜੇ ਜਾਟ ਨੇ ਸਾਰੇ ਹਰਿਆਣੇ ਦੇ ਉਹ ਹਿੰਦੂ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ, ਉੱਤਰ ਪ੍ਰਦੇਸ਼ ਦੇ ਵੀ ਹਿੰਦੂ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ। ਤਾਂ ਉਹਦੇ ਵੱਖ-ਵੱਖ ਰੰਗ ਜ਼ਰੂਰ ਨੇ, ਪਰ ਟੋਟੈਲਿਟੀ ਦੇ ਅੰਦਰ ਸਭ ਦੀ ਇੱਕੋ ਹੀ ਮੰਗ ਹੈ ਕਿ ਅਸੀਂ ਕਿਸਾਨੀ ਦੇ ਲਈ ਆਏ ਹਾਂ। ਮਤਲਬ ਕੋਈ ਇਹ ਨਹੀਂ ਕਹਿ ਰਿਹਾ ਜੀ ਇੱਥੇ ਖਾਲਿਸਤਾਨ, ਮਤਲਬ ਉਹ ਬਾਅਦ ਦੀਆਂ ਗੱਲਾਂ ਹੋਣਗੀਆਂ, ਕਿਸੇ ਦਾ ਜੋ ਮਰਜ਼ੀ ਰਾਈਟ ਆ ਉਹ ਆਪਣੀ ਗੱਲ ਕਰ ਸਕਦਾ ਹੈ, ਪਰ ਮੋਟੀ ਗੱਲ ਇੱਥੇ ਕਿਸਾਨੀ ਦੀ ਹੋ ਰਹੀ ਹੈ। ਜਿਸ ਤਰੀਕੇ ਦੇ ਨਾਲ ਨੈਸ਼ਨਲ ਮੀਡੀਆ ਖਾਸ ਤੌਰ ਦੇ ਉੱਤੇ ਅਸੀਂ ਦੇਖ ਰਹੇ ਹਾਂ ਇਹਨੂੰ ਪੇਂਟ ਕਰ ਰਿਹਾ ਹੈਗਾ, ਨੈਸ਼ਨਲ ਮੀਡੀਆ ਜਿਸ ਤਰੀਕੇ ਨਾਲ ਇਸ ਅੰਦੋਲਨ ਨੂੰ ਕਹਿ ਰਿਹਾ ਹੈਗਾ ਜੀ ਅੱਤਵਾਦੀ ਆ ਗਏ, ਇਹ ਜੀ ਵੱਖਵਾਦੀ ਨੇ, ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਟੈਗ ਦਿੱਤੇ ਜਾ ਰਹੇ ਨੇ, ਉਹ ਬੜਾ ਸ਼ਰਮਨਾਕ ਹੈ। ਮੀਡੀਆ ਦਾ ਕੰਮ ਹੁੰਦਾ, ਦੇਖੋ ਜੇ ਤੁਸੀਂ ਵਾਕਈ ਜੇ ਤੁਹਾਨੂੰ ਲੱਗਦਾ ਹੈਗਾ ਕਿ ਇਹ ਮੂਵਮੈਂਟ ਅੱਤਵਾਦੀ ਹੈ, ਤੁਸੀਂ ਉਹਨੂੰ ਫੈਕਚੁਅਲੀ ਰਿਪੋਰਟ ਕਰੋ। ਅਸੀਂ ਮੀਡੀਆ 'ਚ ਰਹੇ ਹਾਂ, ਪਿਛਲੇ 15 ਸਾਲਾਂ 'ਚੋਂ ਕਵਰ ਕੀਤਾ ਹੈਗਾ, ਮੇਨ ਸਟ੍ਰੀਮ ਦੇ ਅੰਦਰ ਵੀ ਕੰਮ ਕੀਤਾ, ਤਾਂ ਸਬੂਤ ਹੋਣਾ ਚਾਹੀਦਾ। ਪੱਤਰਕਾਰੀ 'ਚ ਕੀ ਹੁੰਦਾ ਭਾਈ, ਤੁਹਾਨੂੰ ਲੱਗਦਾ ਹੈ ਟੈਰਰਿਸਟ ਨੇ, ਤੁਸੀਂ ਦਿਖਾ ਦਿਓ, ਇੱਥੇ ਕੋਈ ਹਥਿਆਰ ਦਿਖਾ ਦਿਓ, ਕੋਈ ਕੁਛ ਤਾਂ ਦਿਖਾਓ ਨਾ ਕਿ ਟੈਰਰ ਐਕਟੀਵਿਟੀ ਦਾ ਮਤਲਬ ਕੀ ਹੁੰਦਾ। ਟੈਰਰਿਸਟ ਦਾ ਤਾਂ ਕੋਈ ਧਰਮ ਨਹੀਂ ਹੁੰਦਾ, ਟੈਰਰਿਸਟ ਨੇ ਤਾਂ ਟੈਰਰ ਫੈਲਾਉਣਾ ਹੁੰਦਾ। ਤਾਂ ਕਿਹੜਾ ਇਹ ਟੈਰਰ ਫੈਲਾ ਰਹੇ ਨੇ, ਅਸੀਂ ਤਾਂ ਕਵਰ ਕਰ ਰਹੇ ਹਾਂ ਪਿਛਲੇ ਹਫ਼ਤੇ ਤੋਂ, 1 ਹਫ਼ਤਾ ਹੋ ਗਿਆ ਪੂਰਾ, ਦਿਨ ਰਾਤ ਲੱਗੇ ਹੋਏ ਆ। ਮੇਰੀ ਆਵਾਜ਼ ਵੀ ਤੁਸੀਂ ਦੇਖ ਰਹੇ ਹੋ ਕਿਉਂਕਿ ਲਗਾਤਾਰ ਬਿਲਕੁਲ ਯਾਦਵਿੰਦਰ, ਜਦੋਂ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ ਕੇਂਦਰੀ ਮੰਤਰੀਆਂ ਦੇ ਵੱਲੋਂ, ਤਾਂ ਉਦੋਂ ਕੀ ਅੱਤਵਾਦੀਆਂ ਨੂੰ ਸੱਦਾ ਦਿੱਤਾ ਗਿਆ ਸੀ, ਖਾਲਿਸਤਾਨੀਆਂ ਨੂੰ ਸੱਦਾ ਦਿੱਤਾ ਗਿਆ ਸੀ? ਉਦੋਂ ਸਰਕਾਰ ਨੇ ਨਹੀਂ ਸੋਚਿਆ? ਨਹੀਂ, ਦੇਖੋ ਬੜੀ ਇੰਟਰਸਟਿੰਗ ਗੱਲ ਇਹ ਆ, ਅੱਜ ਦੀ ਮੀਟਿੰਗ 'ਚ ਸਰਕਾਰ ਨੇ ਇਹ ਜੀ ਕੋਈ ਗੱਲ ਨਹੀਂ ਕਹੀ। ਗੱਲ ਤਾਂ ਕਿ ਮੀਡੀਆ ਦੇ ਅੰਦਰੋਂ ਕਿਉਂ ਏਜੰਡਾ ਚਲਵਾਇਆ ਜਾ ਰਿਹਾ। ਮੀਡੀਆ ਦਾ ਏਜੰਡਾ ਸਾਨੂੰ ਵੀ ਪਤਾ ਕਿਵੇਂ ਚੱਲਦਾ ਹੈਗਾ। ਅੱਜ ਮੰਤਰੀ ਸਾਹਮਣੇ ਬੈਠੇ ਸੀ, ਮੰਤਰੀ ਵੀ ਕਹਿੰਦੇ ਜਾਂ ਤਾਂ ਨਰਿੰਦਰ ਤੋਮਰ ਖੇਤੀਬਾੜੀ ਮੰਤਰੀ ਨੇ, ਉਹ ਕਹਿੰਦੇ ਕਿ ਭਾਈ ਤੁਸੀਂ ਅੱਤਵਾਦੀ ਹੋ, ਤੁਸੀਂ ਅੱਜ ਗੱਲਬਾਤ ਲਈ ਬੁਲਾ ਰਹੇ ਹੋ, ਪਹਿਲਾਂ ਵੀ ਬੁਲਾ ਰਹੇ ਹੋ, ਜੇ ਅੱਤਵਾਦੀ ਨੇ ਫਿਰ ਨਾ ਬੁਲਾਓ। ਤੇ ਇਸ ਕਰਕੇ ਮੀਡੀਆ ਦਾ ਜਿਹੜਾ ਹਿੱਸਾ ਤੁਹਾਨੂੰ ਵੀ ਪਤਾ ਉਹ ਕਿਵੇਂ ਪਲਾਂਟ ਕਰਦਾ, ਤੁਸੀਂ ਇੱਥੇ ਨੈਸ਼ਨਲ ਮੀਡੀਆ 'ਚ ਰਹੇ ਹੋ, ਸਾਰਾ ਦੇਖਦੇ ਰਹੇ ਹੋ ਸਾਰੀਆਂ ਚੀਜ਼ਾਂ ਨੂੰ ਸ਼ਹਿਰੀ, ਤਾਂ ਉਹ ਉਸ ਤਰੀਕੇ ਦੇ ਨਾਲ ਲਗਾਤਾਰ ਇੱਕ ਪਲਾਂਟ, ਖਬਰਾਂ ਪਲਾਂਟ ਹੁੰਦੀਆਂ ਨੇ। ਆਪਾਂ ਨੂੰ ਸਭ ਨੂੰ ਪਤਾ ਮੀਡੀਆ 'ਚ ਖਬਰਾਂ ਕਿਵੇਂ ਪਲਾਂਟ ਹੁੰਦੀਆਂ ਨੇ, ਬਹੁਤ ਨੇੜਿਓਂ ਦੇਖਿਆ ਸਾਰੇ ਸਿਸਟਮ ਨੂੰ ਅਸੀਂ। ਤੇ ਇਸ ਕਰਕੇ ਇਹ ਜਿਹੜੀ ਚੀਜ਼ ਆ ਗਈ ਇਹ ਬੜੀ ਸ਼ਰਮਨਾਕ ਆ, ਇਹ ਨਹੀਂ ਹੋਣਾ ਚਾਹੀਦਾ। ਕਿਸਾਨ ਆਪਣੇ ਹੱਕਾਂ ਲਈ ਅੰਦੋਲਨ ਕਰ ਰਹੇ ਨੇ, ਉਹਦੇ 'ਚ ਕੋਈ ਐਲੀਮੈਂਟ ਦੇਖੋ ਵੱਖ-ਵੱਖ, ਜਿਵੇਂ ਆਪਾਂ ਕਹਿੰਦੇ ਰੰਗ ਹੁੰਦੇ ਨੇ, ਪੰਜਾਬ ਦੇ ਵੱਖ-ਵੱਖ ਰੰਗ ਨੇ, ਉਹ ਰੰਗਾਂ 'ਚੋਂ ਕੋਈ ਆਪਣੀ ਗੱਲ ਠੀਕ ਹੈਗਾ, ਕਿਸੇ ਕੋਲੇ ਸੰਤ ਭਿੰਡਰਾਂ ਦੀ ਫੋਟੋ ਲੱਗੀ ਹੋ, ਕਿਸੇ ਕੋਲੇ ਕਾਮਰੇਡਾਂ ਦੀ ਲੱਗੀ ਹੋ, ਕਿਸੇ ਕੋਲੇ ਮੁਸਲਿਮ ਕਿਸੇ ਫਕੀਰ ਦੀ ਲੱਗੀ ਹੋ, ਪੀਰ ਦੀ, ਕਿਸੇ ਕੋਲੇ ਕ੍ਰਿਸਚੈਨਿਟੀ ਹੋ, ਕਿਸੇ ਕੋਲੇ ਕੁਛ ਹੋਵੇ, ਤਾਂ ਆਪਦੇ ਰੰਗ ਨੇ, ਧਰਮ ਨੇ, ਉਹਦੇ ਰੰਗ ਵੀ ਨੇ ਵੱਖ-ਵੱਖ, ਪਰ ਇਹ ਨਹੀਂਗਾ ਕਿ ਉਹ ਅੰਦੋਲਨ ਸਾਰੇ ਬੰਦੇ ਇਸ ਗੱਲ ਲਈ ਆਏ ਹੋਏ ਨੇ ਕਿ ਬਿੱਲ ਵਾਪਸ ਹੋਣ। ਉਹਨਾਂ ਦੀ ਇੱਕੋ ਮੰਗ ਆ, ਹੋਰ ਕੋਈ ਮੰਗ ਨਹੀਂ, ਹੋਰ ਕੋਈ ਇੱਥੇ ਕੋਈ ਗੱਲ ਨਹੀਂ ਕਰ ਰਿਹਾ ਹੈਗਾ ਕਿ ਇੱਥੋਂ ਅਸੀਂ ਆਹ ਬਣਾ ਕੇ ਤੋਂ ਨਾ ਕਰਨਾ। ਉਹ ਉਹਨਾਂ ਦੇ ਵਿਚਾਰ ਹੋ ਸਕਦੇ ਨੇ, ਪਰ ਮੋਟੇ ਤੌਰ ਤੇ ਸਾਰੇ ਲੋਕ ਅੰਦੋਲਨ ਦੇ ਲਈ, ਕਿਸਾਨ ਅੰਦੋਲਨ ਲਈ ਜੁੜੇ ਹੋਏ ਨੇ। ਯਾਦਵਿੰਦਰ, ਤੁਸੀਂ ਲਗਾਤਾਰ ਉਸ ਅੰਦੋਲਨ ਨੂੰ ਦੇਖ ਰਹੇ ਹੋ, ਹੁਣ ਕੀ ਲੱਗਦਾ ਹੈ ਅਗਲੀ ਰਣਨੀਤੀ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਦੇਖਣ ਨੂੰ ਮਿਲ ਸਕਦਾ ਕਿ ਦਿੱਲੀ ਦੇ ਅੰਦਰ ਹੁਣ ਜਿਹੜੇ ਨੇ ਕਿਸਾਨ ਕੂਚ ਕਰਨਗੇ, ਕਿਉਂਕਿ ਬਹੁਤ ਸਾਰੇ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ, ਫਿਰੋਜ਼ਪੁਰ ਤੋਂ ਟਰਾਲੀਆਂ ਭਰ ਕੇ ਆ ਰਹੀਆਂ ਨੇ, ਹੋਰ ਅਲੱਗ-ਅਲੱਗ ਜਿਹੜੇ ਸ਼ਹਿਰਾਂ ਦੇ ਉੱਤੋਂ ਨੇ ਲੋਕ ਇਕੱਠੇ ਹੋ ਰਹੇ ਨੇ ਕਿਸਾਨਾਂ ਨੂੰ ਸਮਰਥਨ ਦੇਣ ਦੇ ਲਈ। ਹੁਣ ਲੱਗਦਾ ਹੈ ਕਿ ਜੰਤਰ ਮੰਤਰ, ਕਿਉਂਕਿ ਹਮੇਸ਼ਾ ਅਸੀਂ ਸਾਰਿਆਂ ਨੇ ਦੇਖਿਆ ਕਿ ਜੰਤਰ ਮੰਤਰ ਜਿਹੜਾ ਹੈ ਉਹ ਵੀ ਇੱਕ ਅੰਦੋਲਨ ਦਾ ਬਹੁਤ ਵੱਡਾ ਜਿਹੜਾ ਮੈਦਾਨ ਬਣਿਆ ਰਿਹਾ ਹੈ, ਸੋ ਲੱਗਦਾ ਹੈ ਕਿ ਹੁਣ ਕਿਸਾਨ ਅੰਦਰ ਕੂਚ ਕਰਕੇ ਜੰਤਰ ਮੰਤਰ ਵੱਲ ਜਾਣਗੇ। ਦੇਖੋ ਜੰਤਰ ਮੰਤਰ ਅਸਲ 'ਚ ਇਹਨਾਂ ਦੀ ਪਾਲਿਸੀ ਹੈ ਜਿਹੜੀ ਕਿਸਾਨਾਂ ਦੀ, ਜੋ ਅਸੀਂ ਨੇੜੋਂ ਦੇਖਿਆ 30 ਜਥੇਬੰਦੀਆਂ ਨੂੰ, ਜਾਂ ਹਰਿਆਣੇ ਦੀਆਂ 19 ਜਥੇਬੰਦੀਆਂ ਨੂੰ, ਜਾਂ ਰਾਜਸਥਾਨ ਦੇ ਕਿਸਾਨ ਆ ਰਹੇ ਨੇ, ਉਹਨਾਂ ਦਾ ਮੋਟੇ ਤੌਰ ਦੇ ਉੱਤੇ ਅੰਡਰਸਟੈਂਡਿੰਗ ਸ਼ਹਿਰੀ ਇਹ ਹੈ ਕਿ ਅਸੀਂ ਦਿੱਲੀ ਨੂੰ ਘੇਰਨਾ, ਦਿੱਲੀ 'ਚ ਵੜਨਾ ਨਹੀਂ ਆ। ਜੇ ਅਸੀਂ ਦਿੱਲੀ 'ਚ ਵੜ ਜਾਵਾਂਗੇ, ਜਿਵੇਂ ਉਹਨਾਂ ਨੇ ਤਾਂ ਖੁਦ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਬਰਾੜੀ 'ਚ ਬੈਠ ਜਾਓ, ਫਿਰ ਕਿਹਾ ਕਿ ਤੁਸੀਂ ਰਾਮਲੀਲਾ ਮੈਦਾਨ ਬੈਠ ਜਾਓ। ਕਿਸਾਨ ਕਹਿ ਰਹੇ ਨਹੀਂ, ਉੱਥੇ ਅਸੀਂ ਨਹੀਂ ਬੈਠਣਾ, ਅਸੀਂ ਇੱਕ ਥਾਂ ਤੇ ਨਹੀਂ ਬੈਠਣਾ, ਅਸੀਂ ਦਿੱਲੀ ਨੂੰ ਚਾਰੇ ਚੁਫੇਰਿਓਂ ਜਾਮ ਕਰਨਾ। ਤਾਂ ਦਿੱਲੀ ਨੂੰ ਜਾਮ ਕਰਨ ਦੀ ਜਿਹੜੀ ਪਲੈਨਿੰਗ ਆ ਕਿਸਾਨਾਂ ਦੀ ਇਹ ਆ, ਇਹਦਾ ਮਤਲਬ ਇਹ ਹੈ ਕਿ ਪ੍ਰੈਸ਼ਰ ਬਿਲਡ ਕਰਨਾ, ਸ਼ਾਂਤਮਈ ਤਰੀਕੇ ਦੇ ਨਾਲ ਇੱਕ ਪ੍ਰੈਸ਼ਰ ਬਿਲਡ ਕਰੋ ਸੈਂਟਰ ਗਵਰਨਮੈਂਟ ਦੇ ਉੱਤੇ। ਔਰ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਇਹ ਗੱਲ ਕਹਿ ਰਿਹਾਗਾ, ਕਿਉਂਕਿ ਮੈਂ ਨਿੱਜੀ ਤੌਰ ਦੇ ਉੱਤੇ ਲਗਾਤਾਰ ਕਵਰ ਕਰ ਰਿਹਾ ਇਸ ਅੰਦੋਲਨ ਨੂੰ, ਅੱਜ ਦਾ ਨਹੀਂ ਪਿਛਲੇ 15 ਦਿਨਾਂ ਤੋਂ ਲਗਾਤਾਰ ਮਾਲਵੇ ਦੇ ਅੰਦਰ ਵੀ, ਦੁਆਬੇ ਦੇ ਅੰਦਰ ਵੀ, ਔਰ ਲਗਾਤਾਰ ਦਿੱਲੀ ਆਉਣ ਤੱਕ ਅਸੀਂ ਲਗਾਤਾਰ ਨਾਲ ਹੀ ਆਏ ਕਿਸਾਨਾਂ ਦੇ। ਅੱਜ ਵੀ ਮੀਟਿੰਗ ਜਦੋਂ ਗਏ ਨੇ ਬੱਸ 'ਚ ਵੀ ਨਾਲ ਸੀਗੇ। ਤਾਂ ਕਿਸਾਨਾਂ ਦਾ ਸਿੱਧੇ ਤੌਰ ਦੇ ਉੱਤੇ ਇੱਕੋ ਹੀ ਤਰੀਕਾ ਹੈਗਾ ਕਿ ਦਬਾਅ ਕਿਵੇਂ ਬਣਾਇਆ ਜਾਵੇ, ਸ਼ਾਂਤਮਈ ਤਰੀਕੇ ਨਾਲ ਬਣਾਇਆ ਜਾਵੇ। ਤਾਂ ਉਹ ਦਬਾਅ ਲਈ ਕਿਸਾਨ ਲਗਾਤਾਰ ਜੁਟੇ ਹੋਏ ਨੇ, ਉਹ ਆਪਣੀ ਲਗਾਤਾਰ ਕਰ ਰਹੇ ਨੇ ਕਿ ਸਿੱਧੇ ਤੌਰ ਦੇ ਉੱਤੇ ਇੱਕ ਪ੍ਰੈਸ਼ਰ ਬਿਲਡ ਕੀਤਾ ਜਾਵੇ, ਦਿੱਲੀ ਨੂੰ ਆਲੇ ਦੁਆਲੇ ਜਾਮ ਕੀਤਾ ਜਾਵੇ, ਤਾਂ ਕਿ ਸੈਂਟਰ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਬਿਲਡ ਹੋਵੇ। ਜੀ ਯਾਦਵਿੰਦਰ, 3 ਦਸੰਬਰ ਦੀ ਮੀਟਿੰਗ ਦੇ ਵਿੱਚ ਕੋਈ ਉਮੀਦ ਲਗਾਈ ਜਾ ਸਕਦੀ ਹੈ ਕੋਈ ਹੱਲ ਨਿਕਲਣ ਦੀ? ਦੇਖੋ ਮੈਨੂੰ ਤਾਂ ਔਖਾ ਲੱਗਦਾ, ਮਤਲਬ ਮੈਂ ਆਪਣੇ ਤਜਰਬੇ ਚੋਂ ਜਾਂ ਜੋ ਹੋ ਰਿਹਾ, ਜੋ ਮੈਂ ਰੀਡ ਕਰ ਰਿਹਾ ਹੈਗਾ ਇੱਕ ਪੱਤਰਕਾਰ ਦੇ ਤੌਰ ਤੇ, ਮੈਨੂੰ ਨਹੀਂ ਲੱਗਦਾ ਤੈਨੂੰ ਕੋਈ ਹੱਲ ਨਿਕਲੇਗਾ।
ਜੀ ਕਿਉਂਕਿ ਜਿਸ ਤੇ ਜੋ ਅੱਜ ਦਾ ਜੋ ਐਟੀਟਿਊਡ ਸੀਗਾ ਸੈਂਟਰ ਗਵਰਨਮੈਂਟ ਦਾ, ਉਹਦੇ ਚੋਂ ਬਿਲਕੁਲ ਨਹੀਂ ਲੱਗ ਰਿਹਾ ਕਿ 3 ਤਰੀਕ ਨੂੰ ਵੀ ਕੋਈ ਹੱਲ ਨਿਕਲੇਗਾ। 3 ਤਰੀਕ ਨੂੰ ਬਹੁਤ ਮੁਸ਼ਕਲ ਹੈ ਕੋਈ ਹੱਲ ਨਿਕਲਣਾ, ਪਰ ਕੋਸ਼ਿਸ਼ ਹੋਣੀ ਚਾਹੀਦੀ ਹੈਗੀ। ਅਸੀਂ ਤਾਂ ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ ਕਿ ਜਿਹੜੇ ਵੀ ਲੋਕ ਵਿਚਾਰੇ ਆਏ ਹੋਏ ਨੇ, 80-80 ਸਾਲ ਦੀਆਂ ਬੀਬੀਆਂ ਆਈਆਂ ਹੋਈਆਂ ਨੇ, ਸਾਡੀਆਂ ਬੇਬੀਆਂ ਆਈਆਂ ਹੋਈਆਂ ਨੇ, ਸਾਡੇ ਬਾਪੂ ਆਏ ਹੋਏ ਨੇ, ਇੱਥੇ ਸਾਰਾ ਪੰਜਾਬ ਬੈਠਾ ਗਾ। 90 ਸਾਲ ਦੀ ਉਮਰ ਤੋਂ ਲੈ ਕੇ 15 ਸਾਲ ਦੇ ਬੱਚੇ, ਛੋਟੇ ਛੋਟੇ 5-5-7 ਸਾਲ ਦੇ ਮਾਪਿਆਂ ਨਾਲ ਬੱਚੇ ਵੀ ਆਏ ਹੋਏ ਨੇ। ਤਾਂ ਕੋਈ ਸ਼ੌਂਕ ਨੂੰ ਨਹੀਂ ਆਏ ਹੋਏ, ਮਜਬੂਰੀ ਚ ਆਏ ਹੋਏ ਨੇ। ਸਿਰਫ ਇਹ ਕਹਿ ਰਹੇ ਨੇ ਬਿੱਲ ਵਾਪਸ ਲੈ ਲਓ, ਅਸੀਂ ਆਪਣੇ ਪਿੰਡਾਂ ਨੂੰ ਵਾਪਸ ਚਲੇ ਜਾਵਾਂਗੇ। ਅਸੀਂ ਉਮੀਦ ਕਰਦੇ ਹਾਂ ਹੋਵੇ, ਪਰ ਮੁਸ਼ਕਲ ਲੱਗਦਾ ਕਿ 3 ਤਰੀਕ ਨੂੰ ਕੋਈ ਹੱਲ ਨਿਕਲੇਗਾ। ਤੇ ਫਿਰ ਕਿਸਾਨ ਅੱਗੇ ਕੀ ਕਰ ਰਹੇ ਨੇ ਯਾਦਵਿੰਦਰ, ਕੀ ਰਣਨੀਤੀ ਹੈ ਹੁਣ ਅੱਗੇ, ਕੀ ਕਰਨਗੇ ਉਹ? ਰਣਨੀਤੀ ਤੇ ਇਹੀ ਹੈ, ਬਸ ਰਣਨੀਤੀ ਤਾਂ ਬੇਸਿਕਲੀ ਉਹਨਾਂ ਦਾ ਹੈ ਕਿ ਪ੍ਰੈਸ਼ਰ ਬਿਲਡ ਕਰਨਾ। ਉਹਦੇ ਲਈ ਉਹਨਾਂ ਦੀ ਵੱਖ-ਵੱਖ ਤਰ੍ਹਾਂ ਦੀ ਰਣਨੀਤੀ ਹੈ। ਉਹਦੇ ਚ ਪੰਜਾਬ ਚ ਵੀ ਐਜੀਟੇਸ਼ਨ ਕਰ ਰਹੇ ਨੇ ਉਹ, ਉਹਦੇ ਚ ਉਹ ਵੱਖ-ਵੱਖ ਜਥੇ ਹੋਰ ਬੁਲਾ ਰਹੇ ਨੇ, ਇਕੱਠ ਹੋਰ ਕਰ ਰਹੇ ਨੇ, ਬਾਰਡਰ ਘੇਰ ਰਹੇ ਨੇ। ਉਹੀ ਰਣਨੀਤੀ ਕਿ ਦਿੱਲੀ ਦੇ ਉੱਤੇ ਪ੍ਰੈਸ਼ਰ ਕਿਵੇਂ ਬਿਲਡ ਕੀਤਾ ਜਾਵੇ, ਦਿੱਲੀ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਕਿਵੇਂ ਬਿਲਡ ਕੀਤਾ ਜਾਵੇ। ਬਿਲਕੁਲ ਯਾਦਵਿੰਦਰ, ਬਹੁਤ ਬਹੁਤ ਸ਼ੁਕਰੀਆ ਜੀ ਜਾਣਕਾਰੀ ਦੇਣ ਦੇ ਲਈ। ਲਗਾਤਾਰ ਉੱਥੇ ਜੁੜੇ ਹੋਏ ਹੋ, ਬਹੁਤ ਬਹੁਤ ਥੈਂਕ ਯੂ ਜੀ। ਧੰਨਵਾਦ ਜੀ। ਸੋ ਯਾਦਵਿੰਦਰ ਕਰਫਿਊ ਦੇ ਨਾਲ ਅਸੀਂ ਗੱਲਬਾਤ ਕੀਤੀ। ਉਹਨਾਂ ਨੇ ਉੱਥੋਂ ਦਾ ਜਿਹੜਾ ਹਾਲ ਹੈ, ਉਹ ਜੋ ਅੱਖੀ ਉਹ ਦੇਖ ਰਹੇ ਨੇ, ਉਹ ਉਹਨਾਂ ਨੇ ਸਾਰੀ ਜਿਹੜੀ ਤਸਵੀਰ ਹੈ ਉਹ ਬਿਆਨ ਕੀਤੀ ਹੈ। ਰਾਜੇਸ਼ ਗਿੱਲ ਜੀ, ਤੁਸੀਂ ਵੀ ਸਾਰੀ ਗੱਲਬਾਤ ਸੁਣ ਲਈ ਹੈ। ਰਣਨੀਤੀ ਦੇਖੋ, ਕਹਿੰਦੇ ਨੇ ਕਿ ਅਕੋਰਡਿੰਗ ਟੂ ਸਿਚੁਏਸ਼ਨ ਜਿਹੜੀ ਹੈ ਕਿਸਾਨ ਘੜ ਰਹੇ ਨੇ। ਹਜੇ ਤੱਕ ਸਿਰਫ ਰਣਨੀਤੀ ਅਗਲੀ ਇਹੀ ਹੈ ਕਿ ਜਿਹੜਾ ਪ੍ਰੈਸ਼ਰ ਹੈ ਉਹ ਬਿਲਡਅਪ ਜਿੰਨਾ ਹੋ ਸਕਦਾ ਹੈ ਉਹ ਸਰਕਾਰ ਦੇ ਉੱਤੇ ਕੀਤਾ ਜਾਏ। ਲੱਗਦਾ ਹੈ ਕਿ ਦਬਾਅ ਜਿੰਨਾ ਹੁਣ ਬਣਾਇਆ ਜਾ ਰਿਹਾ ਹੈ ਸਰਕਾਰ ਦੇ ਉੱਤੇ, ਤੇ ਕਿਤੇ ਨਾ ਕਿਤੇ ਇਹ ਦਬਾਅ ਬਣਾਉਣਾ ਸਰਕਾਰ ਚੁੱਕ ਸਕਦੀ ਹੈ। ਤੁਹਾਡਾ ਆਪਣਾ ਐਕਸਪੀਰੀਅੰਸ ਕੀ ਕਹਿੰਦਾ? ਦੇਖੋ, ਬਿਲਕੁਲ ਇਸ ਅੰਦੋਲਨ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ 2 ਮਹੀਨੇ ਤੋਂ ਵੱਧ ਸਮਾਂ ਹੋ ਗਿਆ, ਇਸ ਨੂੰ ਜਿਹੜਾ ਆਵਾਜ਼ ਕੀਤਾ ਜਾ ਰਿਹਾ, ਦੇਖਿਆ ਜਾ ਰਿਹਾ। ਔਰ ਜ਼ਾਹਿਰ ਤੌਰ ਤੇ ਬੜਾ ਵੱਡਾ ਅੰਦੋਲਨ ਇਸ ਵੇਲੇ ਬਣ ਚੁੱਕਾ ਹੈ, ਮਿਸਾਲੀ ਅੰਦੋਲਨ ਬਣ ਚੁੱਕਾ ਹੈ। ਦੇਖੋ, ਪ੍ਰੈਸ਼ਰ ਦੀ ਜੇ ਗੱਲ ਕਰੀਏ, ਕਿਸਾਨ ਤਾਂ ਆਪਣੇ ਤੌਰ ਤੇ ਪ੍ਰੈਸ਼ਰ ਬਣਾ ਰਹੇ ਹਨ, ਔਰ ਪ੍ਰੈਸ਼ਰ ਲਗਾਤਾਰ ਇੱਕ ਸ਼ਿਕੰਜੇ ਵਾਂਗੂ ਪ੍ਰੈਸ਼ਰ ਨਜ਼ਰ ਆ ਰਿਹਾ ਹੈ, ਜਿਸ ਢੰਗ ਨਾਲ ਬਾਰਡਰ ਨੂੰ ਸੀਲ ਕੀਤਾ ਜਾ ਰਿਹਾ ਹੈ। ਪਰ ਉਸਦੇ ਨਾਲ ਨਾਲ ਤੁਸੀਂ ਇਹ ਦੇਖੋ ਕਿ ਬਾਹਰਲੇ ਮੁਲਕਾਂ ਤੋਂ ਕਿਵੇਂ ਇਸ ਦੇ ਜਿਹੜੇ ਪ੍ਰਤੀਕਰਮ ਸਾਹਮਣੇ ਆ ਰਹੇ, ਉੱਥੋਂ ਦਬਾਅ ਕਿੱਥੇ ਟਰੂਡੋ ਨੇ ਕਹਿ ਦਿੱਤਾ, ਹਿਲੇਰੀ ਕਲਿੰਟਨ ਨੇ ਕਹਿ ਦਿੱਤਾ, ਐਡਾ ਵੱਡਾ ਪ੍ਰੈਸ਼ਰ ਬਣ ਗਿਆ। ਔਰ ਇੱਕ ਜਦੋਂ ਆਲਮੀ ਤੌਰ ਤੇ ਇੱਕ ਪ੍ਰੈਸ਼ਰ ਬਣਨਾ ਸ਼ੁਰੂ ਹੋ ਜਾਂਦਾ, ਉਸ ਦਾ ਬਹੁਤ ਵੱਡਾ ਅਸਰ ਵੇਖਣ ਨੂੰ ਮਿਲਦਾ ਹੈ। ਜੇ ਮੀਟਿੰਗ 3 ਤਰੀਕ ਤੋਂ 1 ਤਰੀਕ ਤੇ ਹੋ ਸਕਦੀ ਹੈ, ਜ਼ਾਹਿਰ ਤੌਰ ਤੇ ਇੱਕ ਵੱਡਾ ਪ੍ਰੈਸ਼ਰ ਬਣਿਆ ਹੈ ਕਿਸਾਨਾਂ ਵੱਲੋਂ, ਤਾਂ ਤਾਦੀ ਹੋਈ ਹੈ। ਹੁਣ ਯਾਦਵਿੰਦਰ ਜਿਹੜੀ ਗੱਲ ਕਰ ਰਿਹਾ ਸੀ, ਉੱਥੇ ਬੜੀਆਂ ਫਿਰਕਾ ਪ੍ਰਸਤੀ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਹਨ, ਜਿਹੜੇ ਇੱਕ ਮੀਡੀਆ ਵੱਲੋਂ ਜਿਹੜੀਆਂ ਪਲਾਂਟ ਕੀਤੀਆਂ ਜਾ ਰਹੀਆਂ ਹਨ, ਉਹ ਸਾਰੇ ਅਸੀਂ ਸਮਝਦੇ ਹਾਂ। ਯਾਦਵਿੰਦਰ ਵੀ ਉਹ ਗੱਲ ਕਰ ਰਿਹਾ ਸੀਗਾ। ਉਹ ਚੀਜ਼ਾਂ ਜਿਹੜੀਆਂ ਹਨ, ਉਧਰ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਮ ਲੋਕਾਂ ਦਾ ਧਿਆਨ ਜਿਹੜਾ ਦੂਜੇ ਪਾਸੇ ਜਾਏ। ਜਿਹੜੀਆਂ ਬਿਲਕੁਲ ਇੱਕ ਕਹਿ ਸਕਦੇ ਹਾਂ ਕਿ ਜਿਹੜਾ ਤੂੜੀ ਦਾ ਢੇਰ ਹੁੰਦਾ, ਉਹ ਸੂਈ ਲੱਭਣ ਵਾਲੀ ਜਿਹੜੀ ਗੱਲ ਹੈ ਨਾ, ਉਹ ਗੱਲ ਹੈ ਜਿਹੜੀ ਖਾਲਿਸਤਾਨ ਦੀ ਗੱਲ ਕਰ ਰਹੇ ਆ, ਜਾਂ ਕੁਛ ਜੇ ਕਿਸੇ ਕੋਲ ਕੋਈ ਫੋਟੋ ਹੈ ਜਾਂ ਕੁਛ ਅਜਿਹੀਆਂ ਚੀਜ਼ਾਂ ਦੀਆਂ ਉਧਰ ਧਿਆਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਲੋਕਾਂ ਦਾ ਧਿਆਨ ਮੇਨ ਮੁੱਦੇ ਤੋਂ ਹਟੇ। ਪਰ ਉਹ ਵਟਣ ਵਾਲਾ ਨਹੀਂ ਹੈ, ਉਹ ਬਿਲਕੁਲ ਉਸਦਾ ਕੋਈ ਅਸਰ ਲੋਕਾਂ ਤੇ ਨਜ਼ਰ ਨਹੀਂ ਆ ਰਿਹਾ। ਸਿਰਫ ਇੱਕ ਜਿਹੜੀ ਪਾਰਟਿਕੂਲਰ ਪਾਰਟੀ ਹੈ ਉਹ ਇਸ ਨੂੰ ਪ੍ਰਚਾਰਿਆ ਜਾ ਰਿਹਾ, ਜਾਂ ਕੁਝ ਮੀਡੀਆ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ। ਜਿਹੜੇ ਲੀਡਰ ਹਨ ਉਹ ਬਿਲਕੁਲ ਲੀਡਰ ਸਮਝਦੇ। ਤੁਹਾਡਾ ਸਵਾਲ ਬਹੁਤ ਵਧੀਆ ਸੀ ਕਿ ਜਿਹੜੇ ਉੱਥੇ ਹੁਣ ਕਿਸਾਨਾਂ ਨੂੰ ਮੀਟਿੰਗ 'ਚ ਸੱਦਿਆ ਗਿਆ ਸੀ ਜਾਂ ਅੱਤਵਾਦੀਆਂ ਨੂੰ ਮੀਟਿੰਗ 'ਚ ਸੱਦਿਆ ਗਿਆ ਸੀ, ਬਹੁਤ ਵਾਜਿਬ ਸਵਾਲ ਸੀ। ਔਰ ਜ਼ਾਹਿਰ ਤੌਰ ਤੇ ਮੀਟਿੰਗ ਜਦੋਂ ਸੱਦੀ ਗਈ, ਹੁਣ ਸ਼ੁਰੂ ਦੇ ਵਿੱਚ ਮੈਂ ਜਿਹੜੀ ਗੱਲ ਕਹੀ ਕਿ ਇਸ ਮੀਟਿੰਗ ਨੂੰ ਪੂਰੀ ਤਰ੍ਹਾਂ ਬੇਸਿੱਟਾ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਦੋਂ ਕਿਸਾਨਾਂ ਨਾਲ ਗੱਲ ਸ਼ੁਰੂ ਹੋਈ, ਕਿਸਾਨਾਂ ਨੂੰ ਇਹ ਗੱਲ ਕਹੀ ਗਈ ਕਿ ਤੁਸੀਂ ਜੋ ਕਹੋ ਅਸੀਂ ਕਰਨ ਨੂੰ ਤਿਆਰ ਆ, ਪਰ ਬਸ਼ਰਤੇ ਕਿ ਤੁਸੀਂ ਆਪਣੇ ਮੀਟਿੰਗ ਦਾ ਜਿਹੜੇ ਬੰਦੇ 30-31 ਬੰਦੇ ਆ, ਉਹਦੀ ਜਗ੍ਹਾ ਤੁਸੀਂ 5 ਮੈਂਬਰੀ ਕਮੇਟੀ ਬਣਾ ਲਓ। ਤੁਸੀਂ ਜੋ ਕਹੋ ਅਸੀਂ ਕਰ ਦਾਂਗੇ, ਜੋ ਸੋਧ ਕਰਨ। ਹੁਣ ਦੇਖੋ, ਇੱਥੋਂ ਤੱਕ ਤੇ ਗੱਲ ਤੁਰ ਪਈ, ਇੱਥੋਂ ਤੱਕ ਤੇ ਗੱਲ ਆ ਗਈ ਕਿ ਉਹ ਸੋਧ ਕਰਨ ਨੂੰ ਤਿਆਰ ਹੋ ਗਏ ਨੇ, ਕਿ ਸੋਧ ਕਰ ਦੇਣਗੇ ਕਿਸੇ ਨਾ ਕਿਸੇ ਤਰੀਕੇ ਦੀ। ਹਾਲਾਂਕਿ ਜਿਹੜਾ ਪਹਿਲੋਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੀ, ਉਹ ਤੋਂ ਲੱਗ ਰਿਹਾ ਸੀਗਾ ਜੀ ਇਹ ਪ੍ਰਧਾਨ ਮੰਤਰੀ ਹੋਣੀ ਫਿਰ ਉਹੀ ਗੱਲ ਕਰ ਰਹੇ ਨੇ, ਔਰ ਉਹੀ ਗੱਲਾਂ ਦਿਮਾਗ ਦੇ ਵਿੱਚ ਲੋਕਾਂ ਦੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮੀਟਿੰਗ ਤੋਂ ਪਹਿਲਾਂ ਜਿਹੜੀ ਗੱਲ ਹੁੰਦੀ ਹੈ ਕਿ ਮੀਟਿੰਗ ਤੋਂ ਪਹਿਲਾਂ ਇਹ ਗੱਲਾਂ ਕਰਕੇ ਤੇ ਉਸਨੂੰ ਖਤਮ ਕੀਤਾ ਜਾਵੇ, ਔਰ ਲੋਕਾਂ ਦੇ ਇੱਕ ਮੈਂਟਲੀ ਪ੍ਰੈਸ਼ਰ ਬਣਾਇਆ ਜਾਏ। ਬਿਲਕੁਲ ਰਾਜੇਸ਼ ਜੀ, ਇਸੇ ਲਈ ਲਗਾਤਾਰ ਜੀ ਬਿਲਕੁਲ ਇਸੇ ਲਈ ਰਾਜੇਸ਼ ਜੀ ਲਗਾਤਾਰ ਕਿਸਾਨ ਵੀ ਇਹੀ ਗੱਲ ਕਹਿ ਰਹੇ ਨੇ ਕਿ ਬਾਰ-ਬਾਰ ਸਾਨੂੰ ਤੋੜਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਮੀਟਿੰਗਾਂ ਰੀਕਾਲ ਕੀਤੀਆਂ ਜਾ ਰਹੀਆਂ ਨੇ, ਬਾਰ-ਬਾਰ ਮੀਟਿੰਗਾਂ ਹੀ ਸਿਰਫ ਕੀਤੇ ਜਾ ਰਹੇ ਨੇ, ਜਦਕਿ ਕਿਸਾਨ ਬਾਰ-ਬਾਰ ਕਹਿ ਚੁੱਕੇ ਨੇ ਕਿ ਹੁਣ ਮੀਟਿੰਗ ਨਹੀਂ, ਹੁਣ ਫੈਸਲਾ ਕਰੋ। ਮੀਟਿੰਗਾਂ ਬਹੁਤ ਹੋ ਚੁੱਕੀਆਂ ਨੇ, ਫਿਰ ਵੀ ਜਥੇਬੰਦੀਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੂੰ ਕਿਹਾ ਜਾ ਰਿਹਾ ਕਿ ਇੰਨੇ ਬੰਦੇ ਪਹੁੰਚੋ, ਇੰਨੇ ਬੰਦੇ ਪਹੁੰਚੋ।
ਗਨੀਮਤ ਇਹ ਹੈ ਕਿ ਹਜੇ ਤੱਕ ਜਿਹੜੀ ਕਿਸਾਨ ਜਥੇਬੰਦੀਆਂ ਉਹਨਾਂ ਦੇ ਵਿੱਚ ਯੂਨਿਟੀ ਜਿਹੜੀ ਹੈ ਦੇਖਣ ਨੂੰ ਮਿਲ ਹੀ ਰਹੀ ਹੈ। ਕੁਝ ਇੱਕਾ ਦੁੱਕਾ ਜ਼ਰੂਰ ਕਹਿ ਸਕਦੇ ਹਾਂ, ਦੋ ਫਾੜ ਦਿਖਾਈ ਦੇ ਰਹੇ ਨੇ, ਕੁਝ ਧੜੇਬੰਦੀ ਥੋੜੀ ਬਹੁਤ ਜ਼ਰੂਰ ਦਿਖਾਈ ਦੇ ਰਹੀ ਹੈ। ਪਰ ਅਜਿਹੇ ਦੇ ਵਿੱਚ ਉਹ ਵੀ ਇਹ ਕਹਿ ਰਹੇ ਨੇ ਕਿ ਸਰਕਾਰ ਦੀ ਜਿਹੜੀ ਕੋਸ਼ਿਸ਼ ਹੈ ਉਹ ਬਾਰ-ਬਾਰ ਮੀਟਿੰਗਾਂ ਕਾਲ ਕਰਕੇ ਸਾਨੂੰ ਇੱਥੇ ਖਪਾਉਣ ਦੀ ਹੈ ਕਿ ਅਸੀਂ ਇੰਨਾ ਕੁ ਥੱਕ ਜਾਈਏ ਕਿ ਥੱਕ ਕੇ ਜਿਹੜਾ ਕਹਿੰਦੇ ਨਾ ਕਿ ਬਾਅਦ ਦੇ ਵਿੱਚ ਹਰ ਅੰਦੋਲਨ ਨੂੰ ਤੋੜ ਦੇਣਾ ਹੁੰਦਾ ਹੈ ਥਕਾਨ ਤੋਂ ਬਾਅਦ। ਸੋ ਇੱਕ ਇਹ ਸਟ੍ਰੈਟਜੀ ਦੇ ਉੱਤੇ ਜਿਹੜੀ ਹੈ ਕੇਂਦਰ ਸਰਕਾਰ ਕੰਮ ਕਰ ਰਹੀ ਹੈ। ਦੇਖੋ, ਕਿਸਾਨ ਨਾ ਅੱਕਣ ਵਾਲੇ ਆ ਨਾ ਥੱਕਣ ਵਾਲੇ ਆ, ਇਹ ਤਾਂ ਗੱਲ ਜ਼ਾਹਿਰ ਹੈ। ਬਿਲਕੁਲ, ਉਹਨਾਂ ਨੇ ਕਿਸਾਨ ਜਿਹੜੇ ਹਨ ਉਹ ਪਹਿਲਾਂ ਹੀ ਲੈ ਕੇ ਚੱਲੇ ਹਨ ਕਿ ਇਹ ਲੰਬਾ ਇੱਕ ਸੰਘਰਸ਼ ਹੈ ਔਰ ਲੰਬੇ ਸੰਘਰਸ਼ ਨੂੰ ਲੈ ਕੇ ਤੁਰੇ ਹਨ ਔਰ ਉਸੇ ਤਰੀਕੇ ਨਾਲ ਉਹਨਾਂ ਨੇ ਰਸਦ ਵੀ ਤਿਆਰ ਕੀਤੀ, ਉਸੇ ਤਰੀਕੇ ਨਾਲ ਉਹਨਾਂ ਨੇ ਜਿਹੜੇ ਟੈਂਟ ਲਾਏ ਹਨ ਉੱਥੇ ਦੇਖੋ ਲੰਗਰ ਪਾਣੀ ਕਿਵੇਂ ਚੱਲ ਰਿਹਾ ਹੈ, ਕਿਸ ਢੰਗ ਨਾਲ ਲੋਕ ਜਿਹੜੇ ਹਨ ਉਸ ਥਾਂ ਤੇ ਮੈਂ ਦੇਖਿਆ ਕਿ ਜਿਹੜੇ ਕਈ ਲੋਕ ਆਪਣੇ ਆਪਣੇ ਪਰਸਨਲ ਮੋਬਾਈਲਸ ਤੋਂ ਉੱਥੋਂ ਲਾਈਵ ਕਰ ਰਹੇ ਸਨ ਔਰ ਉਹ ਲਾਈਵ ਕਰਦਿਆਂ ਉਸ ਸਿਚੁਏਸ਼ਨ ਨੂੰ ਇੰਜੋਏ ਵੀ ਕਰ ਰਹੇ ਸਨ। ਇਹ ਸਿਰਫ ਪੰਜਾਬੀ ਕਰ ਸਕਦੇ ਆ, ਹੋਰ ਕੋਈ ਨਹੀਂ ਕਰ ਸਕਦਾ। ਇਹ ਚੀਜ਼ ਜਿਹੜੀ ਦੇਖਣ ਨੂੰ ਮਿਲਦੀ ਉਹ ਕਿਸੇ ਹੋਰ ਕੌਮ 'ਚ ਦੇਖਣ ਨੂੰ ਨਹੀਂ ਮਿਲਦੀ ਕਿ ਉਹ ਇੱਕ ਤਰ੍ਹਾਂ ਨਾਲ ਫਰੰਟ ਲਾਈਨ ਤੇ ਬੈਠੇ ਹੋਏ ਹਨ, ਵਾਰ ਜ਼ੋਨ ਦੇ ਵਿੱਚ ਹਨ ਇੱਕ ਤਰ੍ਹਾਂ ਨਾਲ। ਔਰ ਉਸ ਥਾਂ ਤੇ ਜਿੱਥੇ ਕਿ ਉਹਨਾਂ ਦੇ ਪਾਣੀ ਦੀਆਂ ਬੁਛਾਰਾਂ ਮਾਰੀਆਂ ਗਈਆਂ ਇੰਨੀ ਠੰਡ ਦੇ ਵਿੱਚ, ਉਸ ਥਾਂ ਤੇ ਜਿੱਥੇ ਟੋਏ ਜਿਹੜੇ ਵੱਡੇ ਪੁੱਟੇ ਗਏ ਔਰ ਪੂਰੀ ਤਰ੍ਹਾਂ ਨਾਲ ਅੰਦੋਲਨ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਉਸ ਥਾਂ ਤੇ ਉਹ ਖੁਸ਼ ਨਜ਼ਰ ਆ ਰਹੇ ਹਨ, ਇੰਜੋਏ ਕਰ ਰਹੇ ਹਨ ਉਸ ਸਿਚੁਏਸ਼ਨ ਨੂੰ, ਜਿਹੜਾ ਹੈ ਉਸ ਦਾ ਪੂਰਾ ਆਨੰਦ ਮਾਣ ਰਹੇ ਹਨ। ਇਹ ਚੀਜ਼ਾਂ ਜਿਹੜੀਆਂ ਵੇਖਣ ਨੂੰ ਮਿਲਦੀਆਂ ਹਨ ਔਰ ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਜਿਹੜਾ ਮਨੋਬਲ ਹੈ ਉਹ ਕਿਸਾਨਾਂ ਦਾ ਬਹੁਤ ਉੱਚਾ ਹੈ। ਔਰ ਦੂਜੀ ਗੱਲ, ਜੇ ਕਿਸਾਨਾਂ ਨੂੰ ਤੋੜਨ ਦੀ ਗੱਲ ਕੀਤੀ ਜਾਏ, ਉਹਨਾਂ ਦੇ ਧੜੇਬੰਦੀਆਂ ਕਾਇਮ ਕਰਨ ਦੀ ਗੱਲ ਕੀਤੀ ਜਾਏ, ਤਾਂ ਉਸਨੂੰ ਵੀ ਕਿਸਾਨ ਜਿਹੜੇ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ ਕਿ ਇਹ ਕੰਮ ਨਹੀਂ ਹੋਣ ਦੇਣਾ। ਔਰ ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸਾਨਾਂ ਵੱਲੋਂ ਅਜੇ ਤੱਕ ਕੋਈ ਵੀ ਅਜਿਹੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਗਿਆ, ਅਜਿਹਾ ਤਰੀਕਾਕਾਰ ਨਹੀਂ ਅਪਣਾਇਆ ਗਿਆ ਜਿਸ ਨਾਲ ਕੋਈ ਵਾਇਲੈਂਸ ਨਜ਼ਰ ਆਏ, ਜਿੰਨਾ ਕਿਸਾਨਾਂ ਵੱਲੋਂ ਕੋਈ ਇਹ ਨਜ਼ਰ ਆਏ ਕਿ ਇਹਨਾਂ ਨੇ ਮਤਲਬ ਕੋਈ ਕਿਸੇ ਤਰੀਕੇ ਦਾ ਜਿਹੜੇ ਬੈਰੀਕੇਡ ਤੋੜੇ ਗਏ, ਉਹਦੇ ਵਿੱਚ ਵੀ ਜਿਹੜਾ ਪੰਜਾਬ ਦੇ ਕਿਸਾਨਾਂ ਤੇ ਇਲਜ਼ਾਮ ਲਾਇਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਹਰਿਆਣਾ ਦੇ ਕਿਸਾਨ ਅੱਗੇ ਹੋਏ, ਜਿਹੜਾ ਖੱਟੜ ਇਹ ਕਹਿ ਰਿਹਾ ਕਿ ਹਰਿਆਣੇ ਦੇ ਕਿਸਾਨ ਵਿੱਚ ਸ਼ਾਮਿਲ ਹੀ ਨਹੀਂ ਹੋਏ। ਸਭ ਤੋਂ ਪਹਿਲਾਂ ਤਾਂ ਉੱਥੋਂ ਦੇ ਕਿਸਾਨ ਜਿਹੜੇ ਮਿਲ ਕੇ ਸ਼ਾਮਿਲ ਹੋਏ, ਉਹਨਾਂ ਨੇ ਜਿਹੜੇ ਬੈਰੀਕੇਡ ਹਟਾਏ, ਬੈਰੀਕੇਡ ਤੋੜੇ, ਉਸ ਤੋਂ ਬਾਅਦ ਸਾਰੇ ਅੱਗੇ ਵਧੇ। ਤਾਂ ਇਹ ਚੀਜ਼ ਬਿਲਕੁਲ ਸਾਫ਼ ਹੈ। ਔਰ ਹੁਣ ਦੇਖੋ ਯੂਪੀ ਦੇ ਜਿਹੜੇ ਕਿਸਾਨ ਉਹ ਵੀ ਉੱਠ ਕੇ ਸਾਹਮਣੇ ਆ ਗਏ ਔਰ ਜਿਹੜਾ ਪੱਛਮੀ ਬਾਰਡਰ ਹੈ ਜਿਹੜਾ ਉਸਨੂੰ ਸੀਲ ਕਰ ਦਿੱਤਾ, ਰਕੇਸ਼ ਟਕੈਤ ਵਗੈਰਾ ਸਾਰੇ ਉੱਥੇ ਬੈਠ ਕੇ ਆ ਕੇ ਇਹ तमाम ਪਾਸੇ ਜਿਹੜਾ ਬਾਰਡਰ ਜਿਸ ਢੰਗ ਨਾਲ ਸੀਲ ਕੀਤਾ ਹੈ ਔਰ ਜਿਸ ਢੰਗ ਨਾਲ ਕੀਤਾ ਜਾ ਰਿਹਾ ਹੈ, ਖਾਪ ਪੰਚਾਇਤਾਂ ਜਿਹੜੀਆਂ ਹਨ ਉਹ ਸਾਰੀਆਂ ਸਮਰਥਨ ਦੇ ਵਿੱਚ ਆ ਗਈਆਂ। तमाम ਚੀਜ਼ਾਂ ਜਿਹੜੀਆਂ ਹਨ ਕਿਸਾਨਾਂ ਦੇ ਹੱਕ ਵਿੱਚ ਹਨ ਤੇ ਕਿਸਾਨਾਂ ਦਾ ਹੌਸਲਾ ਜਿਹੜਾ ਵੱਧ ਰਿਹਾ ਹੈ। ਜਿਸ ਢੰਗ ਨਾਲ ਲੋਕ ਵੀਰਾ ਘੱਟ ਕੇ ਜਿਸ ਤਰ੍ਹਾਂ ਨਾਲ ਲੋਕ ਪਹੁੰਚ ਰਹੇ ਹਨ ਤੇ ਰਾਜੇਸ਼ ਜੀ ਇੱਕ ਬੜੀ ਪੋਜ਼ਿਟਿਵ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਕਿ ਇਹ ਕਹਿ ਸਕਦੇ ਹਾਂ ਕਿ 84 ਤੋਂ ਬਾਅਦ ਜਿਹੜਾ ਇਹ ਅੰਦੋਲਨ ਹੈ ਇਹ ਹੁਣ ਇਤਿਹਾਸ ਦੇ ਵਿੱਚ ਹੁਣ ਇਹ ਜਿਹੜਾ ਦਰਜ ਕੀਤਾ ਜਾਏਗਾ, ਕਿਉਂਕਿ ਇੰਨਾ ਤਰੀਕੇ ਦੇ ਨਾਲ ਅੰਦੋਲਨ ਜਿਹੜਾ ਇਸ ਤੋਂ ਪਹਿਲਾਂ ਕੋਈ ਨਹੀਂ ਹੋਇਆ ਸੀਗਾ। ਸੋ ਇੰਨੀ ਵੱਡੀ ਮੂਵਮੈਂਟ ਔਰ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਇਸ ਅੰਦੋਲਨ ਨੂੰ ਚਲਾਇਆ ਜਾ ਰਿਹਾ ਉਸ ਦੇ ਵਿੱਚ ਹੁਣ ਵਿਦੇਸ਼ਾਂ ਤੱਕ ਜਿਹੜੀ ਹੈ ਇਹ ਅੰਦੋਲਨ ਪਹੁੰਚ ਚੁੱਕਿਆ ਹੈ। ਵਿਦੇਸ਼ੀ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵੀ ਦੇਖਣ ਨੂੰ ਮਿਲਿਆ, ਇੰਟਰਨੈਸ਼ਨਲ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵੀ ਜਿਹੜੀ ਕਿਸਾਨ ਅੰਦੋਲਨ ਦੀ ਗੱਲ ਕਰਦੀ ਅਸੀਂ ਇੱਥੇ ਬੈਠੇ ਸੁਣ ਰਹੇ ਹਾਂ, ਦੇਖ ਰਹੇ ਹਾਂ। ਇੱਕ ਬੈਕ ਸਟੇਜ ਜਿਹੜੀ ਕਹਿੰਦੇ ਨਾ ਪਿਕਚਰ ਜਿਹੜੀ ਹੈ, ਪਹਿਲਾਂ ਸ਼ੁਰੂ ਹੋਇਆ ਸੀ ਅੰਦੋਲਨ ਤਾਂ ਲੱਗ ਰਿਹਾ ਸੀ ਕਿ ਕੁਝ ਦੇਰ ਬਾਅਦ ਇਹ ਜਿਹੜਾ ਅੰਦੋਲਨ ਹੈ ਉਹ ਕਿਤੇ ਨਾ ਕਿਤੇ ਤਾਂ ਹਾਰ ਕੇ ਦਮ ਤੋੜ ਦੇਗਾ। ਪਰ ਜਦੋਂ ਹੁਣ ਜਿਸ ਲੈਵਲ ਦੇ ਉੱਤੇ ਅੰਦੋਲਨ ਪਹੁੰਚ ਚੁੱਕਿਆ ਹੈ, ਹਰ ਚੱਪੇ ਤੋਂ ਲੋਕ ਜਿਹੜੇ ਨੇ ਕਿਸਾਨ ਅੰਦੋਲਨ ਦੇ ਵਿੱਚ ਦਿੱਲੀ ਉਹਨਾਂ ਨੂੰ ਕੂਚ ਕਰ ਰਹੇ ਨੇ, ਦਿੱਲੀ ਸਮਰਥਨ ਦੇਣ ਲਈ ਪਹੁੰਚ ਰਹੇ ਨੇ। ਚੰਡੀਗੜ੍ਹ ਦੇ ਵਿੱਚ ਇੱਕ ਬਕਾਇਦਾ ਮੀਟਿੰਗ ਕੀਤੀ ਗਈ, ਉਸ ਦੇ ਵਿੱਚ ਦੇਖਿਆ ਗਿਆ ਬੁੱਧੀਜੀਵੀ, ਪ੍ਰੋਫੈਸਰ, ਥੀਏਟਰ ਦੇ ਬੰਦੇ, ਸਟੂਡੈਂਟਸ, ਉਹ ਸਭ ਸ਼ਾਮਿਲ ਹੋਏ। ਉਹਨਾਂ ਸਭ ਨੇ ਇੱਕ ਇਹ ਸਟ੍ਰੈਟਜੀ ਪਲਾਨ ਕੀਤੀ ਹੈ ਕਿ ਅਸੀਂ ਆਪਣੇ ਤਰੀਕੇ ਦੇ ਨਾਲ, ਜੇ ਅਸੀਂ ਦਿੱਲੀ ਨਹੀਂ ਨਾ ਜਾ ਪਾ ਰਹੇ ਤਾਂ ਅਸੀਂ ਆਪਣੇ ਤਰੀਕੇ ਦੇ ਨਾਲ ਇੱਥੇ ਬੈਠੇ ਕਿਸਾਨਾਂ ਨੂੰ ਸਮਰਥਨ ਇਹ ਦੇਣ ਜਾ ਰਹੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਕਿਸਾਨ ਅੰਦੋਲਨ ਨੂੰ ਲੈ ਕੇ ਇਲਜ਼ਾਮ ਲਗਾਏ ਜਾ ਰਹੇ ਨੇ, ਕਦੀ ਖਾਲਿਸਤਾਨੀਆਂ ਦਾ ਜ਼ਿਕਰ ਕੀਤਾ ਜਾਂਦਾ ਹੈ, ਕਦੀ ਕਿਸੇ ਤਰੀਕੇ ਨਾਲ ਉਹਨਾਂ ਨੂੰ ਜੋ ਹੈ ਭੰਡਿਆ ਜਾ ਰਿਹਾ ਹੈ, ਅੰਦੋਲਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਧੱਬਾ ਲਗਾਉਣ ਦੀ ਪੂਰੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ। ਤੇ ਉਹ ਬੁੱਧੀਜੀਵੀਆਂ ਦਾ ਜਿਹੜਾ ਗਰੁੱਪ ਹੈ ਇੱਕ, ਉਹ ਇਹ ਕਹਿ ਰਿਹਾ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਇੰਨੇ ਕੁ ਹੁਣ ਐਕਟਿਵ ਹੋਵਾਂਗੇ ਕਿ ਹਰ ਲੈਂਗੁਏਜ ਦੇ ਵਿੱਚ ਅਸੀਂ ਹਰ
ਚਾਹੇ ਉਹ ਟਵਿੱਟਰ ਅਕਾਊਂਟ ਹੈ, ਚਾਹੇ ਫੇਸਬੁੱਕ ਅਕਾਊਂਟ ਹੈ, ਚਾਹੇ ਇੰਸਟਾ ਹੈ, ਕਿਤੇ ਵੀ ਕੋਈ ਮੈਸੇजेस ਕਿਸਾਨ ਅੰਦੋਲਨ ਨੂੰ ਲੈ ਕੇ ਆ ਰਹੇ ਨੇ ਤਾਂ ਅਸੀਂ ਉਹ ਪਿਕਚਰ ਕਲੀਅਰ ਕਰਾਂਗੇ। ਅਸੀਂ ਲਗਾਤਾਰ ਉਸ ਤੇ ਐਕਟਿਵ ਹੋ ਕੇ ਕਿਸਾਨ ਅੰਦੋਲਨ ਦੀ ਸਹੀ ਤਸਵੀਰ ਜਿਹੜੀ ਹੈ ਉਹ ਦਿਖਾਵਾਂਗੇ। ਇੱਕ ਇਹ ਤਸਵੀਰ ਸਾਹਮਣੇ ਆਈ ਹੈ। ਦੂਜੀ ਇਹ ਹੈ ਕਿ ਜਿਹੜੇ ਖਿਡਾਰੀ ਨੇ, ਚਾਹੇ ਉਹ ਇੰਟਰਨੈਸ਼ਨਲ ਲੈਵਲ ਦੇ ਹੋਣ, ਨੈਸ਼ਨਲ ਲੈਵਲ ਦੇ ਹੋਣ, ਸਟੇਟ ਲੈਵਲ ਦੇ ਹੋਣ, ਖਿਡਾਰੀਆਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਜੇ ਸਰਕਾਰ ਨੇ ਕਿਸਾਨਾਂ ਦੀ ਗੱਲ ਨਾ ਮੰਨੀ, ਇਸ ਅੰਦੋਲਨ ਦਾ ਕੋਈ ਨਾ ਕੋਈ ਹੱਲ ਨਾ ਕੱਢਿਆ, ਉਹਨਾਂ ਨੂੰ ਹੱਕ ਨਾ ਦਿੱਤਾ, ਤਾਂ ਜਿਹੜੇ ਆਪਣੇ ਅਵਾਰਡ ਨੇ ਉਹ 5 ਦਸੰਬਰ ਨੂੰ ਜਿਹੜਾ ਹੈ ਉਹ ਰਾਸ਼ਟਰਪਤੀ ਨੂੰ ਸੌਂਪ ਦੇਣਗੇ, ਉਹ ਵਾਪਸ ਕਰ ਦੇਣਗੇ। ਕਦੀ ਕਿਸੇ ਅੰਦੋਲਨ 'ਚ ਇੰਨੀ ਵੱਡੇ ਤਰੀਕੇ ਨਾਲ ਲੋਕ ਲਹਿਰ ਜਿਹੜੀ ਆ ਉਹ ਦੇਖਣ ਨੂੰ ਨਹੀਂ ਮਿਲੀ। ਬਿਲਕੁਲ ਸ਼ੈਲੀ, ਇਹਨੂੰ ਇੱਕ ਇਤਿਹਾਸਿਕ ਅੰਦੋਲਨ ਜਿਹੜਾ ਉਹ ਇਸ ਪੱਖੋਂ ਵੀ ਨਹੀਂ ਲੈ ਰਹੇ ਕਿ 1980 ਦੀ ਗੱਲ ਹੀ ਨਾ ਕਰੀਏ ਆਪਾਂ, ਅਸੀਂ 1947 ਦੀ ਜੇ ਗੱਲ ਕਰੀਏ ਤਾਂ ਉਸ ਤੋਂ ਪਹਿਲਾਂ ਵੀ ਕਦੀ ਅਜਿਹਾ ਅੰਦੋਲਨ ਜਿਹੜਾ ਵੇਖਣ ਨੂੰ ਨਹੀਂ ਮਿਲਿਆ ਕਿ ਜਿਹੜਾ ਅੰਦੋਲਨ ਹੁਣ ਹੈ ਔਰ ਜਿਸ ਇੱਕ ਪੀਕ ਤੇ ਜਿੱਥੇ ਪਹੁੰਚਿਆ ਹੋਇਆ ਹੈ ਅੰਦੋਲਨ, ਉਸ ਥਾਂ ਤੇ ਪਹੁੰਚਣਾ ਬਹੁਤ ਹੀ ਔਖਾ ਹੈ ਕੋਈ। ਔਰ ਇਸੇ ਕਰਕੇ ਉੱਥੇ ਜਿਹੜੀਆਂ ਗੱਲਾਂ ਹੋ ਰਹੀਆਂ ਹਨ ਕਿ ਜੇ ਹੁਣ ਨਹੀਂ ਤੇ ਕਦੀ ਨਹੀਂ, ਇਹ ਹਰ ਕਿਸਾਨ ਦੀ ਜ਼ੁਬਾਨ ਤੇ ਹੈ। ਔਰ ਤੁਸੀਂ ਦੇਖੋ ਇੱਕ ਅਜਿਹਾ ਅੰਦੋਲਨ ਹੈ ਕਿ ਉੱਥੇ ਦੇ ਜਿਹੜੇ ਬਾਰਡਰ ਨੇ, ਕਿਹਨੂੰ ਪਤਾ ਹੈ ਸਿੰਗੂ ਬਾਰਡਰ ਕਿਹਨੂੰ ਪਤਾ ਸੀ, ਔਰ ਕਿਹਨੂੰ ਪਤਾ ਸੀ, ਮੈਂ ਆਮ ਬੱਚਿਆਂ ਦੀ ਗੱਲ ਕਰ ਰਿਹਾ ਕਿ ਕਿਹਨੂੰ ਪਤਾ ਸੀਗਾ ਟਿਕਰੀ ਬਾਰਡਰ, ਹੁਣ ਬੱਚੇ ਜਾਣਦੇ ਨੇ ਕਿ ਇਹ ਬਾਰਡਰ ਹੈਗੇ ਨੇ। ਕਿੰਨਾ ਕਰਕੇ ਪਤਾ ਲੱਗਾ? ਕਿਸਾਨਾਂ ਕਰਕੇ, ਕਿ ਇਹ ਬਾਰਡਰ ਜਿਹੜੇ ਕਿਸਾਨਾਂ ਦੇ ਜਿਹੜੇ ਬਾਰਡਰ ਨੇ ਇਹ ਉਹਨਾਂ ਦੇ ਨਾਂ ਨੇ, ਉੱਥੇ ਕਿਸਾਨ ਬੈਠੇ ਨੇ, ਆਪਣੇ ਇਨਸਾਫ ਦੀ ਲੜਾਈ ਲੜ ਰਹੇ ਨੇ, ਆਪਣੇ ਹੱਕ ਦੀ ਲੜਾਈ ਲੜ ਰਹੇ ਨੇ। ਬੱਚੇ ਨੂੰ ਹੁਣ ਪਤਾ ਲੱਗ ਚੁੱਕਾ ਹੈ। ਇਹ ਅੰਦੋਲਨ ਇਸ ਇੰਤਹਾ ਤੱਕ ਅੰਦੋਲਨ ਪਹੁੰਚ ਚੁੱਕਾ ਹੈ ਕਿ ਹਰ ਬੱਚਾ ਹੁਣ ਜਾਣਦਾ ਹੈ ਕਿ ਇਹ ਅੰਦੋਲਨ ਜਿਹੜਾ ਚੱਲ ਰਿਹਾ ਕਿਸਾਨਾਂ ਵੱਲੋਂ ਔਰ ਇਸ ਦੇ ਵਿੱਚ ਜਿੱਤ ਹਾਸਲ ਕਰਨੀ ਹੈ। ਔਰ ਦੇਖੋ ਇਹ ਕੋਈ ਸਰਹੱਦਾਂ ਦੀ ਲੜਾਈ ਨਹੀਂ ਹੈ, ਇਹ ਕੋਈ ਇੱਕ ਦੇਸ਼ ਦੀ ਦੂਜੇ ਦੇਸ਼ ਨਾਲ ਲੜਾਈ ਨਹੀਂ ਹੈ, ਆਪਣੇ ਦੇਸ਼ ਦੇ ਅੰਦਰ ਆਪਣੇ ਹੱਕਾਂ ਦੀ ਲੜਾਈ ਹੈ। ਬਿਲਕੁਲ। ਔਰ ਬੜੇ ਡੈਮੋਕ੍ਰੈਟਿਕ ਤਰੀਕੇ ਨਾਲ ਇਹ ਲੜਾਈ ਲੜੀ ਜਾ ਰਹੀ ਹੈ। ਡੈਮੋਕ੍ਰੇਸੀ ਦਾ ਘਾਣ ਕੌਣ ਕਰ ਰਿਹਾ ਹੈ? ਘਾਣ ਕਿਸਾਨ ਨਹੀਂ ਕਰਦੇ, ਘਾਣ ਸਰਕਾਰਾਂ ਵੱਲੋਂ ਹੋ ਰਹੇ ਹਨ। ਪੰਜਾਬ ਵੱਲੋਂ ਜੇ ਕਿਸਾਨਾਂ ਨੂੰ ਭੇਜ ਦਿੱਤਾ ਗਿਆ ਕਿ ਜਾਓ ਵੀ ਆਪਣੇ ਹੱਕ ਦੀ ਲੜਾਈ ਲੜੋ, ਤੁਹਾਡਾ ਡੈਮੋਕ੍ਰੈਟਿਕ ਰਾਈਟ ਹੈ, ਤੁਹਾਡਾ ਲੋਕਤੰਤਰਿਕ ਹੱਕ ਹੈ, ਤੁਸੀਂ ਜਾ ਕੇ ਆਪਣੀ ਲੜਾਈ ਲੜੋ ਔਰ ਆਪਣੇ ਹੱਕਾਂ ਦੀ ਮੰਗ ਕਰੋ। ਕਿਸਾਨ ਇੱਥੋਂ ਚਲੇ ਗਏ, ਕੇਂਦਰ ਕਹਿੰਦਾ ਕਿ ਚਲੋ ਜੀ ਤੁਸੀਂ ਆ ਜਾਓ, ਆਪਣਾ ਤੁਸੀਂ ਹੱਕ ਲੈਣਾ ਤੇ ਆ ਜਾਓ, ਤੇ ਵਿੱਚ ਹਰਿਆਣਾ ਉਹਨੇ ਕਿਉਂ ਲੱਤ ਅੜਾਈ? ਉਹ ਕਿਉਂ ਵਿੱਚ ਇਹ ਗੱਲ ਉਹਨੇ ਆ ਕੇ ਕਰ ਦਿੱਤੀ ਕਿ ਕਿਸਾਨਾਂ ਨਾਲ ਬੜੀ ਬੇਰਹਿਮੀ ਨਾਲ ਪੇਸ਼ ਆਇਆ, ਬੜੇ ਅਨਡੈਮੋਕ੍ਰੈਟਿਕ ਤਰੀਕੇ ਨਾਲ ਪੇਸ਼ ਆਇਆ। ਇਹ ਚੀਜ਼ਾਂ ਵੇਖਣ ਨੂੰ ਮਿਲੀਆਂ, ਸਰਕਾਰਾਂ ਵੱਲੋਂ ਵੇਖਣ ਨੂੰ ਮਿਲੀਆਂ, ਨਾ ਕਿ ਕਿਸਾਨਾਂ ਵੱਲੋਂ। ਤੇ ਫਿਰ ਉਹਨਾਂ ਨੂੰ ਵੱਖਵਾਦੀ ਕਿਵੇਂ ਕਿਹਾ ਜਾ ਸਕਦਾ? ਫਿਰ ਅੱਤਵਾਦੀ ਕਿਵੇਂ ਕਿਹਾ ਜਾ ਸਕਦਾ? ਅੱਤਵਾਦੀ ਵੱਖਵਾਦੀ ਉਹ ਹੁੰਦਾ ਹੈ ਜਿਹੜੀ ਵੱਖਰੀ ਗੱਲ ਕਰੇ, ਜਿਹੜਾ ਸਮਾਜ ਨੂੰ ਤੋੜਨ ਦੀ ਗੱਲ ਕਰੇ, ਜਾਂ ਜਿਹੜਾ ਦੇਸ਼ ਦੇ ਵਿੱਚ ਵੱਖਰੇ ਰਾਸ਼ਟਰ ਦੀ ਗੱਲ ਕਰਦਾ ਹੋਏ ਔਰ ਇਹ ਗੱਲ ਕਰਦਾ ਹੋਏ ਕਿ ਉਸਨੂੰ ਬੈਲਟ ਦੀ ਜਗ੍ਹਾ ਤੇ ਬੁਲਟ ਦੀ ਗੱਲ ਕਰਦਾ ਹੈ। ਪਰ ਅਜਿਹਾ ਤਾਂ ਕੁਝ ਵੀ ਨਹੀਂ ਹੈ। ਫਿਰ ਕਿਵੇਂ ਟਾਰਗੇਟ ਕੀਤਾ ਜਾ ਰਿਹਾ ਇਸ ਚੀਜ਼ ਨੂੰ? ਇੱਕ ਮੀਡੀਆ ਰਾਹੀਂ ਪਲਾਂਟ ਕਰਕੇ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਜੀ ਖਾਲਿਸਤਾਨੀ, ਇਹ ਜੀ ਅੱਤਵਾਦੀ ਹੈ। ਔਰ ਤੁਸੀਂ ਦੇਖੋ ਇਸੇ ਦੌਰਾਨ ਜਿਹੜਾ ਕੰਗਨਾ ਰਣੌਤ ਦਾ ਵੀ ਟਵੀਟ ਆਇਆ ਜੀ। ਰਾਜੇਸ਼ ਜੀ, ਅਸੀਂ ਚਾਹੇ ਮੇਨ ਸਟ੍ਰੀਮ ਮੀਡੀਆ ਦੀ ਗੱਲ ਕਰ ਲਈਏ, ਨੈਸ਼ਨਲ ਮੀਡੀਆ ਦੀ ਗੱਲ ਕਰ ਲਈਏ, ਤੇ ਚਾਹੇ ਅਸੀਂ ਸਰਕਾਰ ਦੀ ਗੱਲ ਕਰ ਲਈਏ, ਹੈਰਾਨੀ ਦੀ ਗੱਲ ਇਹ ਹੈ ਕਿ ਦੇਖੋ ਉਹਨਾਂ ਦੇ ਕੋਲ ਹੋਰ ਕੁਝ ਵੀ ਕਹਿਣ ਨੂੰ ਨਹੀਂ ਸੀ। ਸਿਰਫ ਖਾਲਿਸਤਾਨੀ ਦਾ ਤਾਂ ਬਲਗਾਨ ਤੋਂ ਇਲਾਵਾ, ਨਸਲਵਾਦੀਆਂ ਤੋਂ ਇਲਾਵਾ, ਇਸ ਤੋਂ ਇਲਾਵਾ ਉਹਨਾਂ ਦੇ ਕੋਲ ਕੋਈ ਵੀ ਟਿੱਪਣੀ ਨਹੀਂ ਸੀਗੀ ਕਰਨ ਨੂੰ, ਜਾਂ ਇਸ ਅੰਦੋਲਨ ਨੂੰ ਇੱਕ ਵੱਖਰੇ ਤਰੀਕੇ ਨਾਲ ਮੋੜ ਦੇਣ ਦੇ ਲਈ, ਫੇਲ ਕਰਨ ਦੇ ਲਈ ਕਿ ਇੱਕ ਧੱਬਾ ਲਗਾ ਦਿਓ ਤੇ ਉਸ ਤੋਂ ਬਾਅਦ ਸ਼ਾਇਦ ਇਹ ਜਿਹੜੀ ਮੂਵਮੈਂਟ ਹੈ, ਜਿਹੜਾ ਅੰਦੋਲਨ ਜਿਹੜਾ ਹੈ, ਕਿਤੇ ਨਾ ਕਿਤੇ ਇਹਨੂੰ ਰੁਕ ਜਾਏਗਾ, ਜਾਂ ਕਹਿ ਸਕਦੇ ਆ ਕਿ ਧੱਬਾ ਲੱਗ ਕੇ ਕਿਤੇ ਨਾ ਕਿਤੇ ਖਤਮ ਹੁੰਦਾ ਦਿਖਾਈ ਦੇ ਜਾਏਗਾ। ਕੋਈ ਹੋਰ ਉਹਨਾਂ ਕੋਲ ਸੋਲਿਡ ਕੋਈ ਚੀਜ਼, ਕੋਈ ਗੱਲ ਕਹਿਣ ਨੂੰ ਨਹੀਂ ਮਿਲੀ। ਦੇਖੋ ਇਸ ਦਾ ਕੋਈ ਅਸਰ ਕੋਈ ਨਹੀਂ ਹੈ। ਜੇ ਇਹ ਗੱਲ ਕਰ ਵੀ ਰਹੇ ਹਨ, ਇਸ ਮੰਚਾਂ ਨਾਲ ਕਰ ਵੀ ਰਹੇ ਹਨ, ਤਾਂ ਇਸ ਦਾ ਅਸਰ ਤਾਂ ਕੋਈ ਨਹੀਂ ਹੈ। ਹਰ ਕੋਈ ਇਹ ਗੱਲ ਸਮਝ ਰਿਹਾ ਹੈ ਕਿ ਸਾਰੀਆਂ ਤਸਵੀਰਾਂ ਲੋਕ ਜਿਹੜੇ ਹਨ ਉਹ ਸੋਸ਼ਲ ਮੀਡੀਆ ਤੇ, ਲਾਈਵ ਚੈਨਲ ਤੇ ਹਰ ਚੀਜ਼ ਦੇਖ ਰਹੇ ਹਨ। ਅੰਦੋਲਨ ਕਿਸ ਰੁਖ ਨੂੰ ਜਾ ਰਿਹਾ ਹੈ, ਕਿਹੜੇ ਪਾਸੇ ਨੂੰ ਜਾ ਰਿਹਾ ਹੈ, ਹਰ ਕੋਈ ਦੇਖ ਰਿਹਾ ਹੈ। ਪਰ ਜੇ ਕਿਤੇ ਨਾ ਕਿਤੇ ਕੋਈ ਮੀਡੀਆ ਜੇ ਕੋਈ ਇਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਨੂੰ ਗਲਤ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਉਸ ਦਾ ਅਸਰ ਕਿਸੇ ਤੇ ਨਹੀਂ ਹੈ। ਇਹ ਗੱਲ ਮੈਂ ਤੁਹਾਨੂੰ ਸਾਫ਼ ਕਹਿ ਸਕਦਾ, ਪੂਰੇ ਪੰਜਾਬ ਦੇ ਵਿੱਚ ਇਸ ਦਾ ਅਸਰ ਨਜ਼ਰ ਨਹੀਂ ਆ ਰਿਹਾ ਹੈ। ਔਰ ਜਿੰਨੇ ਲੋਕਾਂ ਨਾਲ ਵੀ ਗੱਲਬਾਤ ਹੁੰਦੀ ਹੈ ਉਹ ਇਹ ਗੱਲ ਨੂੰ ਬਿਲਕੁਲ ਬੜੀ ਭਲੀ ਭਾਂਤੀ, ਬੜੀ ਚੰਗੀ ਤਰ੍ਹਾਂ ਸਮਝਦੇ ਹਨ ਕਿ ਉਹਨਾਂ ਦੀ ਸੋਚ ਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹਾ ਕੁਝ ਵੀ ਨਹੀਂ ਹੈ, ਹਕੀਕਤਨ ਕੁਝ ਵੀ ਨਹੀਂ ਹੈ। ਦੇਖੋ ਹੁਣ ਜੇ ਅਜਿਹੀ ਕੋਈ ਗੱਲ ਕਿਤੇ ਆਉਂਦੀ ਵੀ ਹੈ, ਕਿਸੇ ਨੇ ਕੁੜੱਤਣ ਦੇ ਵਿੱਚ, ਕਿਸੇ ਨੇ ਜੋਸ਼ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਕੋਈ ਅਜਿਹਾ ਬਿਆਨ ਦੇਤਾ ਜਿਹੜਾ ਕਿਸੇ ਨੂੰ ਕੌੜਾ ਲੱਗਦਾ ਹੋਏ, ਤਾਂ ਉਸ ਤੇ ਜਿਹੜੇ ਹਾਲਾਤ ਜਿਹੜੇ ਦੇਖਣੇ ਹੋਣਗੇ ਕਿ ਕਿਸ ਢੰਗ ਨਾਲ ਤੁਸੀਂ ਸਪਰੈਸ ਕਰ ਰਹੇ ਹੋ, ਕਿਸ ਢੰਗ ਨਾਲ ਤੁਸੀਂ ਨਿਚੋੜ ਰਹੇ ਹੋ, ਕਿਸ ਢੰਗ ਨਾਲ ਤੁਸੀਂ ਜ਼ੁਲਮ ਢਾ ਰਹੇ ਹੋ। ਔਰ ਉਸ ਦੇ ਵਿੱਚ ਜੇ ਇੱਕਾ ਦੁੱਕਾ ਇਸ ਢੰਗ ਨਾਲ ਜੇ ਕੋਈ ਕਹਿ ਸਕਦੇ ਇਮੋਸ਼ਨਲ ਆਊਟਬਰਸਟ ਜਿਹੜਾ
ਉਹ ਸਾਹਮਣੇ ਆ ਵੀ ਜਾਂਦਾ ਹੈ ਤੇ ਉਸ ਦੇ ਵਿੱਚ ਸਾਰਿਆਂ ਨੂੰ ਦੋਸ਼ ਦੇਣਾ ਕਿੱਥੇ ਦੀ ਇਨਸਾਫ ਵਾਲੀ ਗੱਲ ਹੈ। ਜ਼ਾਹਿਰ ਤੌਰ ਤੇ ਇਸ ਚੀਜ਼ ਦਾ ਕੋਈ ਅਸਰ ਕਿਸੇ ਤੇ ਨਹੀਂ ਹੈ। ਜੇ ਕੋਈ ਦੇਖੋ ਪੰਜਾਬ ਦੇ ਵਿੱਚ ਵੀ ਲੋਕ ਕੋਈ ਨਾ ਕਿਤੇ ਕੋਈ ਬਿਆਨ ਕਿਸੇ ਵੀ ਫਿਰਕੇ ਵੱਲੋਂ ਕਿਤੇ ਨਾ ਕਿਤੇ ਆ ਜਾਂਦੇ ਹਨ, ਤਾਂ ਉਸਦਾ ਮਤਲਬ ਇਹ ਨਹੀਂ ਹੈ ਕਿ ਇੱਕ ਪੂਰਾ ਫਿਰਕਾ ਹੀ ਜਿਹੜਾ ਹੈ, ਜਿਹੜੇ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਹਨ, ਅੱਤਵਾਦੀ ਹਨ, ਵੱਖਵਾਦੀ ਹਨ। ਜਿਹੜਾ ਕੰਗਪ ਨੇ ਬਿਆਨ ਦੇ ਦਿੱਤਾ ਸੀ ਉਸਦਾ ਵੀ ਬੜਾ ਜ਼ਬਰਦਸਤ ਪ੍ਰਤੀਕਰਮ ਸਾਹਮਣੇ ਆਇਆ, ਬਿਨਾਂ ਸੋਚੇ ਸਮਝੇ, ਬਿਨਾਂ ਕੁਝ ਜਾਣੇ, ਬਿਨਾਂ ਹਕੀਕਤ ਦੇ ਜਾਣੇ ਇਹ ਅਜਿਹੇ ਬਿਆਨ ਦੇਣੇ ਜਿਹੜੇ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਹੈ ਔਰ ਬਹੁਤ ਮੰਦਭਾਗੀ ਗੱਲ ਹੈ। ਤੇ ਇਸ ਦੇ ਨਾਲ ਅਸਰ ਪੈਣ ਵਾਲਾ ਕੋਈ ਨਹੀਂ ਹੈ। ਇਹ ਗੱਲ ਮੈਂ ਵਾਜ਼ੇ ਕਰ ਦੇਣਾ, ਬਿਲਕੁਲ ਸਾਫ਼ ਕਰ ਦੇਣਾ, ਇਸ ਦਾ ਅਸਰ ਕੋਈ ਨਹੀਂ ਹੋਣ ਵਾਲਾ ਕਿਸੇ ਤੇ। ਜੀ, ਇੱਕ ਪਾਸੇ ਅਸੀਂ ਕਿਸਾਨਾਂ ਨੇ ਜੋ ਪ੍ਰੈਸ਼ਰ ਬਿਲਡਅਪ ਜੋ ਕਰਨਾ ਹੈ ਸਰਕਾਰ ਦੇ ਉੱਤੇ, ਉਹ ਤਾਂ ਕੋਸ਼ਿਸ਼ਾਂ ਲਗਾਤਾਰ ਜਾਰੀਆਂ ਨੇ, ਲੋਕ ਪਹੁੰਚ ਰਹੇ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਸਮਰਥਨ ਦੇਣ ਦੇ ਲਈ। ਦੂਜੇ ਪਾਸੇ ਜੇ ਪੰਜਾਬ ਦੇ ਪੋਲੀਟੀਕਲ ਨੁਮਾਇੰਦਿਆਂ ਦੀ ਗੱਲ ਕਰ ਲਈਏ, ਤਾਂ ਸਿਆਸਤਦਾਨਾਂ ਦੀ ਗੱਲ ਕਰ ਲਈਏ, ਤੇ ਉਹ ਇਸ ਵੇਲੇ ਕੀ ਕੁਝ ਕਰ ਰਹੇ ਨੇ। ਸੁਖਬੀਰ ਬਾਦਲ ਵੀ ਕਹਿੰਦੇ ਐਕਟਿਵ ਹੋ ਗਏ ਨੇ। ਸੁਖਬੀਰ ਬਾਦਲ ਨੇ ਬਿਆਨ ਦਿੱਤਾ ਹੈ ਕਿ ਬੀਜੇਪੀ ਜਿਹੜੀ ਹੈ ਜਾਂ ਕੇਂਦਰ ਸਰਕਾਰ ਜਿਹੜੀ ਹੈ ਉਹ ਬਿਲਕੁਲ ਗਲਤ ਕਰ ਰਹੀ ਹੈ, ਨਤੀਜਾ ਭੁਗਤਣਾ ਪਏਗਾ। ਹੁਣ ਤਾਂ ਸੁਖਬੀਰ ਬਾਦਲ ਵੀ ਬੜਾ ਪੱਖ 'ਚ ਖੜਦੇ ਹੋਏ ਨਜ਼ਰ ਆ ਰਹੇ ਨੇ। ਬਾਕੀ ਦੇ ਸਿਆਸਤਦਾਨ ਕੀ ਕਹਿ ਰਹੇ ਨੇ? ਦੇਖੋ, ਜੇ तमाम ਸਿਆਸੀ ਪਾਰਟੀਆਂ ਇਸ ਜਿਹੜਾ ਅੰਦੋਲਨ ਹੋਇਆ, ਇਸ ਅੰਦੋਲਨ ਦੇ ਵਿੱਚ तमाम ਸਿਆਸੀ ਪਾਰਟੀਆਂ ਨੇ ਆਪਣੀਆਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ, ਪੂਰੀ ਤਰ੍ਹਾਂ ਨਾਲ ਕੀਤੀ। ਔਰ ਪਰ ਕਿਸਾਨ ਜਿਹੜੇ ਹਨ ਉਹ ਇਸ ਗੱਲ ਨੂੰ ਲੈ ਕੇ ਬੜੇ ਸਮਝਦਾਰ ਹਨ ਔਰ ਉਹਨਾਂ ਨੇ ਹਰ ਪਾਰਟੀ ਨੂੰ ਇਹ ਕਿਹਾ ਕਿ ਤੁਸੀਂ ਦੂਰ ਰਹੋ, ਅਸੀਂ ਆਪਣਾ ਅੰਦੋਲਨ ਸਾਡਾ ਹੈ, ਅਸੀਂ ਆਪ ਲੜਾਂਗੇ ਤੇ ਤੁਹਾਨੂੰ ਕਿਸੇ ਤਰੀਕੇ ਨਾਲ ਵੀ ਆਉਣ ਦੀ ਲੋੜ ਨਹੀਂ ਹੈ। ਹੁਣ ਜਿਹੜਾ ਅਕਾਲੀ ਦਲ ਜਿਹੜਾ ਸੀ ਇੱਕ ਵਾਰੀ ਪਿੱਛੇ ਹਟ ਗਿਆ ਸੀਗਾ, ਜਦੋਂ ਕਿਸਾਨਾਂ ਨੇ ਇਹ ਚੇਤਾਵਨੀ ਦਿੱਤੀ ਇੱਕ ਤਰ੍ਹਾਂ ਦੀ, ਤਾਂ ਅਕਾਲੀ ਦਲ ਜਿਹੜਾ ਪਿੱਛੇ ਹਟ ਗਿਆ ਸੀ, ਪਰ ਇੱਕ ਵਾਰ ਫਿਰ ਉਹ ਸਰਗਰਮ ਹੋ ਰਿਹਾ ਹੈ ਇਸ ਪਾਸੇ ਵੱਲ। ਤਾਂ ਇਹ ਦੇਖੋ, ਇਹ ਤੋਂ ਕਈ ਜਿਹੜੀਆਂ ਹਨ ਰਾਜਨੀਤਿਕ ਸਿਆਸੀ ਕਿਆਸਰਾਈਆਂ ਲਾਈਆਂ ਜਾ ਸਕਦੀਆਂ ਹਨ। ਇੱਕ ਪਾਸੇ ਕਿਸਾਨਾਂ ਦਾ ਦਬਾਅ, ਦੂਜੇ ਪਾਸੇ ਅਕਾਲੀ ਦਲ ਦਾ ਫੇਰ ਸਰਗਰਮ ਹੋਣਾ। ਕਿਤੇ ਇਹ ਤੇ ਨਹੀਂ ਕਿ ਜਿਹੜਾ ਕੇਂਦਰ ਵੱਲੋਂ ਜਿਹੜੀ ਬੀਜੇਪੀ ਆ ਉਹ ਕਿਤੇ ਨਾ ਕਿਤੇ ਫੇਰ ਇੱਕ ਹੁਲਾਰਾ ਬੀਜੇਪੀ ਨੂੰ ਦੇਣ ਵਾਲੀ, ਅਕਾਲੀ ਦਲ ਨੂੰ ਦੇਣ ਵਾਲੀ ਹੈ, ਜਾਂ ਉਸਦੇ ਹੱਥ 'ਚ ਕੋਈ ਲੱਡੂ ਫੜਾ ਕੇ ਕਿਸਾਨਾਂ ਨੂੰ ਪਾਉਣਾ ਚਾਹੁੰਦੀ ਹੋਏ, ਕੋਈ ਅਜਿਹਾ ਤਰੀਕਾ ਅਪਣਾਇਆ ਜਾਂਦਾ ਹੋਵੇ ਜਿਹੜਾ ਕਿ ਇੱਕ ਗਠਬੰਧਨ ਦਾ ਟੁੱਟਿਆ, ਇਹਨਾਂ ਦਾ ਗੱਠਜੋੜ ਜਿਹੜਾ ਟੁੱਟਿਆ ਹੈ ਉਸਨੂੰ ਫੇਰ ਬਣਾਉਣ ਦੀ ਕਿਤੇ ਗਰਾਊਂਡ ਬਣਾਈ ਜਾ ਰਹੀ ਹੋਏ, ਅਜਿਹੀ ਚੀਜ਼ ਨਾ ਕੀਤੀ ਜਾ ਰਹੀ ਹੋਏ। ਇਹ ਚੀਜ਼ਾਂ ਜਿਹੜੀਆਂ ਕਿਆਸਰਾਈਆਂ ਲਾਈਆਂ ਜਾ ਸਕਦੀਆਂ ਹਨ ਔਰ ਭਵਿੱਖ ਵਿੱਚ ਇਸ ਦਾ ਕੀ ਨਤੀਜਾ ਸਾਹਮਣੇ ਆਉਂਦਾ ਹੈ ਇਹ ਵੇਖਣ ਵਾਲੀ ਗੱਲ ਹੋਏਗੀ। ਪਰ ਹਾਲ ਦੀ ਘੜੀ ਜਿਹੜਾ ਇਹ ਅੰਦੋਲਨ ਹੈ, ਸਾਰਿਆਂ ਦੀ ਨਿਗਾਹਾਂ ਇਹਦੇ ਉੱਤੇ ਹੀ ਹਨ ਔਰ ਇਸ ਦੇ ਕੀ ਸਿੱਟੇ ਨਿਕਲਦੇ ਹਨ ਇਹ ਵੇਖਣ ਵਾਲੀ ਗੱਲ ਹੋਏਗੀ। 3 ਦੀ ਮੀਟਿੰਗ ਹੋਏਗੀ ਔਰ ਮੈਂ ਵਾਰ-ਵਾਰ ਇਹ ਗੱਲ ਕਹਾਂਗਾ ਕਿ ਇਸ ਮੀਟਿੰਗ ਨੂੰ, ਜਿਹੜੀ ਅੱਜ ਮੀਟਿੰਗ ਹੋਈ ਹੈ, ਉਸਨੂੰ ਪੂਰੀ ਤਰ੍ਹਾਂ ਬੇਸਿੱਟਾ ਨਹੀਂ ਕਿਹਾ ਜਾ ਸਕਦਾ। ਬਹੁਤ ਵੱਡਾ ਦਬਾਅ ਬਣਿਆ ਹੋਇਆ ਹੈ। ਹੁਣ ਪਹਿਲਾਂ ਕਹਿੰਦੇ ਸੀ ਕਿ 5 ਵਿਅਕਤੀ ਤੁਸੀਂ ਲੈ ਕੇ ਆਓ, ਉਸਦੀ ਇੱਕ ਕਮੇਟੀ ਬਣਾਓ, ਉਹ ਕਮੇਟੀ ਤੁਸੀਂ ਉਹਦੇ ਨਾਲ ਗੱਲ ਕਰਾਂਗੇ। 30-31 ਬੰਦਿਆਂ ਨਾਲ ਗੱਲ ਕਰਨਾ ਵਾਜਬ ਨਹੀਂ ਹੈ, ਉਹ ਅਸੀਂ ਨਹੀਂ ਕਰ ਪਾਵਾਂਗੇ। ਇਸ ਤੋਂ ਪਹਿਲਾਂ ਵੀ ਤੇ ਉਹਨਾਂ ਨੇ ਮੀਟਿੰਗ ਕੀਤੀ ਸੀ ਔਰ ਹੁਣ ਦੁਬਾਰਾ ਰਾਜੇਸ਼ ਜੀ, ਇੱਕ ਪਾਸੇ ਤਾਂ ਮਨ ਕੀ ਬਾਤ ਦੇ ਵਿੱਚ ਨਰਿੰਦਰ ਮੋਦੀ ਜਿਹੜੇ ਨੇ ਪ੍ਰਧਾਨ ਮੰਤਰੀ, ਉਹ ਇਹ ਕਹਿੰਦੇ ਨੇ ਗੱਲ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਅੰਦੋਲਨ ਨੂੰ ਗਲਤ ਤਰੀਕੇ ਨਾਲ ਜਿਹੜਾ ਭੜਕਾਇਆ ਜਾ ਰਿਹਾ ਹੈ, ਇਹ ਜਿਹੜੇ ਕਾਨੂੰਨ ਨੇ ਇਹ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਨੇ। ਉਹ ਤਾਂ ਇੱਕ ਗੱਲ ਇਹ ਕੀਤੀ ਜਾ ਰਹੇ ਨੇ। ਦੂਜੇ ਪਾਸੇ ਜਿਹੜੇ ਕੇਂਦਰੀ ਮੰਤਰੀ ਨੇ ਉਹ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦੇ ਰਹੇ ਨੇ ਕਿ ਆਓ ਆਪਾਂ ਗੱਲਬਾਤ ਕਰਦੇ ਹਾਂ। ਸੋ ਇਹ ਇੱਕ ਪਾਸੇ ਬੀਜੇਪੀ ਦਾ ਵੀ ਕਹਿੰਦੇ ਰੁਖ ਜਿਹੜਾ ਉਹ ਮੁੜਿਆ ਜਿਹਾ ਲੱਗ ਰਿਹਾ। ਪ੍ਰਧਾਨ ਮੰਤਰੀ ਕੁਝ ਹੋਰ ਕਹੀ ਜਾ ਰਹੇ ਨੇ, ਬਾਕੀ ਮੰਤਰੀ ਗੱਲਬਾਤ ਕਰ ਰਹੇ ਨੇ। ਇਹ ਨਵੀਂ ਰਣਨੀਤੀ ਕੀ ਚੱਲਦੀ ਹੈ ਕਿ ਅਜੇ ਤੱਕ ਪ੍ਰਧਾਨ ਮੰਤਰੀ ਤੇ ਬਾਕੀ ਮੰਤਰੀਆਂ ਦੇ ਵਿੱਚ, ਬੀਜੇਪੀ ਦੇ ਮੰਤਰੀਆਂ 'ਚ, ਕੇਂਦਰੀ ਮੰਤਰੀਆਂ 'ਚ ਵੀ ਕਿਤੇ ਨਾ ਕਿਤੇ ਅਜੇ ਕੋਈ ਸਹਿਮਤੀ ਨਹੀਂ ਬਣ ਪਾ ਰਹੀ ਕਿ ਹੁਣ ਕਰਨਾ ਕੀ ਹੈ? ਦੇਖੋ, ਇਹ ਵਾਕਿਆ ਤੁਹਾਡਾ ਬੜਾ ਇੰਟਰਸਟਿੰਗ ਸਵਾਲ ਹੈ ਔਰ ਕਿਉਂਕਿ ਜ਼ਾਹਿਰ ਤੌਰ ਤੇ ਅੱਜ ਜਿਹੜੀ ਮੀਟਿੰਗ ਹੋਣੀ ਸੀ ਉਸਦੇ ਵਿੱਚ ਵੀ ਉਮੀਦ ਜ਼ਾਹਿਰ ਕੀਤੀ, ਕਿਉਂਕਿ ਅਮਿਤ ਸ਼ਾਹ ਸਿੱਧੇ ਕਿਸਾਨ ਆਗੂਆਂ ਨੂੰ ਫੋਨ ਕਰਕੇ ਕਹਿ ਰਹੇ ਸਨ ਕਿ ਜੀ ਆਪਾਂ ਗੱਲਬਾਤ ਕਰ ਲੈਂਦੇ ਹਾਂ, ਜਾਂ ਉਸ ਤੋਂ ਪਹਿਲਾਂ ਇਹ ਜ਼ੋਰ ਪਾ ਰਹੇ ਸੀ ਕਿ ਤੁਸੀਂ ਬਰਾੜੀ ਦੇ ਵਿੱਚ ਆ ਕੇ ਬੈਠ ਜਾਓ। ਅਜਿਹੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਸਨ ਔਰ ਹੁਣ ਮੀਟਿੰਗ ਦੇ ਵਿੱਚ ਵੀ ਬੜੀ ਉਮੀਦ ਸੀ ਕਿ ਜਾਂ ਅਮਿਤ ਸ਼ਾਹ ਬੈਠਣਗੇ ਜਾਂ ਰਾਜਨਾਥ ਸਿੰਘ ਬੈਠਣਗੇ, ਪਰ ਉਹ ਲੀਡਰਾਂ ਨਾਲ ਮੀਟਿੰਗ ਫੇਰ ਕੀਤੀ ਗਈ ਔਰ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਿਹੜੇ ਹਨ ਉਹ ਬਿਆਨਾਤ, ਜਿਹੜੇ ਤੁਸੀਂ ਵੀ ਜ਼ਿਕਰ ਕੀਤਾ ਹੈ, ਬਿਆਨਾਤ ਦੇ ਰਹੇ ਹਨ। ਔਰ ਇਹ ਦੇਖੋ, ਇਸ ਗੱਲ ਦਾ ਕੁੱਲ ਲਬਲ ਇਹ ਨਿਕਲਦਾ ਕਿ ਕੇਂਦਰ ਸਰਕਾਰ ਜਿਹੜੀ ਆ ਉਹਦੀ ਹੇਕੜੀ ਅਜੇ ਵੀ ਕਾਇਮ ਹੈ। ਹਾਲਾਂਕਿ ਦਬਾਅ ਹੈ, ਪਰ ਇਸ ਗੱਲ ਤੋਂ ਇਹ ਗੱਲ ਜ਼ਰੂਰ ਸਪਸ਼ਟ ਹੁੰਦੀ ਹੈ ਕਿ ਜਦੋਂ ਅਸੀਂ ਆਪਣੇ ਟੌਪ ਲੀਡਰ ਨਾਲ ਗੱਲ ਵੀ ਨਾ ਕਰਾਉਂਦੇ ਤੇ ਫਿਰ ਸਾਡੇ ਦਿਮਾਗ 'ਚ ਇਹ ਹੁੰਦਾ ਕਿ ਇਹ ਹਜੇ ਉਹਨਾਂ ਦਾ ਇਹ ਜਿਹੜੇ ਅੰਦੋਲਨ ਕਰ ਰਹੇ ਨੇ ਜਾਂ ਇਹਨਾਂ ਦਾ ਹਜੇ ਉਹ ਲੈਵਲ ਨਹੀਂ ਬਣਿਆ, ਇਹਨਾਂ ਨੂੰ ਥੱਲੇ ਹੈਂਡਲ ਕਰ ਲਾਂਗੇ। ਇਹ ਜਿਹੜੀ ਦਿਮਾਗ ਦੇ ਵਿੱਚ ਜਿਹੜੀ ਗੱਲ ਚੱਲਦੀ ਹੈ ਇਹ ਗੱਲ ਮਾੜੀ ਹੈ। ਹਾਲਾਂਕਿ ਦਬਾਅ ਉਹਨਾਂ ਤੇ ਬਹੁਤ ਜ਼ਿਆਦਾ ਹੈ, ਇਸੇ ਕਰਕੇ ਉਹਨਾਂ ਦੀਆਂ ਮੀਟਿੰਗਾਂ ਚੱਲਦੀਆਂ, ਲਗਾਤਾਰ ਚੱਲਦੀਆਂ ਹਨ। ਹੁਣ ਬਾਹਰੋਂ ਵੀ ਜਿਹੜਾ ਦਬਾਅ ਬਣਦਾ ਜਾ ਰਿਹਾ ਹੈ, ਪਰ ਇਹ ਜਿਹੜੀ ਚੀਜ਼ ਦਿਮਾਗ 'ਚੋਂ ਜਿੱਦਣ ਨਿਕਲ ਗਈ, ਨਹੀਂ ਹੁਣ ਸਾਡਾ ਲੈਵਲ ਨਹੀਂ ਰਿਹਾ, ਹੁਣ ਇਹ ਲੈਵਲ ਜਿਹੜਾ ਹੈ ਸਿੱਧਾ ਪ੍ਰਧਾਨ ਮੰਤਰੀ ਦਾ ਹੈ, ਸਿੱਧਾ ਅਮਿਤ ਸ਼ਾਹ ਦਾ
ਲੈਵਲ ਇਹ ਚੀਜ਼ ਜਿਹੜੀ ਹੈ ਉਹ ਬਣਨੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਜਿਹੜੇ ਲੋਕ ਜਿਹੜੇ ਜਿਨ੍ਹਾਂ ਨਾਲ ਮੀਟਿੰਗ ਹੋ ਰਹੀ ਹੈ, ਇਹ ਮੀਟਿੰਗ ਦੇ ਵਿੱਚ ਕੋਈ ਫੈਸਲਾ ਲੈਣ ਦੇ ਕਾਬਿਲ ਹੀ ਨਹੀਂ ਆ ਕਿ ਮੀਟਿੰਗ ਕਰ ਰਹੇ ਹਨ। ਪਹਿਲੇ ਉਸ ਤੋਂ ਪਹਿਲਾਂ ਦੇਖੋ ਸਟੈਟਿਕ ਬਣ ਗਿਆ। ਪਹਿਲਾਂ ਸਿਰਫ ਜਿਹੜੇ ਸੈਕਟਰੀ ਲੈਵਲ ਤੇ ਮੀਟਿੰਗ ਹੁੰਦੀ ਸੀ, ਅਫਸਰਾਂ ਨਾਲ ਮੀਟਿੰਗ ਹੁੰਦੀ ਸੀ, ਮੰਤਰੀਆਂ ਨਾਲ ਮੀਟਿੰਗ ਨਹੀਂ ਹੋ ਰਹੀ ਸੀ, ਔਰ ਕਿਸਾਨ ਇਸ ਗੱਲ ਤੋਂ ਕਾਫੀ ਨਾਰਾਜ਼ ਵੀ ਸਨ। ਉਹ ਮੀਟਿੰਗ ਜਿਹੜੀਆਂ ਬੁਰੀ ਤਰ੍ਹਾਂ ਨਾਲ ਫਲॉप ਹੋਈ। ਹੁਣ ਮੀਟਿੰਗ ਜਿਹੜੀ ਹੈ ਸਿਲਸਿਲਾ ਚੱਲ ਰਿਹਾ ਹੈ, ਕੇਂਦਰੀ ਮੰਤਰੀਆਂ ਨਾਲ ਮੀਟਿੰਗ ਦਾ ਸਿਲਸਿਲਾ ਚੱਲ ਰਿਹਾ ਹੈ। ਤੇ ਕੀ 3 ਤਰੀਕ ਨੂੰ ਹੁਣ ਅਮਿਤ ਸ਼ਾਹ ਮੀਟਿੰਗ ਲੈਣਗੇ? ਜੇ ਅਮਿਤ ਸ਼ਾਹ ਮੀਟਿੰਗ ਲੈਂਦਾ ਹੈ ਜਾਂ ਪ੍ਰਧਾਨ ਮੰਤਰੀ ਖੁਦ ਮੀਟਿੰਗ ਲੈਂਦੇ ਹਨ ਤਾਂ ਹੋ ਸਕਦਾ ਉਸ ਦੇ ਵਿੱਚ ਕੋਈ ਨਾ ਕੋਈ ਨਤੀਜਾ ਜਿਹੜਾ ਉਹ ਸਾਹਮਣੇ ਆ ਸਕਦਾ ਹੋਵੇ। ਰਾਜੇਸ਼ ਜੀ ਬਾਰ-ਬਾਰ ਗ੍ਰਹਿ ਮੰਤਰੀ ਰਾਜਨਾਥ ਜੋ ਹੈ ਖੁਦ ਵੀ ਉਹ ਕਿਸਾਨਾਂ ਦੇ ਕਹਿਣਾ ਨਾਲ ਬਹੁਤ ਰਾਬਤਾ ਔਖਾ ਬਣਾ ਹੈ ਹਾਲ ਰਹੇ ਦੀ ਘੜੀ। ਜੀ, ਉਹ ਕਾਲ ਕਰ ਰਹੇ ਸੀ, ਰਾਜਨਾਥ ਖੁਦ ਕਿਸਾਨ ਜਥੇਬੰਦੀਆਂ ਨੂੰ ਬੁਲਾ ਰਹੇ ਸੀ, ਗੱਲਬਾਤ ਦੇ ਰਹੀ। ਪਰ ਜਿੰਨੀਆਂ ਮੀਟਿੰਗਾਂ ਹੁਣ ਤੱਕ ਹੋ ਚੁੱਕੀਆਂ ਨੇ ਉਹਨਾਂ ਦੇ ਵਿੱਚ ਰਾਜਨਾਥ ਸਿੰਘ ਸ਼ਾਮਿਲ ਖੁਦ ਨਹੀਂ ਹੁੰਦੇ, ਮੀਟਿੰਗਾਂ ਤੋਂ ਦੂਰ ਰਹੇ ਨੇ। ਹਾਲਾਂਕਿ ਕਾਲ ਉਹ ਕਰਦੇ ਨੇ, ਬੁਲਾਉਂਦੇ ਉਹ ਨੇ ਮੀਟਿੰਗ, ਪਰ ਸ਼ਾਮਿਲ ਨਹੀਂ ਹੋ ਰਹੇ। ਤੇ ਹੁਣ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਹੈ ਜਲਦੀ ਇਹ ਲੱਗ ਸਕਦਾ ਹੈ ਕਿ ਪ੍ਰਧਾਨ ਮੰਤਰੀ ਖੁਦ ਨਾਲ ਬੈਠਣਗੇ ਜਾਂ ਫਿਰ ਕਿਤੇ ਨਾ ਕਿਤੇ ਗ੍ਰਹਿ ਮੰਤਰੀ ਵੀ ਨਾਲ ਬੈਠ ਸਕਦੇ ਨੇ ਤੇ ਫਿਰ ਹੱਲ ਨਿਕਲ ਸਕਦਾ ਹੈ। ਲੱਗਦਾ ਕਿ 3 ਤਰੀਕ ਵਾਲੀ ਮੀਟਿੰਗ ਕੁਝ ਇਸ ਤਰੀਕੇ ਦਾ ਇਸ਼ਾਰਾ ਦੇ ਰਹੀ ਹੈ। ਬਿਲਕੁਲ ਇਹੀ ਗੱਲ ਮੈਂ ਕਰ ਰਿਹਾ ਕਿ ਇਹ ਜਿਹੜੀ ਮੀਟਿੰਗ ਹੈ ਹੁਣ 3 ਤਰੀਕ ਦੀ ਮੀਟਿੰਗ ਹੈ, ਬਹੁਤ ਕ੍ਰੂਸ਼ੀਅਲ ਮੀਟਿੰਗ ਹੋਣ ਵਾਲੀ ਹੈ, ਬਹੁਤ ਅਹਿਮ ਮੀਟਿੰਗ ਹੋਣ ਵਾਲੀ ਹੈ। ਔਰ ਇਸ ਦੇ ਵਿੱਚ ਹਾਲਾਂਕਿ ਜੋ ਹਾਲਾਤ ਨਜ਼ਰ ਆ ਰਹੇ ਹਨ ਉਸ ਦੇ ਵਿੱਚ ਹੇਕੜੀ ਅਜੇ ਕਾਇਮ ਹੈ। ਅਜੇ ਜਿਹੜੇ ਮੰਤਰੀ ਹਨ ਉਹਨਾਂ ਨੂੰ ਲੱਗਦਾ ਹੈ ਕਿ ਉਹ ਆਪਣੇ ਲੈਵਲ ਤੇ ਇਸ ਮਸਲੇ ਨੂੰ ਸੁਲਝਾ ਲੈਣਗੇ। ਔਰ ਪਰ ਜਿੱਦਾਂ ਵੱਡਾ ਮਸਲਾ ਹੈ ਲਗਾਤਾਰ ਬਣਦਾ ਜਾ ਰਿਹਾ ਹੈ, ਜਿੱਦਾਂ ਵੱਡਾ ਅੰਦੋਲਨ ਇਹ ਲਗਾਤਾਰ ਬਣਦਾ ਜਾ ਰਿਹਾ ਹੈ, ਇਸ ਦਾ ਹੱਲ ਕੱਢਣਾ ਬਹੁਤ ਜ਼ਰੂਰੀ ਹੈ। ਔਰ ਜੇ 3 ਤਰੀਕ ਨੂੰ ਕੋਈ ਹੱਲ ਨਹੀਂ ਨਿਕਲਦਾ, ਕੋਸ਼ਿਸ਼ ਇਹਨਾਂ ਦੀ ਇਹੀ ਹੈ ਕਿ ਕਿਸੇ ਤਰੀਕੇ ਨਾਲ ਅੱਖ ਥੱਕ ਕੇ ਵਾਪਸ ਚਲ ਜਾਣ ਜਾਂ ਕਿਸੇ ਤਰੀਕੇ ਨਾਲ ਅੰਦੋਲਨ ਕਮਜ਼ੋਰ ਪੈ ਜਾਏ, ਪਰ ਉਹ ਹੋਣ ਵਾਲਾ ਨਹੀਂ ਹੈ। ਇਹ ਕੇਂਦਰ ਨੂੰ ਸਮਝ ਲੈਣਾ ਚਾਹੀਦਾ ਹੈ। ਕੇਂਦਰ ਕਿਤੇ ਨਾ ਕਿਤੇ ਅਜੇ ਵੀ ਇਸ ਨੂੰ ਹਲਕੇ ਦੇ ਵਿੱਚ ਲੈ ਰਿਹਾ ਹੈ। ਉਹ ਉਸ ਨੂੰ ਬਹੁਤ ਸੀਰੀਅਸਲੀ ਲੈਣਾ ਪਵੇਗਾ, ਕਿਉਂਕਿ ਇਹ ਅੰਦੋਲਨ ਦਾ ਰੁਖ ਜਿਸ ਪਾਸੇ ਵੱਲ ਨੂੰ ਚੱਲਿਆ ਹੋਇਆ ਹੈ। ਔਰ ਜਿੱਦਾਂ ਮੈਂ ਪਹਿਲਾਂ ਵੀ ਗੱਲ ਕਹੀ ਕਿ ਹਰ ਕਿਸਾਨ ਦੀ ਸੋਚ ਹੁਣ ਇਹ ਹੈ ਇਸ ਵੇਲੇ ਕਿ ਕਰੋ ਜਾਂ ਮਰੋ, ਕਿ ਇਸ ਵੇਲੇ ਉਹ ਇਹ ਸੋਚ ਕੇ ਬੈਠਾ ਹੈ ਕਿ ਜੇ ਹੁਣ ਨਹੀਂ ਤੇ ਕਦੀ ਨਹੀਂ, ਇਹ ਸੋਚ ਕੇ ਬੈਠਾ ਹੈ। ਔਰ ਇਸ ਦੇ ਨਾਲ ਨਾਲ ਉਹ ਕਿਸਾਨ ਜਿਹੜਾ ਹੈ ਉਹ ਹੁਣ ਇੱਕ ਸੋਚ ਡਿਵੈਲਪ ਹੋ ਚੁੱਕੀ ਹੈ ਕਿ ਜਿੱਤ ਕੇ ਵਾਪਸ ਜਾਣਾ ਹੈ। ਉਹ ਜਿੱਤ ਜਿਹੜੀ ਹੈ ਉਹ ਬਿਲਕੁਲ ਕੁਝ ਕਿਲੋਮੀਟਰ ਦੀ ਦੂਰੀ ਤੇ ਹੈ। ਜੰਤਰ ਮੰਤਰ ਜਾਣਾ ਹੀ ਬਾਰਡਰ ਘੇਰ ਲੈ, ਹੁਣ ਕੁਝ ਕਿਲੋਮੀਟਰ ਦੀ ਦੂਰੀ ਤੇ ਹੈ। ਉਹ ਵੀ ਛੇਤੀ ਜਿਹੜੀ ਹੈ ਉਹ ਤੈਅ ਹੋ ਜਾਵੇਗੀ। ਔਰ ਉਸ ਦੇ ਵਾਸਤੇ 3 ਤਰੀਕ ਜਿਹੜੀ ਦੇਖਣੀ ਬਹੁਤ ਅਹਿਮ ਹੈ। ਪ੍ਰੈਸ਼ਰ ਬਿਲਡ ਅਪ ਜਿਹੜਾ ਹੈ ਉਹ ਲਗਾਤਾਰ ਹੋ ਰਿਹਾ ਹੈ। ਸੋ ਅੱਗੇ ਕਿਹਾ ਜਾ ਰਿਹਾ ਸੀਗਾ ਕਿ ਕੁਝ ਜਿਹੜੀਆਂ ਜਥੇਬੰਦੀਆਂ ਨੇ ਰਾਜੇਸ਼ ਜੀ, ਕੁਝ ਇੱਕਾ ਦੁੱਕਾ ਅਜਿਹੇ ਵੀ ਲੋਕ ਨੇ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਤੋੜਿਆ, ਇਸ ਅੰਦੋਲਨ ਦੇ ਨਾਲ ਪਹਿਲਾਂ ਤੁਰੇ, ਉਸ ਤੋਂ ਬਾਅਦ ਵਿੱਚੋਂ ਦੀ ਛੱਡਿਆ, ਤੇ ਜਿਹਨੂੰ ਕਹਿ ਸਕਦੇ ਆ ਕਿ ਕੋਈ ਨਾ ਕੋਈ ਕਿਤੇ ਨਾ ਕਿਤੇ ਜਿਹੜੀ ਹੈ ਫੁੱਟ ਦਿਖਾਈ ਦਿੱਤੀ ਹੈ। ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਹੜੀ ਇਹ ਫੁੱਟ ਵੀ ਸੀਗੀ ਇਹ ਵੀ ਹਜੇ ਤੱਕ ਜਿਹੜੀ ਹੈ ਹਜੇ ਵੀ ਇਸ ਅੰਦੋਲਨ ਦੇ ਆਲੇ ਦੁਆਲੇ ਜਿਹੜੀ ਹੈ ਉਹ ਪਨਪਦੀ ਦਿਖਾਈ ਦੇ ਰਹੀ ਹੈ। ਕੁਝ ਜਥੇਬੰਦੀਆਂ ਜਿਹੜੀਆਂ ਨੇ ਉਹ ਸਪੋਰਟ ਨਹੀਂ ਕਰ ਰਹੀਆਂ ਇਸ ਅੰਦੋਲਨ ਨੂੰ। ਦੇਖੋ ਇਹ ਕਹਿਣਾ ਜਿਹੜੀਆਂ ਜਥੇਬੰਦੀਆਂ ਹਨ, ਜਿਹੜੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਹਨ, ਉਹ ਬਹੁਤ ਸਮਝਦਾਰੀ ਨਾਲ ਕੰਮ ਲੈ ਰਹੇ ਹਨ। ਤੁਸੀਂ ਦੇਖੋ ਕਿ ਇੱਕ ਕੁਝ ਬੰਦਿਆਂ ਦਾ ਇਕੱਠ ਜਿਹੜਾ ਉਸਨੂੰ ਜਦੋਂ ਕਿਤੇ ਲੈ ਕੇ ਜਾਂਦੇ ਹਾਂ ਤੇ ਉਸਨੂੰ ਸਾਂਭਣਾ ਕਿੰਨਾ ਔਖਾ ਹੋ ਜਾਂਦਾ ਹੈ। ਇੱਥੇ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਹਨ, ਔਰ ਪੂਰੇ ਦੇਸ਼ ਦੀ ਗੱਲ ਕਰੀਏ ਤਾਂ 500 ਤੋਂ ਵੱਧ ਜਥੇਬੰਦੀਆਂ, ਫਿਰ ਵੀ ਉਸਦੇ ਬਾਵਜੂਦ ਇੱਕ ਸੰਯੁਕਤ ਮੋਰਚਾ ਬਣਾਇਆ ਜਾ ਰਿਹਾ ਹੈ ਜਿੱਥੇ ਇੰਨੀਆਂ ਬੜੀਆਂ ਜਥੇਬੰਦੀਆਂ, ਇੰਨੇ ਵੱਡੀ ਸੰਖਿਆ ਦੇ ਵਿੱਚ ਕਿਸਾਨ, ਦੇਸ਼ ਭਰ ਦੇ ਕਿਸਾਨ, ਔਰ ਉਸ ਦੀਆਂ ਜਿਹੜੀਆਂ ਖਾਸ ਤੌਰ ਤੇ ਜੇ ਅਸੀਂ ਪੰਜਾਬ ਦੀ, ਹਰਿਆਣਾ ਦੀ ਇਹਨਾਂ ਜਥੇਬੰਦੀਆਂ ਦੀ ਗੱਲ ਕਰੀਏ, 30 ਜਥੇਬੰਦੀਆਂ ਜਿਹੜੀਆਂ ਹਨ ਉਹ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਜਿਹੜੀਆਂ ਬਣਾਈਆਂ ਗਈਆਂ ਹਨ, ਸੰਯੁਕਤ ਮੋਰਚਾ ਬਣਾਇਆ ਗਿਆ ਹੈ। ਉਸ ਤੋਂ ਬਾਅਦ ਹੁਣ ਯੂਪੀ ਦੇ ਵੀ ਨਾਲ ਮਿਲ ਗਏ, ਹੁਣ ਹੋਰ ਵੀ ਕਈ ਜਥੇਬੰਦੀਆਂ ਨਾਲ ਮਿਲਦੀਆਂ ਜਾ ਰਹੀਆਂ ਹਨ। ਐਡਾ ਵੱਡਾ ਜਿਹੜੀ ਜਥੇਬੰਦੀਆਂ ਨੂੰ ਲੈ ਕੇ ਇੱਕ ਸਮਝ ਲਓ ਕਿ ਦੇਸ਼ ਵਿਆਪੀ ਅੰਦੋਲਨ ਨੂੰ ਨਾਲ ਲੈ ਕੇ ਇੱਕ ਜਗ੍ਹਾ ਤੇ ਕਾਇਮ ਕਰਕੇ ਉਸ ਤੋਂ ਬਾਅਦ ਗੱਲਬਾਤ ਕਰਨੀ, ਇਹ ਕੋਈ ਖਾਲਾ ਜਿਹਦਾ ਵੜਾ ਨਹੀਂ, ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਔਰ ਉਸ ਲੈਵਲ ਤੇ ਜਾ ਕੇ ਗੱਲ ਕਰਨੀ ਔਰ ਸਾਰਿਆਂ ਨੂੰ ਇਕੱਠੇ ਰੱਖਣਾ, ਇੱਕ ਬੁੱਕਲ ਦੇ ਵਿੱਚ ਲੈ ਕੇ ਰੱਖਣਾ, ਇਹ ਕਿਸਾਨਾਂ ਵੱਲੋਂ ਜੇ ਕੀਤਾ ਜਾ ਰਿਹਾ ਹੈ, ਇਹ ਇਸ ਤੋਂ ਤਾਂ ਸਗੋਂ ਪੋਲੀਟੀਕਲ ਪਾਰਟੀਆਂ ਨੂੰ ਸਿੱਖਣਾ ਚਾਹੀਦਾ ਹੈ ਕੁਝ, ਕਿ ਅੰਦੋਲਨ ਕਿਵੇਂ ਹੁੰਦੇ ਹਨ, ਕਿਵੇਂ ਲੈ ਕੇ ਇਕੱਠੇ ਸਾਰਿਆਂ ਨੂੰ ਚੱਲਿਆ ਜਾ ਸਕਦਾ ਹੈ। ਇਹ ਚੀਜ਼ ਸਿੱਖਣ ਵਾਲੀ ਹੈ ਸਗੋਂ। ਤੇ ਕਿਸੇ ਕੋਈ ਵੀ ਤਾਕਤ ਜਿਹੜੀ ਉਹ ਤੋੜ ਨਹੀਂ ਪਾ ਰਹੀ। ਕਿੰਨੀ ਕੋਸ਼ਿਸ਼ ਕੀਤੀ ਗਈ, ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਬਲ ਨਾਲ, ਛਲ ਨਾਲ ਇਹ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਇਸ ਅੰਦੋਲਨ ਨੂੰ ਕਮਜ਼ੋਰ ਕੀਤਾ ਜਾਏ, ਇਸ ਅੰਦੋਲਨ ਨੂੰ ਤੋੜਿਆ ਜਾਏ, ਪਰ ਕਾਮਯਾਬੀ ਨਹੀਂ ਮਿਲ ਸਕੀ। ਬਲਕਿ ਇਹ ਅੰਦੋਲਨ ਜਿਹੜਾ ਹੈ ਉਹ ਹੋਰ ਮਜ਼ਬੂਤ ਹੁੰਦਾ ਗਿਆ ਔਰ ਹੁੰਦਾ ਜਾ ਰਿਹਾ ਹੈ। ਇਹ ਗੱਲ ਜਿਹੜੀ ਬੜੀ ਸਮਝਣੀ ਜ਼ਰੂਰੀ ਹੈ। ਜਿਹੜੀ ਗੱਲ ਦੀ ਅਸੀਂ ਚਰਚਾ ਕਰ ਰਹੇ ਹਾਂ, ਜਿਹੜੀ ਚੀਜ਼ ਸਾਨੂੰ ਨਜ਼ਰ ਆ ਰਹੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ, ਜਿਹੜੀ ਕਿਸਾਨਾਂ ਨੇ ਦੇਖੋ ਰਿਲੈਕਸੇਸ਼ਨ ਦਿੱਤੀ, ਕਿਸਾਨਾਂ ਨੇ ਗੱਡੀਆਂ ਚੱਲਣ ਦੀ ਇਜਾਜ਼ਤ ਦੇ ਦਿੱਤੀ। ਔਰ ਪਹਿਲੋਂ ਹਾਲਾਂਕਿ ਬਾਜ਼ਿਦ ਸਨ ਕਿਸਾਨ ਕਿ ਨਹੀਂ
ਜੇ ਤੁਸੀਂ ਪੈਸੇਂਜਰ ਪਲੋਸ ਕੇ ਪੈਸੇਂਜਰ ਟ੍ਰੇਨਾਂ ਚਲਾ ਲੋਗੇ, ਫਿਰ ਤੁਹਾਡਾ ਪਰਨਾਲਾ ਉੱਥੇ ਦਾ ਉੱਥੇ ਹੀ, ਫਿਰ ਤੁਸੀਂ ਗੱਲ ਉਹੀ ਕਰਨੀ ਹੈ। ਹਾਲਾਂਕਿ ਗੱਲ ਉਹੀ ਹੋ ਰਹੀ ਹੈ ਜਿਸ ਦਾ ਕਿਸਾਨਾਂ ਨੂੰ ਡਰ ਸੀ, ਪਰ ਕਿਸਾਨਾਂ ਨੇ ਫਿਰ ਵੀ ਨਰਮ ਦਿਲੀ ਵਿਖਾਈ। ਪੰਜਾਬ ਦੇ ਵਧੇਰੇ ਹਿੱਤਾਂ ਦੇ ਮੱਦੇ ਨਜ਼ਰ ਉਹਨਾਂ ਨੇ ਇਹ ਕਹਿ ਦਿੱਤਾ ਕਿ ਚਲੋ ਠੀਕ ਹੈ, ਪੈਸੇਂਜਰ ਗੱਡੀਆਂ ਚਲਾਓ। ਪਰ ਉਸ ਦੇ ਬਾਵਜੂਦ ਉਸਦਾ ਨਤੀਜਾ ਕੀ ਨਿਕਲ ਰਿਹਾ ਹੈ ਕਿ ਪੰਜਾਬ ਦਾ ਜਿਹੜਾ ਨੁਕਸਾਨ ਹੋਣੋਂ ਤੋਂ ਬਚ ਗਿਆ। 43,000 ਕਰੋੜ ਦਾ ਨੁਕਸਾਨ ਜਿਹੜਾ ਪੰਜਾਬ ਦਾ ਹੋ ਚੁੱਕਾ ਸੀਗਾ, ਪਰ ਹੁਣ ਉਹ ਨੁਕਸਾਨ ਹੋਣਾ ਬਚ ਗਿਆ। ਕਿਸਾਨਾਂ ਦਾ ਜਿਹੜਾ ਸੀਗਾ, ਉਹਨਾਂ ਦਾ ਕਿਸਾਨਾਂ ਦਾ ਨੁਕਸਾਨ ਅਜੇ ਵੀ ਹੋ ਰਿਹਾ। ਲੱਖਾਂ ਦੀ ਤਾਦਾਦ ਦੇ ਵਿੱਚ ਕਿਸਾਨ ਜਿਹੜੇ ਹਨ ਧਰਨੇ ਤੇ ਬੈਠੇ ਹਨ ਔਰ ਧਰਨੇ ਤੇ ਜਾ ਰਹੇ ਹਨ। ਉਹ ਨੁਕਸਾਨ ਲਗਾਤਾਰ ਜਾਰੀ ਹੈ, ਪ੍ਰੈਸ਼ਰ ਬਿਲਡ ਅਪ ਕਰਨ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ, ਪਰ ਉਸਦਾ ਨਤੀਜਾ ਜਿਹੜਾ ਹੈ ਉਹ ਹੁਣ ਕਿਸਾਨ ਇਹ ਸੋਚ ਕੇ ਬੈਠੇ ਹਨ ਕਿ ਜਾਂ ਮਰਾਂਗੇ ਜਾਂ ਮਾਰਾਂਗੇ, ਜਿੱਤ ਕੇ ਆਵਾਂਗੇ। ਔਰ ਇਹ ਬਾਜੀ ਜਿਹੜੀ ਹੈ ਉਹ ਜਿਹੜੀ ਪੰਜਾਬ ਤੋਂ ਸ਼ੁਰੂ ਹੋਈ ਸੀ ਅੰਦੋਲਨ, ਇਹ ਪੂਰਾ ਹੁਣ ਦੇਸ਼ ਵਿਆਪੀ ਅੰਦੋਲਨ ਬਣ ਗਿਆ ਹੈ ਔਰ ਹੋਰ ਜਿਹੜਾ ਹੈ ਤਿੱਖਾ ਹੁੰਦਾ ਜਾ ਰਿਹਾ ਹੈ। ਜੀ ਰਾਜੇਸ਼ ਜੀ, ਜਦੋਂ ਇਸ ਤਰੀਕੇ ਦੇ ਕੋਈ ਵੀ ਅੰਦੋਲਨ ਹੁੰਦਾ ਹੈ ਵੱਡੇ ਪੱਧਰ ਦੇ ਉੱਤੇ, ਤਾਂ ਜ਼ਾਹਿਰ ਜੀ ਗੱਲ ਹੈ ਇੰਟਰਨੈਸ਼ਨਲ ਲੈਵਲ ਤੇ ਵੀ ਬਹੁਤ ਜ਼ਿਆਦਾ ਸਪੋਰਟ ਹੁੰਦੀ ਹੈ। ਇਸ ਵੇਲੇ ਜਿਹੜਾ ਕਿਸਾਨ ਅੰਦੋਲਨ ਹੈ ਉਸਨੂੰ ਵੱਡੇ ਪੱਧਰ ਦੇ ਉੱਤੇ ਹੈ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਸਪੋਰਟ ਕੀਤੀ ਜਾ ਰਹੀ ਹੈ। ਇੰਟਰਨੈਸ਼ਨਲ ਲੈਵਲ ਦੇ ਉੱਤੇ ਫੰਡਿੰਗ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ। ਹਾਲਾਂਕਿ ਫੰਡਿੰਗ ਨੂੰ ਲੈ ਕੇ ਥੋੜ੍ਹੀ ਬਹੁਤੇ ਜ਼ਰੂਰ ਗੱਲਾਂ ਸਾਹਮਣੇ ਆਈਆਂ ਨੇ ਕਿ ਫੰਡਿੰਗ ਜਿਹੜੀ ਆ ਉਹ ਕਿੱਥੇ ਕੀਤੀ ਜਾਵੇ, ਕਿਹਨਾਂ ਹੱਥਾਂ ਦੇ ਵਿੱਚ ਸੌਂਪੀ ਜਾਵੇ। ਇਹ ਥੋੜ੍ਹੀ ਕਨਫਿਊਜ਼ਨ ਬਣੀ ਹੋਈ ਹੈ ਕਿ ਇਸ ਨੂੰ ਲੈ ਕੇ ਕੋਈ ਵਿਵਸਥਾ ਕੀਤੀ ਗਈ ਹੈ? ਕੀ ਜਾਣਕਾਰੀ ਤੁਹਾਡੇ ਤੱਕ ਪਹੁੰਚੀ ਹੈ? ਦੇਖੋ, ਜਿਵੇਂ ਕਿ ਮੈਂ ਪਹਿਲਾਂ ਕਹਿ ਰਿਹਾ ਸੀ ਕਿ ਅੰਦੋਲਨ ਜਿਹੜਾ ਹੈ ਇਸ ਦਾ ਦਾਇਰਾ ਬਹੁਤ ਵੱਧ ਚੁੱਕਾ ਹੈ। ਸਿਰਫ ਇਹ ਨਾ ਅਸੀਂ ਸਮਝੀਏ ਕਿ ਦਿੱਲੀ ਦੇ ਵਿੱਚ ਜੇ ਬੈਠੇ ਨੇ, ਬਾਰਡਰ ਸੀਲ ਕਰਕੇ ਬੈਠੇ ਨੇ ਕਿਸਾਨ, ਉਹ ਦੇਸ਼ ਭਰ ਚ ਉੱਥੇ ਪਹੁੰਚ ਰਹੇ ਨੇ, ਤਾਂ ਇਹ ਹੁਣ ਆਲਮੀ ਤੌਰ ਤੇ ਪਹੁੰਚ ਚੁੱਕਾ ਹੈ, ਪੂਰਾ ਇੱਕ ਗਲੋਬਲ ਲੈਵਲ ਤੇ ਪਹੁੰਚ ਚੁੱਕਾ ਹੈ। ਔਰ ਹਰ ਥਾਂ ਤੋਂ ਜਿਹੜਾ ਹੈ ਉਹ ਕਿਸਾਨਾਂ ਦੀ ਸਪੋਰਟ ਜਿਹੜੀ ਆ ਰਹੀ ਹੈ। ਔਰ ਇੱਥੋਂ ਤੱਕ ਕਿ ਸਰਕਾਰਾਂ ਦੇ ਲੈਵਲ ਤੇ ਜੇ ਸਪੋਰਟ ਆ ਰਹੀ ਹੈ ਤੇ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ। ਦੂਜੇ ਪਾਸੇ ਜਦੋਂ ਵੀ ਅੰਦੋਲਨ ਚੱਲਦੇ ਹਨ, ਜਿਵੇਂ ਕਿ ਬਰਗਾੜੀ ਦਾ ਅੰਦੋਲਨ ਚੱਲਿਆ ਸੀ ਜਾਂ ਹੋਰ ਅੰਦੋਲਨ ਚੱਲੇ ਸੀ, ਕੁਝ ਲੋਕ ਜਿਹੜੇ ਕਰਦੇ ਆ ਉਹ ਆਪਣੇ ਪੇजेस ਤਿਆਰ ਕਰ ਲੈਂਦੇ ਆ। ਪੇਜ ਤਿਆਰ ਕਰਕੇ ਉਹਦੇ ਵਿੱਚ ਇੱਕ ਮਾਸ ਮੂਵਮੈਂਟ ਬਣਾਉਣ ਦੀ ਤਾਂ ਕੋਸ਼ਿਸ਼ ਕਰਦੇ ਹਨ, ਪਰ ਉਸਦੇ ਵਿੱਚ ਉਦੇਸ਼ ਕੁਝ ਹੋਰ ਹੁੰਦਾ ਹੈ। ਉਸਦੇ ਵਿੱਚ ਪੈਸੇ ਇਕੱਠੇ ਕਰਨ ਦਾ ਉਦੇਸ਼ ਜਿਹੜਾ ਉਹ ਸਾਹਮਣੇ ਆਉਣਾ ਸ਼ੁਰੂ ਹੋ ਜਾਂਦਾ ਹੈ। ਤਾਂ ਇਸ ਦੇ ਵਿੱਚ ਵੀ ਜਿਹੜੀ ਗੱਲ ਸਾਹਮਣੇ ਆਈ ਹੈ ਉਸਦੇ ਵਿੱਚ ਕਿ ਕੁਝ ਪੇਜ ਬਣਾ ਕੇ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਗਈ ਕਿ ਪੈਸੇ ਕਿਸਾਨਾਂ ਨੂੰ ਉੱਥੇ ਲੋੜ ਹੈ ਤਾਂ ਆਹ ਪੈਸੇ ਜਿਹੜੇ ਹਨ ਅਕਾਊਂਟ ਨੰਬਰ ਦਿੱਤੇ ਜਾਂਦੇ ਹਨ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਤੋਂ ਵਾਕਿਆ ਹੀ ਬਹੁਤ ਸਾਵਧਾਨ ਹੋਣ ਦੀ ਲੋੜ ਹੈ ਕਿ ਅਜਿਹੇ ਲੋਕ ਜਿਹੜੇ ਹਨ ਉਹ ਗਲਤ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਇਹ ਜਿਹੜੀ ਚੀਜ਼ ਨਹੀਂ ਹੋਣੀ ਚਾਹੀਦੀ। ਔਰ ਹੁਣ ਇਸ ਬਾਰੇ ਦੇਖੋ, ਜਿਹੜਾ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਜੇ ਮੈਂ ਜੇ ਬਾਹਰੋਂ ਜਿਹੜੇ ਲੋਕ ਹਨ ਵਿਦੇਸ਼ ਦੇ ਵਿੱਚ, ਜੇ ਕੋਈ $20 ਦਿੰਦਾ ਹੈ, $30 ਦਿੰਦਾ ਹੈ, ਮੈਨੂੰ ਤਾਂ ਲੱਗਦਾ ਚੱਲ ਮੇਰਾ ਕੀ ਫਰਕ ਪੈ ਗਿਆ ਯਾਰ, ਜੇ ਮੈਂ $100 ਦੇ ਵੀ ਦਿੱਤੇ, $20 ਦੇ ਵੀ ਦਿੱਤੇ ਤੇ ਮੈਨੂੰ ਕੀ ਫਰਕ ਪੈ ਗਿਆ। ਪਰ ਉਹਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਸਦਾ ਇੱਕ ਪੈਸਾ ਜਿਹੜਾ ਹੈ ਜਿੱਥੇ ਲੋੜ ਹੈ ਉੱਥੇ ਜਾਵੇ। ਇੱਕ ਬੰਦਾ $20 ਇਕੱਠੇ ਕਰੀ ਜਾ ਰਿਹਾ, ਇੱਕ ਪੂਰਾ ਵੱਡਾ ਸਰਮਾਇਆ ਬਣਾ ਕੇ ਆਪਣੇ ਕੋਲ ਲੈ ਗਿਆ, ਪਰ ਜਿਹੜੀ ਸਹੀ ਜਗ੍ਹਾ ਜਿੱਥੇ ਪਹੁੰਚਣਾ ਚਾਹੀਦਾ ਉੱਥੇ ਨਹੀਂ ਪਹੁੰਚਿਆ। ਤੇ ਫਿਰ ਹਾਲਾਂਕਿ ਤੁਸੀਂ ਦੇਖਿਆ ਅੰਦੋਲਨ ਦੇ ਵਿੱਚ ਕਿਸੇ ਥਾਂ ਤੇ ਕੋਈ ਕਮੀ ਨਹੀਂ ਹੈ, ਪੂਰੀ ਤਰ੍ਹਾਂ ਲੰਗਰ, ਦੁੱਧ, ਲੱਸੀ, ਦਹੀਂ, ਹਰ ਤਰ੍ਹਾਂ ਦੀ ਸੇਵਾ ਜਿਹੜੀ ਹੈ ਉੱਥੇ ਚੱਲ ਰਹੀ ਹੈ। ਔਰ ਇੱਥੋਂ ਤੱਕ ਇਹ ਵੀ ਦੇਖਣ ਨੂੰ ਮਿਲਿਆ ਕਿ ਟਰੈਕਟਰ ਟਰਾਲੀਆਂ ਦੇ ਵਿੱਚ ਫ੍ਰੀ ਤੇਲ ਪਾਇਆ ਗਿਆ। ਜੀ ਸੋ ਆਪਣਾ ਸਾਰਾ ਰਸਦ ਪਾਣੀ ਲੈ ਕੇ ਰਾਜੇਸ਼ ਜੀ ਉਹ ਉੱਥੇ ਪਹੁੰਚੇ ਨੇ। ਮਤਲਬ ਇਹ ਨਹੀਂ ਪਤਾ ਕਿ ਕਿੰਨੇ ਦਿਨ ਲੱਗਣੇ, ਇਹ ਨਹੀਂ ਪਤਾ ਕਿੰਨੇ ਮਹੀਨੇ ਲੱਗਣੇ ਆ, ਕਿੰਨਾ ਸਮਾਂ ਹਜੇ ਲੱਗ ਜਾਊਗਾ, ਪਰ ਹਰ ਚੀਜ਼ ਉਹਨਾਂ ਦੇ ਕੋਲ ਅਵੇਲੇਬਲ ਹੈ। ਕਿਸੇ ਚੀਜ਼ ਦੀ ਕੋਈ ਉੱਥੇ ਕਮੀ ਨਹੀਂ ਦੇਖੀ ਜਾ ਰਹੀ। ਔਰ ਇਨਫੈਕਟ ਕੁਝ ਤਸਵੀਰਾਂ ਇੰਨੀਆਂ ਕੁ ਰਾਜੇਸ਼ ਜੀ ਪੋਜ਼ਿਟਿਵ ਦਿਖਾਈ ਦਿੱਤੀਆਂ। ਹੁਣ ਤੱਕ ਜਦੋਂ ਵੀ ਅਸੀਂ ਸਾਰੇ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ ਤਾਂ ਇੱਕ ਇੱਦਾਂ ਟੈਨਸ਼ਨ ਜੀ ਲੱਗ ਰਹੀ ਸੀਗੀ ਕਿ ਹਾਏ ਕੀ ਹੋਏਗਾ ਸਾਡੇ ਕਿਸਾਨ ਵੀਰਾਂ ਦਾ, ਕਦੋਂ ਇਸ ਅੰਦੋਲਨ ਨੂੰ ਜਿਹੜਾ ਉਹ ਉਹਨਾਂ ਨੂੰ ਹੱਕ ਮਿਲੇਗਾ, ਇਹ ਅੰਦੋਲਨ ਰੁਕੇਗਾ, ਉਹਨਾਂ ਦੀ ਉੱਥੇ ਠੰਡ ਦੇ ਵਿੱਚ ਕੀ ਹਾਲਤ ਹੋ ਰਹੀ ਹੈ। ਇਹ ਬਹੁਤ ਸਾਰੀਆਂ ਗੱਲਾਂ ਜ਼ਹਿਨ ਦੇ ਵਿੱਚ ਆ ਰਹੀਆਂ ਸੀ, ਪਰ ਕੁਝ ਤਸਵੀਰਾਂ ਇੰਨੀਆਂ ਕੁ ਪੋਜ਼ਿਟਿਵ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਜਦੋਂ ਇੱਦਾਂ ਦੇ ਅੰਦੋਲਨ ਹੁੰਦੇ ਤੇ ਸ਼ਾਇਦ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਸੀ, ਜਿਨ੍ਹਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਅਸੀਂ ਇਸ ਅੰਦੋਲਨ ਦਾ ਹਿੱਸਾ ਨਹੀਂ ਬਣਨਾ ਕਿਉਂਕਿ ਉੱਥੇ ਠੰਡ ਬਹੁਤ ਹੋਣੀ ਹੈ, ਰਾਤ ਨੂੰ ਰੁਕਣ ਦਾ ਕੋਈ ਸਾਧਨ ਨਹੀਂ ਹੈ, ਬਿਮਾਰ ਹੋ ਗਏ ਤਾਂ ਕੀ ਹੋਗਾ, ਸਭ ਤੋਂ ਵੱਡੀ ਗੱਲ ਹੈ ਕਰੋਨਾ ਵਾਇਰਸ ਦਾ ਡਰ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਭ ਬੜੇ ਸਾਰੇ ਖਤਰੇ ਜਿਹੜੇ ਨੇ ਆਸੇ ਪਾਸੇ ਮੰਡਰਾ ਰਹੇ ਸੀ। ਉਸ ਸਾਰੀਆਂ ਚੀਜ਼ਾਂ ਨੂੰ ਇੱਕ ਸਾਈਡ ਬਾਏ ਕਰਕੇ ਕੋਈ ਉੱਥੋਂ ਅਜਿਹੀ ਖਬਰ ਨਹੀਂ ਆਈ ਕਿ ਕਿਸੇ ਨੂੰ ਕਰੋਨਾ ਹੋ ਗਿਆ ਜਾਂ ਕੀ ਹੈ, ਕੋਈ ਬਿਮਾਰ ਪਿਆ। ਬਹੁਤ ਹੀ ਘੱਟ ਜਿਹੜੀਆਂ ਖਬਰਾਂ ਇਸ ਤਰੀਕੇ ਦੀਆਂ ਆਈਆਂ ਨੇ ਕਿ ਕਿਸੇ ਨੂੰ ਕੋਈ ਜਿਹੜਾ ਨੁਕਸਾਨ ਹੋਇਆ ਹੋਵੇ। ਅਦਰਵਾਈਜ਼ ਪੋਜ਼ਿਟਿਵ ਤਸਵੀਰਾਂ ਦੇ ਵਿੱਚ ਸਭ ਇਕੱਠੇ ਬਹਿ ਕੇ ਖਾਣਾ ਖਾ ਰਹੇ ਨੇ, ਲੰਗਰ ਬਣਾਇਆ ਜਾ ਰਿਹਾ, ਸਭ ਨੂੰ ਪਰੋਸਿਆ ਜਾ ਰਿਹਾ ਹੈ ਔਰ ਪਾਣੀ ਦੀ ਵਿਵਸਥਾ ਹਰ ਤਰੀਕੇ ਦੀ ਉੱਥੇ ਚੀਜ਼ ਜਿਹੜੀ ਹੈ ਉਹ ਮੁਹੱਈਆ ਹੋਈ ਤੇ ਬੜਾ ਖੁਸ਼ ਹੋ ਕੇ ਜਿਹੜੇ ਨੇ ਕਿਸਾਨ ਅਜੇ ਵੀ ਗੁੱਟ ਬਣਾ ਕੇ ਬੈਠੇ ਹੋਏ ਨੇ। ਇਨਫੈਕਟ ਅਸੀਂ ਹੁਣ ਵੀ ਸਾਡੀ ਟੀਵੀ ਸਕਰੀਨ ਤੇ ਵੀ ਤਸਵੀਰਾਂ ਕੁਝ ਇਸ ਤਰੀਕੇ ਦੀਆਂ ਚੱਲ ਰਹੀਆਂ ਨੇ ਜਿਸ ਵਿੱਚ
ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਬੜੀ ਤਸੱਲੀ ਦੇ ਨਾਲ ਆਪਣੇ ਕੰਮ ਕਰਦੇ ਨਜ਼ਰ ਆ ਰਹੇ ਨੇ। ਦਿਨ ਚੜ੍ਹਦਾ ਹੈ, ਦਿਨ ਵੇਲੇ ਜਿਹੜਾ ਹੈ ਉਹ ਆਪਣੇ ਕੰਮ ਸ਼ੁਰੂ ਕਰ ਦਿੰਦੇ ਨੇ ਕਿ ਅੱਜ ਕੀ ਕਰਨਾ ਹੈ, ਰਣਨੀਤੀ ਬਣਾਈ ਜਾਂਦੀ, ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਬਹੁਤ ਹੀ ਪੀਸਫੁਲੀ ਤਰੀਕੇ ਦੇ ਨਾਲ, ਜਿਹੜਾ ਕਿ ਸ਼ਾਇਦ ਕਿਸੇ ਅੰਦੋਲਨ ਦੇ ਵਿੱਚੋਂ ਹੁਣ ਤੱਕ ਹੈ ਇਦਾਂ ਦੀ ਪੋਜ਼ਿਟਿਵ ਤਸਵੀਰ ਨਿਕਲ ਕੇ ਨਹੀਂ ਆਈ। ਬਿਲਕੁਲ, ਮੈਂ ਇਸੇ ਗੱਲ ਦਾ ਜ਼ਿਕਰ ਪਹਿਲਾਂ ਕਰ ਰਿਹਾ ਸੀਗਾ ਕਿ ਸਲੂਟ ਹੈ ਪੰਜਾਬੀ ਵੀਰਾਂ ਨੂੰ ਜਿਹੜੇ ਉੱਥੇ ਗਏ ਹੋਏ ਨੇ, ਔਰ ਇਹ ਸਿਰਫ ਪੰਜਾਬੀ ਕਰ ਸਕਦੇ ਨੇ, ਹੋਰ ਕੋਈ ਨਹੀਂ ਕਰ ਸਕਦਾ। ਹਰ ਹਾਲਾਤ ਦੇ ਵਿੱਚ, ਹਰ ਸਥਿਤੀ ਦੇ ਵਿੱਚ ਜਿਹੜੇ ਉਹ ਖੁਸ਼ ਰਹਿੰਦੇ ਨੇ, ਔਰ ਇਸੇ ਤਰੀਕੇ ਨਾਲ ਮੁਸੀਬਤਾਂ ਨੂੰ ਝੱਲਦੇ ਵੀ ਨੇ, ਔਰ ਮੁਸੀਬਤਾਂ ਇਹਨਾਂ ਤੋਂ ਕੋ ਦੂਰ ਵੀ ਰਹਿੰਦੀਆਂ ਨੇ। ਇਹ ਬਿਲਕੁਲ ਇੱਕ ਅਜਿਹੀ ਤਸਵੀਰ ਸਾਹਮਣੇ ਆ ਰਹੀ ਹੈ। ਹਾਲਾਂਕਿ ਉੱਥੇ ਚਾਰੇ ਪਾਸੇ ਮੁਸੀਬਤਾਂ ਹੀ ਮੁਸੀਬਤਾਂ ਨੇ। ਇੰਨੀ ਠੰਡ ਦੇ ਵਿੱਚ, ਕੜਾਕੇ ਦੀ ਠੰਡ ਦੇ ਵਿੱਚ ਇਸ ਢੰਗ ਨਾਲ ਉੱਥੇ ਜਿਉਣਾ ਬੜਾ ਵੱਡਾ ਇੱਕ ਹੌਸਲਾ ਜਿਹੜਾ ਉਹ ਦੱਸਦਾ ਹੈ। ਔਰ ਇਹ ਤਸਵੀਰਾਂ ਜਿਹੜੀਆਂ ਹਨ ਇਹ ਦਿੱਲੀ ਨੂੰ ਵਿਚਲਿਤ ਕਰਨ ਵਾਲੀਆਂ ਹਨ, ਦਿੱਲੀ ਨੂੰ ਹਿਲਾਉਣ ਵਾਲੀਆਂ ਹਨ ਇਹ ਤਸਵੀਰਾਂ, ਕਿ ਇਹ ਪੰਜਾਬੀ ਅਕਲ ਚੱਕਣ ਵਾਲੇ ਨਹੀਂ ਹੈ। ਔਰ ਇਹ ਲਗਾਤਾਰ ਇਸੇ ਤਰੀਕੇ ਨਾਲ ਹੱਸਦੇ ਖੇਡਦੇ, ਕਿਉਂਕਿ ਦੇਖੋ ਮੈਂ ਦੇਖਿਆ ਕਿ ਕਈ ਲੋਕ ਜਿਹੜੇ ਆਪਣੇ ਪਰਸਨਲ ਮੋਬਾਈਲ ਫੋਨਸ ਤੋਂ ਲਾਈਵ ਕਰਕੇ ਜਿਹੜੇ ਆਪਣੇ ਤਸਵੀਰਾਂ ਵਿਖਾ ਰਹੇ ਹਨ, ਦੱਸ ਰਹੇ ਹਨ, ਦਿੱਲੀ ਦੇ ਸਿੰਘੂ ਬਾਰਡਰ ਤੋਂ, ਟਿਕਰੀ ਬਾਰਡਰ ਤੋਂ, ਇਹਨਾਂ ਥਾਵਾਂ ਤੋਂ ਦੱਸ ਰਹੇ ਹਨ ਕਿ ਕਿਸ ਢੰਗ ਨਾਲ ਉਹਨਾਂ ਦਾ ਅੰਦੋਲਨ ਵੀ ਚੱਲ ਰਿਹਾ ਹੈ ਔਰ ਉਹਦਾ ਆਨੰਦ ਵੀ ਮਾਣ ਰਹੇ ਹਨ। ਉਹ ਸਾਰੀਆਂ ਚੀਜ਼ਾਂ ਦੱਸ ਰਹੇ ਹਨ। ਔਰ ਹਰ ਸ਼ਖਸ ਜਿਹੜਾ ਕੋਈ ਆਮ ਜਿਹਾ ਸ਼ਖਸ ਵੀ ਉੱਥੇ ਜਾ ਕੇ, ਵੈਸੇ ਤਾਂ ਜਿਹੜਾ ਵੀ ਉੱਥੇ ਪਹੁੰਚਿਆ ਹੈ ਯੋਧਾ ਹੈ, ਉਹ ਆਮ ਨਹੀਂ ਹੈ, ਪਰ ਜਦੋਂ ਉੱਥੋਂ ਲਾਈਵ ਕਰਦਾ ਹੈ ਆਪਣੇ ਫੋਨ ਤੇ ਤਾਂ ਹਜ਼ਾਰਾਂ ਲੋਕ ਉਸ ਦੇ ਨਾਲ ਜੁੜਦੇ ਹਨ ਔਰ ਆਪਣੀਆਂ ਦੁਆਵਾਂ ਜਿਹੜੀਆਂ ਉਹਨਾਂ ਨੂੰ ਦਿੰਦੇ ਹਨ, ਆਪਣਾ ਆਸ਼ੀਰਵਾਦ ਦਿੰਦੇ ਹਨ ਕਿ ਤੁਸੀਂ ਗਏ ਹੋ ਯੋਧੇ ਤੇ ਜਿੱਤ ਕੇ ਆਓ। ਇਹ ਚੀਜ਼ਾਂ ਜਿਹੜੀਆਂ ਵੇਖਣ ਨੂੰ ਮਿਲਦੀਆਂ ਹਨ, ਇਹ ਬੜਾ ਵੱਡਾ ਤੇ ਬਹੁਤ ਵਧੀਆ ਇੱਕ ਸਾਈਨ ਹੈ ਇਸ ਗੱਲ ਦਾ ਕਿ ਜਿਹੜੇ ਖਾਲਸੇ ਹਨ ਉਹ ਬਿਲਕੁਲ ਹੱਸਦੇ ਖੇਡਦੇ ਬਿਲਕੁਲ ਰਾਜੇਸ਼ ਜੀ ਕਹਿੰਦੇ ਨੇ ਕਦੇ ਨਾ ਵੱਧ ਖੁਸ਼ੀਆਂ ਮਨਾਉਣਗੇ, ਪਰ ਇੱਕ ਗੱਲ ਦੀ ਤਾਕੀਦ ਵੀ ਕੀਤੀ ਜਾ ਰਹੀ ਹੈ ਵਾਰ-ਵਾਰ ਇਸ ਗੱਲ ਦੀ। ਜੀ, ਕਿਹਾ ਜਾਂਦਾ ਹੈ ਕਿ ਜਦੋਂ ਨਾ ਸੱਚੇ ਮਨ ਦੇ ਨਾਲ ਕੋਈ ਵੀ ਚੀਜ਼ ਕਰਨ ਦੇ ਲਈ, ਜਦੋਂ ਪੂਰੀ ਇੱਕ ਲੋਕ ਲਹਿਰ ਬਣ ਜਾਂਦੀ ਹੈ, ਸੱਚੇ ਮਨ ਦੇ ਨਾਲ ਕੋਈ ਹੱਕ ਮੰਗਣ ਦੇ ਲਈ ਉਹ ਤੁਰ ਪੈਂਦੇ ਨੇ ਘਰੋਂ, ਜਿੱਥੇ ਆਪਾਂ ਹੁਣੇ ਜ਼ਿਕਰ ਕਰ ਰਹੇ ਸੀ ਕਿ ਕਰੋ ਤੇ ਮਰੋ ਵਾਲੀ ਜਿਹੜੀ ਸਥਿਤੀ ਉਹ ਬਣੀ ਹੋਈ ਹੈ। ਤੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਕਹਿੰਦੇ ਨੇ ਕਈ ਵਾਰੀ ਕੁਦਰਤ ਵੀ ਮਿਹਰਬਾਨ ਹੋ ਜਾਂਦੀ ਹੈ, ਰੱਬੀ ਤੌਰ ਦੇ ਉੱਤੇ ਵੀ ਜਿਹੜਾ ਰੱਬ ਵੀ ਨਾਲ ਜੁੜ ਜਾਂਦਾ ਹੈ ਕਿ ਅੰਦੋਲਨ ਨੂੰ, ਕਿਉਂਕਿ ਅਸੀਂ ਹਮੇਸ਼ਾ ਦੇਖਿਆ ਕਿ ਜਦੋਂ ਵੀ ਕਦੀ ਪੀਸਫੁਲੀ ਵੀ ਪ੍ਰੋਟੈਸਟ ਹੁੰਦੇ ਨੇ ਜਾਂ ਫਿਰ ਅੰਦੋਲਨ ਹੁੰਦੇ ਨੇ ਤਾਂ ਉਸ ਵੇਲੇ ਹੁੰਦਾ ਕੀ ਹੈ ਕਿ ਕੁਝ ਸ਼ਰਾਰਤੀ ਅਨਸਰ ਹੈ ਉਹ ਅਜਿਹਾ ਖਲਲ ਪਾਉਂਦੇ ਨੇ ਕਿ ਸਾਰੇ ਦੇ ਸਾਰੇ ਅੰਦੋਲਨ ਨੂੰ ਤਸਵੀਰ ਹੀ ਕੁਝ ਹੋਰ ਉਹਦੀ ਬਣ ਜਾਂਦੀ ਹੈ। ਕੁਝ ਸਾਰਾ ਅੰਦੋਲਨ ਇਸੇ ਚੱਕਰ ਦੇ ਵਿੱਚ ਖਰਾਬ ਹੋ ਜਾਂਦਾ ਹੈ ਕਿਉਂਕਿ ਸ਼ਰਾਰਤੀ ਅਨਸਰ, ਔਰ ਇਸ ਅੰਦੋਲਨ ਦੇ ਵਿੱਚ ਕੋਸ਼ਿਸ਼ਾਂ ਕੀਤੀਆਂ ਸ਼ਰਾਰਤੀ ਅੰਦੋਲਨਾਂ ਨੇ, ਮਾਫ ਕਰਨਾ, ਸ਼ਰਾਰਤੀ ਜਿਹੜੇ ਅਨਸਰ ਸੀ ਉਹਨਾਂ ਨੇ ਇਸ ਅੰਦੋਲਨ ਨੂੰ ਖਰਾਬ ਕਰਨ ਦੀ, ਪਰ ਉਹਨਾਂ ਦੀ ਚੱਲ ਨਹੀਂ ਪਾਈ, ਕੋਈ ਅਸਰ ਦਿਖਾਈ ਨਹੀਂ ਦਿੱਤਾ। ਸੇਮ ਅੰਦੋਲਨ ਜਿਹੜਾ ਉਹ ਪੀਸਫੁਲੀ ਚੱਲ ਰਿਹਾ ਹੈ। ਦੇਖੋ ਇਹ ਅੰਦੋਲਨ ਜਿਹੜਾ ਚੱਲ ਰਿਹਾ ਹੈ ਬਹੁਤ ਵੱਡਾ ਲੈਵਲ ਹੈ, ਤਾਂ ਬਹੁਤ ਵੱਡੇ ਪੱਧਰ ਤੇ ਜਿਹੜਾ ਅੰਦੋਲਨ ਇਹ ਚੱਲ ਰਿਹਾ ਹੈ ਔਰ ਇਸ ਦੇ ਵਿੱਚ ਅਜਿਹੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਤੇ ਅਜੇ ਹੋਰ ਵੀ ਹੋ ਸਕਦੀਆਂ ਹਨ, ਇਸ ਤੋਂ ਵੀ ਜ਼ਿਆਦਾ ਕੋਸ਼ਿਸ਼ਾਂ ਹੋ ਸਕਦੀਆਂ ਹਨ। ਉਕਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੀਤੀ ਜਾ ਸਕਦੀ, ਹੋਰ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿ ਕਿਤੇ ਨਾ ਕਿਤੇ ਇਹ ਵਾਇਲੈਂਟ ਹੋਣ, ਕਿਤੇ ਨਾ ਕਿਤੇ ਕੋਈ ਅਜਿਹੀ ਗਲਤੀ ਕਰਨ ਜਿਸ ਦੇ ਨਾਲ ਇਹਨਾਂ ਤੇ ਉਂਗਲੀ ਚੁੱਕੀ ਜਾ ਸਕੇ, ਅਜਿਹਾ ਕੁਝ ਕਾਰਾ ਕੀਤਾ ਜਾਵੇ। ਪਰ ਉਹ ਕਿਸਾਨ ਜਿਹੜੇ ਹਨ ਹਾਲੇ ਤੱਕ ਤਾਂ ਬਹੁਤ ਸਮਝਦਾਰੀ ਵਰਤ ਰਹੇ ਹਨ ਔਰ ਆਪਣੇ ਸਾਥੀਆਂ ਨੂੰ ਵੀ ਵਾਰ-ਵਾਰ ਇਹ ਗੱਲ ਸਮਝਾ ਰਹੇ ਹਨ ਵੀ ਜਵਾਨੋ ਅਜਿਹਾ ਕੋਈ ਕਦਮ ਨਹੀਂ ਚੁੱਕਣਾ, ਅਜਿਹੀ ਕੋਈ ਗੱਲ ਨਹੀਂ ਕਰਨੀ, ਥੋੜਾ ਜਿਹਾ ਹੌਸਲੇ ਨਾਲ ਰੱਖੋ। ਔਰ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਜੇ ਤੁਹਾਡੇ ਕੋਲ ਕੋਈ ਅਜਿਹਾ ਮੀਡੀਆ ਵਾਲਾ ਹੁੰਦਾ ਜਿਹੜਾ ਤੁਹਾਨੂੰ ਉਕਸਾਉਣ ਦੀ ਗੱਲ ਕਰਦਾ ਹੈ, ਉਸਨੂੰ ਵੀ ਨਰਮੀ ਨਾਲ ਪੇਸ਼ ਆਓ ਔਰ ਉਸਨੂੰ ਵੀ ਇਹ ਕਹੋ ਕਿ ਜੇ ਤੁਸੀਂ ਗੱਲ ਕਰਨੀ ਹੈ ਤਾਂ ਸਾਡੇ ਜਿਹੜੇ ਮੀਡੀਆ ਦੇ ਜਿਹੜੇ ਮੇਨ ਆਗੂ ਹਨ ਉਹਨਾਂ ਨਾਲ ਗੱਲ ਕਰੋ ਔਰ ਆਪਣੇ ਆਪ ਕੋਈ ਅਜਿਹੇ ਬਿਆਨ ਦੇਣ ਦੀ ਕੋਸ਼ਿਸ਼ ਨਾ ਕਰੋ ਜਿਸ ਦੇ ਨਾਲ ਕਿ ਉਸਨੂੰ ਕੋਈ ਮੀਡੀਆ ਦੇ ਉੱਤੇ, ਚੈਨਲ ਦੇ ਉੱਤੇ ਕਿਤੇ ਮਿਸਯੂਜ਼ ਕੀਤਾ ਜਾਵੇ। ਅਜਿਹੀਆਂ ਚੀਜ਼ਾਂ ਜਿਹੜੀਆਂ ਸਮਝਾਈਆਂ ਜਾ ਰਹੀਆਂ ਹਨ ਵਾਰ-ਵਾਰ ਔਰ ਇਸੇ ਕਰਕੇ ਅੰਦੋਲਨ ਜਿਹੜਾ ਹੈ ਇਹ ਕਾਮਯਾਬ ਅੰਦੋਲਨ ਚੱਲ ਰਿਹਾ ਹੈ। ਰਾਜੇਸ਼ ਜੀ, ਮੇਰੇ ਜ਼ਿਹਨ ਦੇ ਵਿੱਚ ਇੱਕ ਗੱਲ ਆਈ ਔਰ ਮੈਂ ਬੜੀ ਸਮਝਦਾਰੀ ਨਾਲ ਕੰਮ ਲੈ ਰਹੇ ਜੀ, ਮੇਰੇ ਜ਼ਿਹਨ ਦੇ ਵਿੱਚ ਰਾਜੇਸ਼ ਜੀ ਇੱਕ ਗੱਲ ਇਸ ਵੇਲੇ ਆਈ ਹੈ, ਜਿੰਨੀ ਵੀ ਅਸੀਂ ਹੁਣ ਤੱਕ ਗੱਲਬਾਤ ਕਰ ਰਹੇ ਸੀ, ਸਰਕਾਰ ਚਲਾਣੀ ਤਾਂ ਕੋਈ ਅੰਨਦਾਤਾ ਤੋਂ ਸਿੱਖੇ, ਕਿਸਾਨਾਂ ਤੋਂ ਸਿੱਖੇ। ਸਾਰੀਆਂ ਸਰਕਾਰਾਂ ਦੀਆਂ ਸਟ੍ਰੈਟਜੀਜ਼ ਫੇਲ ਕਰ ਰਹੀਆਂ। ਇਹੀ ਗੱਲ ਕਹਿ ਰਿਹਾ ਸੀਗਾ ਯੂਨਿਟੀ ਸਰਕਾਰਾਂ ਕਿੰਨੀ ਕੋਸ਼ਿਸ਼ ਕਰਦੀਆਂ, ਕਿੰਨੇ ਇਨਾਮ ਵੰਡੇ ਜਾਂਦੇ ਨੇ, ਕਿੰਨੀ ਸ਼ਰਾਬ ਚੱਲਦੀ, ਜਦੋਂ ਸਾਡੇ ਇਲੈਕਸ਼ਨਸ ਅਸੀਂ ਦੇਖਦੇ ਹਾਂ ਤਾਂ ਯੂਨਿਟੀ ਨਾਲ ਕਰਨ ਦੇ ਲਈ ਸਰਕਾਰਾਂ ਨੂੰ ਕਿੰਨੇ ਐਫਰਟਸ ਕਰਨੇ ਪੈਂਦੇ ਨੇ, ਪਰ ਫਿਰ ਵੀ ਦੇਸ਼ ਕਿਵੇਂ ਚੱਲਦਾ, ਕੀ ਹਾਲਾਤ ਬਣੇ ਨੇ ਉਹ ਅਸੀਂ ਸਾਰੇ ਜਾਣਦੇ ਹਾਂ। ਪਰ ਅੰਨਦਾਤਾ ਨੇ, ਦੇਸ਼ ਦੇ ਕਿਸਾਨ ਨੇ ਇੰਨਾ ਸੋਹਣਾ ਮਤਲਬ ਤਰੀਕੇ ਨਾਲ ਸਭ ਮੇਨਟੇਨ ਕਰ ਦਿੱਤਾ ਤੇ ਸਰਕਾਰ ਚਲਾਣੀ ਤਾਂ ਕੋਈ ਇਹਨਾਂ ਤੋਂ ਸਿੱਖੇ, ਇੰਨੀ ਵਧੀਆ ਰਣਨੀਤੀ। ਦੇਖੋ ਇਹ ਕਿਉਂ ਕਾਮਯਾਬ ਨੇ, ਕਿਉਂਕਿ ਇਹਨਾਂ ਦੇ ਵਿੱਚ ਕੋਈ ਰਾਜਨੀਤੀ ਨਹੀਂ ਹੈ, ਇਹਨਾਂ ਦੇ ਵਿੱਚ ਕੋਈ ਸਿਆਸਤ ਨਹੀਂ ਹੈ, ਇਹ ਬਿਲਕੁਲ ਇੱਕ ਅਨਪੋਲ ਲੋਕ ਨੇ
ਔਰ ਬੜੇ ਸੱਚੇ ਦਿਲ ਨਾਲ ਨਿਕਲੇ ਹੋਏ ਨੇ, ਸੱਚੇ ਦਿਲ ਨਾਲ ਚੱਲੇ ਹੋਏ ਨੇ ਔਰ ਉੱਥੇ ਜਾ ਕੇ ਡੇਰੇ ਲਾ ਲਏ ਨੇ। ਸਾਰਿਆਂ ਨੂੰ ਪਤਾ ਕਿ ਸਾਡਾ ਸੱਚਾ ਹੱਕ ਹੈ, ਸਾਡਾ ਵਾਜਬ ਹੱਕ ਹੈ ਜਿਸ ਨੂੰ ਅਸੀਂ ਲੈਣਾ ਹੈ। ਉਹ ਚੀਜ਼ ਸੋਚ ਕੇ ਜਿਹੜੇ ਨਿਕਲੇ ਹੋਏ ਹਨ ਔਰ ਇਸੇ ਕਰਕੇ ਜਿਹੜਾ ਵਾਕਿਆ ਹੀ ਪ੍ਰਮਾਤਮਾ ਵੀ ਇਹਨਾਂ ਦਾ ਸਾਥ ਦੇ ਰਿਹਾ ਹੈ। ਔਰ ਬਿਲਕੁਲ ਆਪਣੇ ਜਿਹੜਾ ਇਹਨਾਂ ਨੇ ਇੱਕ ਟੀਚਾ ਮਿੱਥਿਆ ਹੈ ਉਹਦੇ ਬਿਲਕੁਲ ਲਾਗੇ ਹਨ। ਔਰ ਹੁਣ ਇਹ ਜਿਹੜੀ 3 ਤਰੀਕ ਦੀ ਗੱਲ ਹੋਣੀ ਉਸ ਦੇ ਵੱਲ ਨਿਗਾਹਾਂ ਹਨ ਔਰ ਬੜੇ ਸੁਚੱਜੇ ਢੰਗ ਨਾਲ ਇਸ ਨੂੰ ਅਮਲ ਦੇ ਵਿੱਚ ਲਿਆਂਦਾ ਜਾ ਰਿਹਾ ਹੈ। ਤੇ ਜੋ ਅਸੀਂ ਡਿਸਕਸ ਕਰ ਰਹੇ ਹਾਂ ਅੱਜ, ਤੇ ਮੈਨੂੰ ਉਮੀਦ ਹੈ ਕਿ 3 ਤਰੀਕ ਦੀ ਜਿਹੜੀ ਮੀਟਿੰਗ ਤੋਂ ਬਾਅਦ ਅਸੀਂ ਜਦੋਂ ਡਿਸਕਸ ਕਰਾਂਗੇ ਤੇ ਉਸ ਦੇ ਵਿੱਚ ਕੋਈ ਨਾ ਕੋਈ ਚੰਗੀ ਗੱਲ ਹੋ ਸਕਦਾ ਨਿਕਲ ਕੇ ਸਾਹਮਣੇ ਆ ਜਾਵੇ। ਹਾਲਾਂਕਿ ਵਾਕਈ ਜਿੱਦਾਂ ਮੈਂ ਪਹਿਲਾਂ ਗੱਲ ਕਹੀ ਕਿ ਸਰਕਾਰ ਦੀ ਹੇਕੜੀ ਅਜੇ ਉੱਥੇ ਹੀ ਆ, ਅਜੇ ਲੈਵਲ ਉਹਨਾਂ ਨੇ ਪਿਊਸ਼ ਗੋਇਲ ਤੱਕ ਹੀ ਰੱਖਿਆ ਜਾਂ ਜਿਹੜਾ ਤੋਮਰ ਤੱਕ ਹੀ ਰੱਖਿਆ, ਅਜੇ ਉਸ ਤੋਂ ਉੱਪਰ ਜਾਣ ਦੀ ਲੋੜ ਹੈ। ਜੇ ਫੋਨ ਕਰਕੇ ਕਹਿ ਸਕਦੇ ਨੇ ਤੇ ਫਿਰ ਗੱਲਬਾਤ ਲਈ ਸਾਹਮਣੇ ਵੀ ਆ ਸਕਦੇ ਹਨ ਔਰ ਕਿਤੇ ਨਾ ਕਿਤੇ ਕਿਸਾਨਾਂ ਨੂੰ ਜਿਹੜਾ ਵਾਜਬ ਜਵਾਬ ਦੇਣਾ ਪਵੇਗਾ, ਸੰਤੁਸ਼ਟ ਕਰਨਾ ਪਵੇਗਾ ਤੇ ਫਿਰ ਹੀ ਗੱਲ ਬਣੇਗੀ। ਨਹੀਂ ਤੇ ਅੰਦੋਲਨ ਜਿਹੜਾ ਰੁਖ ਇਖਤਿਆਰ ਕਰਦਾ ਜਾ ਰਿਹਾ ਹੈ ਇਹ ਸਰਕਾਰ ਵਾਸਤੇ ਬਹੁਤ ਖਤਰਨਾਕ ਸਾਬਿਤ ਹੋ ਸਕਦਾ ਹੈ। ਕੀ ਲੱਗਦਾ ਰਾਜੇਸ਼ ਜੀ, ਤੁਹਾਡਾ ਆਪਣਾ ਤਜਰਬਾ, ਤੁਹਾਡਾ ਆਪਣਾ ਨਜ਼ਰੀਆ ਜਿਹੜਾ ਕੀ ਕਹਿੰਦਾ? ਕਿਉਂਕਿ ਥੋੜੀ ਦੇਰ ਪਹਿਲਾਂ ਅਸੀਂ ਯਾਦਵਿੰਦਰ ਦਾ ਤਜਰਬਾ ਵੀ ਜਾਣਿਆ ਸੀ, ਉਹਨੇ ਆਪਣੇ ਨਜ਼ਰੀਏ ਤੋਂ ਦੱਸਿਆ ਕਿ ਹਜੇ ਕਿਸੇ ਲੈਵਲ ਦੇ ਉੱਤੇ ਲੱਗ ਨਹੀਂ ਰਿਹਾ ਕਿ ਕਿਤੇ ਨਾ ਕਿਤੇ ਸਰਕਾਰ ਜਿਹੜੀ ਆ ਝੁਕਦੀ ਨਜ਼ਰ ਆ ਰਹੀ ਹੈ ਜਾਂ ਫਿਰ 3 ਤਰੀਕ ਵਾਲੀ ਮੀਟਿੰਗ ਦੇ ਵਿੱਚ ਕੋਈ ਸਾਰਥਕ ਸਿੱਟਾ ਨਿਕਲ ਸਕਦਾ ਹੈ। ਤੁਹਾਡਾ ਨਜ਼ਰੀਆ ਵੀ ਇਹੀ ਕਹਿ ਰਿਹਾ ਜਾਂ ਕੁਝ ਹੋਰ? ਆਪਣਾ ਸਵਾਲ ਦੁਹਰਾਓਗੇ ਜਰਾ, ਮੈਨੂੰ ਆਵਾਜ਼ ਬਹੁਤ ਘੱਟ ਆ ਰਹੀ ਹੈ। ਰਾਜੇਸ਼ ਜੀ ਬਿਲਕੁਲ, ਅਸੀਂ ਤਜਰਬੇ ਦੀ ਗੱਲ ਕਰ ਰਹੇ ਸੀਗੇ। ਥੋੜੀ ਦੇਰ ਪਹਿਲਾਂ ਅਸੀਂ ਯਾਦਵਿੰਦਰ ਕਰਫਿਊ ਦੇ ਨਾਲ ਗੱਲ ਕਰ ਰਹੇ ਸੀਗੇ। ਉਹਨਾਂ ਨੇ ਵੀ ਕਿਹਾ ਕਿ ਜਿਹੜਾ ਮੇਰਾ ਨਜ਼ਰੀਆ ਜਾਂ ਮੇਰਾ ਤਜਰਬਾ ਹੈ ਉਹ ਇਹ ਕਹਿ ਰਿਹਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਹਜੇ ਸਿੱਟਾ ਨਿਕਲਣ ਦੀ ਕੋਈ ਰਾਹ ਸਾਫ਼ ਨਜ਼ਰ ਆਉਂਦੀ ਦਿਖਾਈ ਨਹੀਂ ਲੱਗ ਰਹੀ। 3 ਤਰੀਕ ਦੀ ਮੀਟਿੰਗ ਵੀ ਹਜੇ ਕੋਈ ਕਹਿੰਦੇ ਨੇ ਸਾਰਥਕ ਸੰਕੇਤ ਦੇ ਨਹੀਂ ਰਹੀ। ਤੁਹਾਡਾ ਤਜਰਬਾ, ਤੁਹਾਡਾ ਨਜ਼ਰੀਆ ਜਿਹੜਾ ਉਹ ਕੀ ਕਹਿੰਦਾ ਹੈ? ਦੇਖੋ, ਕਿਸਾਨ ਜਿਹੜੇ ਹਨ ਉਹ ਲੰਬੀ ਲੜਾਈ ਲੈ ਕੇ ਸੋਚ ਕੇ ਨਿਕਲੇ ਹੋਏ ਕਿ ਇਹ ਲੜਾਈ ਛੇਤੀ ਖਤਮ ਹੋਣ ਵਾਲੀ ਹੈ। ਅਸੀਂ ਇਹ ਨਹੀਂ ਕਹਿ ਰਹੇ ਕਿ 3 ਤਰੀਕ ਨੂੰ ਕੋਈ ਨਾ ਕੋਈ ਹੱਲ ਨਿਕਲ ਆਊਗਾ, 3 ਤਰੀਕ ਨੂੰ ਅਜਿਹਾ ਫੈਸਲਾ ਹੋ ਜਾਊਗਾ ਕਿ ਕਿਸਾਨ ਖੁਸ਼ੀ ਵਾਪਸ ਆ ਜਾਣਗੇ। ਇਹ ਹਜੇ ਲੱਗਦਾ ਨਹੀਂ ਹੈ। ਪਰ ਜੇ ਅਸੀਂ ਇਸ ਚੀਜ਼ ਨੂੰ ਇੱਕ ਚੰਗੀ ਹੋਪ ਲੈ ਕੇ ਚੱਲੀਏ ਕਿ ਕਹਿੰਦੇ ਕਿ ਜਿਹੜਾ ਇੱਕ ਚੰਗੀ ਸੋਚ ਲੈ ਕੇ ਚੱਲਣਾ ਚਾਹੀਦਾ ਹੈ ਕਿ 3 ਤਰੀਕ ਨੂੰ ਫੈਸਲਾ ਹੋ ਹੀ ਜਾਣਾ ਹੈ। ਤੇ ਉਸ ਦੇ ਮੱਦੇ ਨਜ਼ਰ ਤੇ ਮੈਂ ਜ਼ਰੂਰ ਕਹਾਂਗਾ ਕਿ ਹੁਣ 3 ਤਰੀਕ ਨੂੰ ਫੈਸਲਾ ਹੋ ਹੀ ਜਾਣਾ ਚਾਹੀਦਾ ਹੈ ਕਿ ਕਿਸਾਨ ਜਿਹੜੇ ਹਨ ਉਹ ਖੁਸ਼ੀ ਵਾਪਸ ਪਰਤਣ। ਬੜਾ ਲੰਬਾ ਅੰਦੋਲਨ ਚਲਾ ਗਿਆ ਹੈ। ਅਸੀਂ ਇੱਥੇ ਭਾਵੇਂ ਥੱਕ ਜਾਈਏ, ਕਿਸਾਨ ਬਿਨਾਂ ਸ਼ੱਕ ਨਹੀਂ ਥੱਕਣਗੇ ਔਰ ਆਪਣਾ ਕੰਮ ਪੂਰਾ ਕਰਕੇ ਹੀ ਵਾਪਸ ਆਉਣਗੇ। ਪਰ ਇਹ ਹੈ ਕਿ ਕਿਸਾਨ ਜਿਹੜੇ ਹਨ, ਜਿਵੇਂ ਕਿ ਮੈਂ ਵਾਰ-ਵਾਰ ਕਹਿ ਰਿਹਾ ਹਾਂ ਕਿ ਉਹ ਬਿਲਕੁਲ ਬਾਜ਼ੇਦ ਹਨ, ਬਿਲਕੁਲ ਲੰਮਾ ਇੱਕ ਆਪਣਾ ਲੈ ਕੇ ਚੱਲੇ ਹਨ ਕਿ ਲੰਮਾ ਹੀ ਸੰਘਰਸ਼ ਲੜਨਾ ਪੈਣਾ ਹੈ। ਦੂਜੇ ਪਾਸੇ ਜਿਹੜੀ ਹੇਕੜੀ ਇੱਕ ਸਰਕਾਰ ਦੀ ਉਹ ਉਹੀ ਹੈ ਕਿ ਜਿਹੜੀ ਸਪਸ਼ਟ ਹੋ ਰਹੀ ਸੀ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਕਿ ਉਹ ਫਿਰ ਇਹੀ ਮੂਡ ਚਾਹਣ ਕਿ ਕਿਸਾਨਾਂ ਨੂੰ ਸਮਝਾਇਆ ਜਾਏ ਕਿ ਕਿਸਾਨਾਂ ਦੇ ਫਾਇਦੇ ਦੇ ਵਿੱਚ ਹੈ। ਕਿਸਾਨ ਜਿਹੜੇ ਸਮਝਾਏ ਹਨ ਉਹਨਾਂ ਨੂੰ ਪੂਰੀ ਨੌਲੇਜ ਹੈ, ਇਸ ਕਾਨੂੰਨ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਔਰ ਸਭ ਤੋਂ ਵੱਡੀ ਗੱਲ, ਜੇ ਛੋਟੀ ਜਿਹੀ ਇੱਕ ਗੱਲ ਹੈ ਕਿ ਜੇ MSP ਦੀ ਗੱਲ ਕਰਦੇ ਹਨ ਕਿਸਾਨ, ਤਾਂ ਉਹਨਾਂ ਨੂੰ ਇਹ ਕਈ ਸਾਲਾਂ ਬੱਧੀ ਉਹ ਇਸ ਚੀਜ਼ ਚੋਂ ਨਿਕਲਦੇ ਆ ਰਹੇ ਹਨ ਔਰ ਆੜ੍ਹਤੀਆਂ ਨਾਲ ਜੋ ਉਹਨਾਂ ਦਾ ਸੁਮੇਲ ਹੈ ਉਹ ਲਗਾਤਾਰ ਚੱਲਦਾ ਆ ਰਿਹਾ ਹੈ। ਉਹ ਸਾਰੀਆਂ ਚੀਜ਼ਾਂ ਸਮਝਦੇ ਹਨ ਤੇ ਉਹ ਚੀਜ਼ ਉਹ ਮੰਗ ਰਹੇ ਹਨ ਕਿ ਜਿਹੜੀ ਪੁਰਾਣੀ ਉਹਨਾਂ ਦੀ ਸਥਿਤੀ ਹੈ ਕਮ ਸੇ ਕਮ ਉਹਨੂੰ ਹੀ ਕਾਇਮ ਕਰ ਦਿੱਤਾ ਜਾਏ। ਜਿਹੜਾ ਬਿਹਾਰ ਦੇ ਵਿੱਚ ਮਾਡਲ ਫੇਲ ਹੋ ਚੁੱਕਾ, ਜਿਹੜਾ 2005 ਦੇ ਵਿੱਚ ਉੱਥੇ ਲਾਗੂ ਕੀਤਾ ਸੀ, ਉਹ ਫੇਲ ਹੋ ਗਿਆ। ਉੱਥੇ MSP ਤੋਂ ਅੱਧੀ ਕੀਮਤ ਤੇ ਫਸਲਾਂ ਜਿਹੜੀਆਂ ਹਨ ਉਹ ਕਿਸਾਨਾਂ ਨੂੰ ਵੇਚਣੀਆਂ ਪੈ ਰਹੀਆਂ ਨੇ। ਤੇ ਉਹ ਚੀਜ਼ਾਂ ਜਿਹੜੀਆਂ ਹਨ ਜੇ ਤੁਸੀਂ ਇੱਥੇ ਲਾਗੂ ਕਰੋਗੇ ਤਾਂ ਉਹ ਕਿਸੇ ਕੀਮਤ ਤੇ ਵੀ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੋਵੇਗਾ, ਕਿਉਂਕਿ ਅੱਧੀਆਂ ਕੀਮਤਾਂ ਤੇ ਜੇ ਫਸਲ ਵੇਚਣੀ ਪੈਂਦੀ ਹੈ ਜਾਂ ਮੰਡੀਆਂ ਖਤਮ ਹੋ ਜਾਂਦੀਆਂ ਹਨ ਤੇ ਇਹ ਚੀਜ਼ਾਂ ਜਿਹੜੀਆਂ ਨੇ ਕਿਸਾਨ ਨੂੰ ਕਿਸੇ ਵੀ ਕੀਮਤ ਤੇ ਮਨਜ਼ੂਰ ਨਹੀਂ ਹੋਣਗੀਆਂ। ਦੇਖੋ, ਇੱਕ ਬੜੀ ਸਿੰਪਲ ਜੀ ਸਮਝਣ ਵਾਲੀ ਗੱਲ ਹੈ ਕਿ ਕਿਸਾਨ ਜਿਹੜਾ ਹੈ ਉਹ ਆਪਣੀ ਜਿੰਸ ਜਿਹੜੀ ਹੈ ਉਹ ਲੈ ਕੇ ਜਾ ਰਿਹਾ ਹੈ, ਮੰਡੀ ਦੇ ਵਿੱਚ ਲੈ ਕੇ ਜਾ ਰਿਹਾ ਹੈ। ਉੱਥੇ ਬਕਾਇਦਾ ਤੌਰ ਤੇ ਮੰਡੀ ਕਾਇਮ ਕੀਤੀ ਗਈ ਹੈ, ਮੰਡੀ ਅਫਸਰ ਹੈ ਜਿਹੜਾ ਕਿ ਉਸ ਤੇ ਸੁਪਰਵਿਜ਼ਨ ਕਰਦਾ ਹੈ। ਆੜ੍ਹਤੀਏ ਜਿਹੜੇ ਹਨ ਉਹ ਉਸ ਜਿੰਸ ਨੂੰ ਖਰੀਦਦੇ ਹਨ। ਇੱਕ MSP ਇੱਕ ਘੱਟੋ ਘੱਟ ਸਮਰਥਨ ਮੁੱਲ ਹੈ ਕਿ ਇਸ ਮੁੱਲ ਤੇ ਉਸਨੇ ਫਸਲ ਜਿਹੜੀ ਹੈ ਉਹਨੂੰ ਮਿਲਣਾ ਹੀ ਮਿਲਣਾ। ਤੇ ਦੂਜੇ ਪਾਸੇ ਜੇ ਇੱਕ ਨਵਾਂ ਪਲੇਅਰ ਜਿਹੜਾ ਆ ਜਾਂਦਾ ਹੈ ਤਾਂ ਨਵਾਂ ਪਲੇਅਰ ਜਿਹੜਾ ਹੈ ਉਹ ਪਹਿਲੋਂ ਕੀ ਕਰੇਗਾ, 1 ਸਾਲ 2 ਸਾਲ ਉਹ ਵੱਧ ਮੁੱਲ ਦੇ ਦੇਗਾ ਮੰਡੀ ਦੇ ਵਿੱਚ। ਜਿਹੜਾ MSP ਉਸ ਤੋਂ ਵੱਧ ਮੁੱਲ ਦੇ ਦੇਗਾ, ਵੱਧ ਮੁੱਲ ਦੇ ਕੇ ਉਸ ਤੋਂ ਬਾਅਦ ਅੱਗੇ
ਉਨੀ ਦੇਰ ਤੱਕ ਜਿੰਨੇ ਤੱਕ ਉਹ ਵੱਧ ਮੁੱਲ ਦਿੰਦਾ ਜਾਏਗਾ, ਹੌਲੀ ਹੌਲੀ ਮੰਡੀ ਖਤਮ ਹੁੰਦੀ ਜਾਏਗੀ। ਕਿਉਂਕਿ ਮੰਡੀ ਕਿਉਂ ਖਤਮ ਹੋਏਗੀ? ਕਿਉਂਕਿ ਜਿਹੜੇ ਨਵੇਂ ਪਲੇਅਰ ਆਉਣੇ ਨੇ, ਜਿਹੜੇ ਕਾਰਪੋਰੇਟ ਘਰਾਣੇ ਆਉਣੇ ਨੇ, ਉਹਨਾਂ ਨੇ ਉਸ ਦਾ ਜਿਹੜਾ ਟੈਕਸ ਨਹੀਂ ਦੇਣਾ, ਉਹਨਾਂ ਨੇ ਉਹ ਪੈਸਾ ਨਹੀਂ ਦੇਣਾ ਮੰਡੀਆਂ ਨੂੰ, ਜਿਹੜਾ ਮੰਡੀਆਂ ਨੂੰ ਪੈਸਾ ਜਿਹੜਾ ਮਿਲਦਾ ਸੀਗਾ। ਹੌਲੀ ਹੌਲੀ ਮੰਡੀਆਂ ਖਤਮ ਹੋ ਜਾਣਗੀਆਂ, ਤਾਂ ਸਿੱਧਾ ਵੇਚਣਾ, ਜਦੋਂ ਸਿੱਧਾ ਵੇਚੇਗਾ ਕਿਸਾਨ ਤਾਂ ਜ਼ਾਹਿਰ ਤੌਰ ਤੇ ਫਿਰ ਮਨਮਰਜ਼ੀ ਚੱਲੇਗੀ। ਬਿਲਕੁਲ। ਹੁਣ ਕਿਸਾਨ ਨੂੰ ਇਹ ਕਿਉਂ ਇਨਫੋਰਸ ਕੀਤਾ ਜਾ ਰਿਹਾ ਕਿ ਤੂੰ ਇੱਥੇ ਵੇਚ, ਤੂੰ ਮੰਡੀਆਂ 'ਚ ਨਾ ਵੇਚ, ਤੂੰ ਇੱਥੇ ਵੇਚ? ਇਹ ਕਿਸਾਨਾਂ ਨੂੰ ਕਿਉਂ ਇਨਫੋਰਸ ਕੀਤਾ ਜਾ ਰਿਹਾ ਹੈ? ਇਹ ਤਸਵੀਰ ਬਿਲਕੁਲ ਸਾਫ਼ ਹੈ। ਕਿਸਾਨ ਇੱਕ ਪਾਰਟਿਕੂਲਰ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਇਹ ਸਾਰਾ ਕੁਝ ਕਰ ਰਹੀ ਹੈ। ਚੀਜ਼ਾਂ ਬਿਲਕੁਲ ਸਾਫ਼ ਸਪਸ਼ਟ ਨੇ, ਕਿਸਾਨ ਇਹਨੂੰ ਚੰਗੀ ਤਰ੍ਹਾਂ ਸਮਝਦੇ ਨੇ, ਇਸੇ ਕਰਕੇ ਉਹ ਕਿਸੇ ਨਤੀਜੇ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਚੀਜ਼ ਜਿਹੜੀ ਸਥਿਤੀ ਹੈ ਘੱਟੋ ਘੱਟ ਉਹ ਜਿਉਂ ਦੀ ਤਿਉਂ ਬਣੀ ਰਹੇ, ਉਸ ਤਰ੍ਹਾਂ ਦੀ ਬਣਾ ਜੀ। ਰਾਜੇਸ਼ ਜੀ, ਸਮਾਂ ਸਾਡੇ ਕੋਲ ਫਿਲਹਾਲ ਅੱਗੇ ਇਜਾਜ਼ਤ ਨਹੀਂ ਦੇ ਰਿਹਾ। ਅਸੀਂ ਕੱਲ ਫਿਰ ਤੋਂ ਇਸ ਟੌਪਿਕ ਦੇ ਉੱਤੇ, ਕਿਸਾਨ ਅੰਦੋਲਨ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ, ਹੋਰ ਜਾਣਕਾਰੀ ਤੁਹਾਡੇ ਤੋਂ ਲਾਵਾਂਗੇ। ਫਿਲਹਾਲ ਦੇ ਲਈ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੋ ਕਿਸਾਨ ਅੰਦੋਲਨ ਦੇ ਉੱਤੇ ਲਗਾਤਾਰ ਅਸੀਂ ਗੱਲਬਾਤ ਕਰ ਰਹੇ ਹਾਂ। ਹਰ ਪਲੇਟਫਾਰਮ ਦੇ ਉੱਤੇ ਅੱਜ ਕੱਲ੍ਹ ਇਹੀ ਗੱਲ ਸੁਣਨ ਨੂੰ ਮਿਲ ਰਹੀ ਹੈ, ਪਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਅੱਜ ਮੀਟਿੰਗ ਦੇ ਵਿੱਚ ਹੱਲ ਨਿਕਲਣ ਦੇ ਆਸਾਰ ਨਜ਼ਰ ਆ ਰਹੇ ਸੀ। ਹਾਲਾਂਕਿ ਇੱਕ ਦਿਨ 'ਚ ਹੱਲ ਨਹੀਂ ਨਿਕਲਣਾ, ਪਰ ਹੁਣ ਦੇਖਦੇ ਹਾਂ ਕਿ ਜੇ ਅੱਜ ਦੀ ਮੀਟਿੰਗ ਜਿਹੜੀ ਹੈ ਉਸ 'ਤੇ ਕੋਈ ਹੱਲ ਨਹੀਂ ਨਿਕਲਿਆ, ਕੋਈ ਵੀ ਅਜਿਹੀ ਗੱਲ ਨਹੀਂ ਹੋਈ ਜੋ ਕਿਸਾਨਾਂ ਨੂੰ ਤਸੱਲੀ ਬਖਸ਼ ਲੱਗੇ, ਤੇ 3 ਤਰੀਕ ਦੀ ਮੀਟਿੰਗ ਦੇ ਵਿੱਚ ਹੁਣ ਕੀ ਹੋਏਗਾ ਦੇਖਾਂਗੇ। ਪਰ ਲਗਾਤਾਰ ਅਸੀਂ ਇਸ ਮੁੱਦੇ ਦੇ ਉੱਤੇ ਗੱਲਬਾਤ ਜਿਹੜੀ ਆ ਕਰਦੇ ਰਹਾਂਗੇ। ਹੁਣ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਸਮਝਣਾ ਪਏਗਾ ਕਿ ਸਿਰਫ ਉਹਨਾਂ ਦੀ ਮਨ ਕੀ ਬਾਤ ਨਾਲ ਕੁਝ ਨਹੀਂ ਚੱਲੇਗਾ, ਕਿਸਾਨਾਂ ਦੇ ਜਿਹੜੇ ਮਨ ਦੀ ਬਾਤ ਹੈ ਉਹ ਵੀ ਉਹਨਾਂ ਨੂੰ ਪੜ੍ਹਨੀ ਪਏਗੀ। ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।